ਭਵਿੱਖ ਦੀ ਨਵੀਂ ਦੁਨੀਆ ਭਾਗ 1 ਪਰਮ ਸ਼ਾਂਤੀ। ਇਸ ਵੀਡੀਓ ਤੇ ਅਨੰਤ ਜੀ ਤੇ ਬਾਪੂ ਜੀ ਭਵਿੱਖ ਦੀ ਨਵੀਂ ਦੁਨੀਆ ਦੇ ਬਾਰੇ ਤੇ ਗੱਲਬਾਤ ਕਰ ਰਹੇ ਹਨ। ਅਨੰਤ ਜੀ ਬਾਪੂ ਜੀ ਕੋਲੋਂ ਨਵੀਂ ਦੁਨੀਆ ਦੇ ਬਾਰੇ ਤੇ ਸਵਾਲ ਕਰ ਰਹੇ ਹਨ ਅਤੇ ਬਾਪੂ ਜੀ ਉਹਨਾਂ ਸਵਾਲਾਂ ਦੇ ਜਵਾਬ ਦੇ ਰਹੇ ਹਨ। ਅਨੰਤ: ਪਰਮ ਸ਼ਾਂਤੀ ਬਾਪੂ ਜੀ। ਬਾਪੂ ਜੀ, ਅੱਜ ਅਸੀਂ ਨਵੀਂ ਦੁਨੀਆ ਦੇ ਬਾਰੇ ਤੇ ਆਪ ਜੀ ਨਾਲ ਗੱਲਬਾਤ ਕਰਨਾ ਚਾਹਾਂਗੇ ਕਿ ਨਵੀਂ ਦੁਨੀਆ, ਨਵਾਂ ਗਿਆਨ, ਆਪ ਜੀ ਹਮੇਸ਼ਾ ਇਸ ਦੇ ਬਾਰੇ ਤੇ ਕਹਿੰਦੇ ਹੋ। ਅੱਜ ਅਸੀਂ ਇਸ ਦੇ ਬਾਰੇ ਤੇ ਗੱਲ ਕਰਾਂਗੇ। ਮੇਰੇ ਕੋਲ ਬਹੁਤ ਸਾਰੇ ਸਵਾਲਾਂ ਦੀ ਲਿਸਟ ਯਾਨੀ ਸੂਚੀ ਹੈ ਅਤੇ ਇਹਨਾਂ ਸਾਰਿਆਂ ਸਵਾਲਾਂ ਨੂੰ ਅਸੀਂ 2 ਜਾਂ 3 ਸੈਸ਼ਨਸ ਯਾਨੀ ਵੀਡੀਓਜ਼ ਤੇ ਖਤਮ ਕਰਾਂਗੇ। ਅੱਧੇ ਘੰਟੇ ਦੇ ਐਪੀਸੋਡਸ ਬਣਨਗੇ। ਸਭ ਨੂੰ ਇਹ ਰਿਕਵੈਸਟ ਯਾਨੀ ਬੇਨਤੀ ਹੈ, ਜੋ ਵੀ ਇਸ ਵੀਡੀਓ ਨੂੰ ਵੇਖੇ ਪੂਰੇ ਐਪੀਸੋਡਸ ਨੂੰ ਨੰਬਰ 1 ਵੇਖੇ, ਯਾਨੀ 1 ਤੋਂ ਲੈ ਕੇ ਲਾਸਟ ਯਾਨੀ ਆਖਰੀ ਭਾਗ ਤੱਕ, ਤਾਂ ਕਿ ਇਹ ਵੀਡੀਓਜ਼ ਪੂਰੀ ਤਰ੍ਹਾਂ ਨਾਲ ਸਮਝ ਆ ਜਾਣ। ਹੁਣ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਇਹ ਜੋ ਨਵੀਂ ਦੁਨੀਆ ਹੈ ਉਹ ਕਿੱਥੇ ਹੈ ਅਤੇ ਕਿਸ ਤਰ੍ਹਾਂ ਦੀ ਹੈ। ਹੁਣ ਉਸ ਦੁਨੀਆ ਤੇ ਕੀ ਹੋ ਰਿਹਾ ਹੈ ਅਤੇ ਉਸ ਦੁਨੀਆ ਤੇ ਕਿਸ ਤਰ੍ਹਾਂ ਦਾ ਸੰਸਾਰ ਹੋਏਗਾ। ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ ਨਵੀਂ ਦੁਨੀਆ ਦੇ ਬਾਰੇ ਤੇ। ਜਿਸ ਤਰ੍ਹਾਂ ਕਿ ਸਾਡੇ ਹਿੰਦੂ ਸ਼ਾਸਤਰਾਂ ਦੇ ਅੰਦਰ ਵੀ ਦੱਸਿਆ ਗਿਆ ਹੈ ਕਿ ਜਦੋਂ ਭਗਵਾਨ ਵਿਸ਼ਨੂੰ ਆਪਣੇ ਨਵੇਂ ਬੀਜ ਰੂਪਾਂ ਨੂੰ ਲੈ ਕੇ ਨਵੀਂ ਦੁਨੀਆ ਤੇ ਜਾਂਦੇ ਹਨ, ਉਦੋਂ ਕੀ ਹੁੰਦਾ ਹੈ। ਬਾਈਬਲ ਤੇ ਇਹ ਇੱਕ ਈਸਾਈ ਧਰਮ ਗ੍ਰੰਥ ਹੈ ਦੇ ਵਿੱਚ ਵੀ ਦੱਸਿਆ ਗਿਆ ਹੈ ਕਿ ਇੱਕ ਸ਼ਿਪ ਯਾਨੀ ਪਾਣੀ ਦੇ ਜਹਾਜ਼ 'ਚ ਬਿਠਾ ਕੇ ਸਾਰਿਆਂ ਨੂੰ ਨਵੀਂ ਦੁਨੀਆ ਤੇ ਲੈ ਜਾਂਦੇ ਹਨ। ਇਸ ਤਰ੍ਹਾਂ ਹਰ ਧਰਮ ਸ਼ਾਸਤਰਾਂ ਦੇ ਅੰਦਰ ਉਹਨਾਂ ਧਰਮਾਂ ਦੇ ਆਪਣੇ ਆਪਣੇ ਹਿਸਾਬ ਨਾਲ ਨਵੀਂ ਦੁਨੀਆ ਦੇ ਬਾਰੇ ਤੇ ਦੱਸਿਆ ਗਿਆ ਹੈ। ਇਸ ਤਰ੍ਹਾਂ ਬ੍ਰਹਮਾ ਕੁਮਾਰੀਸ ਵੀ ਕਹਿੰਦੇ ਹਨ ਕਿ ਸਤਯੁਗ ਆਏਗਾ, ਮਤਲਬ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਦਾ ਤੇ ਇਹ ਅੰਤ ਸਮੇਂ ਹੈ। ਹੁਣ ਇਸ ਤੋਂ ਬਾਅਦ ਤੇ ਸਤਯੁਗ ਆਏਗਾ। ਤੇ ਮੇਰਾ ਸਿੱਧਾ ਸਾਦਾ ਜਿਹਾ ਆਮ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਸਤਯੁਗ ਤੇ 33 ਕੋਟੀ ਯਾਨੀ 33 ਤਰ੍ਹਾਂ ਦੇ ਦੇਵੀ ਦੇਵਤਾ ਹੁੰਦੇ ਹਨ, ਪਰ ਜਦੋਂ ਉਹਨਾਂ ਦੀ ਸ਼ਕਤੀ ਘੱਟ ਹੁੰਦੀ ਜਾਂਦੀ ਹੈ ਤੇ ਉਹ ਨੀਚੇ ਡਿੱਗਦੇ ਜਾਂਦੇ ਹਨ ਅਤੇ ਇਸ ਤਰ੍ਹਾਂ ਧਰਤੀ ਤੇ ਆਂਦੇ 4 ਯੁਗਾਂ ਦੇ ਬੀਤਦੇ ਮਤਲਬ ਇਹਨਾਂ ਯੁਗਾਂ ਦੇ ਪੂਰੇ ਹੁੰਦੇ ਤੱਕ 700-800 ਕਰੋੜ ਮਨੁੱਖਾਂ ਦੀ ਆਬਾਦੀ ਧਰਤੀ ਤੇ ਆ ਜਾਂਦੀ ਹੈ। ਤੇ ਹੁਣ ਮੇਰਾ ਸਵਾਲ ਇਹ ਹੈ ਕਿ ਨਵੀਂ ਦੁਨੀਆ ਦੇ ਅੰਦਰ ਇਹ ਸਾਰੀ ਆਬਾਦੀ ਜਾਏਗੀ ਕਿ ਨਵੀਂ ਦੁਨੀਆ ਦੇ ਵਿੱਚ ਇਹ ਜਿੰਨੀਆਂ ਵੀ ਵਿਜ਼ੀਬਲ ਯਾਨੀ ਸਥੂਲ ਮਨੁੱਖ ਅਤੇ ਇਨਵਿਜ਼ੀਬਲ ਯਾਨੀ ਸੂਖਮ ਸਰੀਰ ਜਾਂ ਆਤਮਾਵਾਂ ਹਨ, ਇਹ ਸਾਰੀਆਂ ਕਿੱਥੇ ਅਤੇ ਕਿਸ ਤਰ੍ਹਾਂ ਜਾਣਗੀਆਂ। ਆਪ ਜੀ ਬਹੁਤ ਹੀ ਡਿਟੇਲ ਯਾਨੀ ਵੇਰਵੇ ਨਾਲ ਅਤੇ ਹੌਲੀ ਇੱਕ ਕਰਕੇ ਸਾਨੂੰ ਸਮਝਾਓ। ਬਾਪੂ ਜੀ, ਪਹਿਲਾਂ ਤੇ ਤੁਸੀਂ ਅੱਜ ਦੀ ਦੁਨੀਆ ਦੀ ਹਾਲਤ ਵੇਖੋ ਕਿ ਕੁਦਰਤ ਦੇ 5 ਤੱਤ ਤਮੋ ਪ੍ਰਧਾਨ ਯਾਨੀ ਮਾੜੇ ਹੋ ਗਏ ਹਨ। ਤੇ ਜਦੋਂ ਕੁਦਰਤ ਦੇ 5 ਤੱਤ ਮਾੜੇ ਜਾਂ ਬੁਰੇ ਹੋ ਜਾਂਦੇ ਹਨ ਤੇ ਉਹ ਦੁੱਖ ਦਿੰਦੇ ਹਨ। ਭਾਵੇਂ ਉਹ ਹਵਾ ਤੱਤ ਹੋਵੇ ਤੇ ਹਵਾ ਤੋਂ ਸਾਈਕਲੋਨ ਯਾਨੀ ਤੂਫਾਨ ਆਏਗਾ ਤੇ ਸਭ ਕੁਝ ਉੜ ਜਾਏਗਾ। ਪਾਣੀ ਹੋਵੇ ਤੇ ਪਾਣੀ ਦੀ ਬਾੜ ਜਾਂ ਹੜ੍ਹ ਆ ਜਾਏਗਾ। ਤੇ ਇਸ ਤਰ੍ਹਾਂ 5 ਤੱਤ ਮਾੜੇ ਹੋ ਜਾਂਦੇ ਹਨ ਅਤੇ ਨੁਕਸਾਨ ਕਰਦੇ ਹਨ। ਤੇ 5 ਤੱਤਾਂ ਨੂੰ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਯਾਨੀ ਮਾੜੇ ਤੱਤਾਂ ਤੋਂ ਚੰਗੇ ਤੱਤ ਬਣਾਉਣਾ ਪੈਂਦਾ ਹੈ। ਹੁਣ ਮਾੜੇ ਜਾਂ ਬੁਰੇ ਤੱਤਾਂ ਤੋਂ ਚੰਗੇ ਤੱਤ ਬਣਾਉਣ ਲਈ ਪਾਵਰ ਯਾਨੀ ਸ਼ਕਤੀ ਚਾਹੀਦੀ ਹੈ। ਹੁਣ ਸ਼ਕਤੀ ਕਿੱਥੋਂ ਆਏਗੀ ਅਤੇ ਕੌਣ ਲਿਆਏਗਾ। ਪਰ ਬੁਰੇ ਤੱਤਾਂ ਨੂੰ ਚੰਗਾ ਬਣਾਉਣ ਵਾਲਾ ਅਤੇ ਇਸ ਤਰ੍ਹਾਂ ਦਾ ਕੁਦਰਤ ਦਾ ਸੁਧਾਰ ਕਰਨ ਵਾਲਾ ਤੇ ਸਿਰਫ ਆਲਮਾਈਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਹੀ ਕਰ ਸਕਦਾ ਹੈ। ਬਾਕੀ ਕੋਈ ਸਧਾਰਨ ਜਾਂ ਆਮ ਇਨਸਾਨ ਇਹ ਸਭ ਨਹੀਂ ਕਰ ਸਕਦਾ। ਮਤਲਬ ਕਿ ਪੂਰਾ ਪਰਿਵਰਤਨ ਜਾਂ ਬਦਲਾਵ। ਜਿਸ ਤਰ੍ਹਾਂ ਭਾਰਤ ਦੇ ਸ਼ਾਸਤਰਾਂ ਤੇ ਦੱਸਿਆ ਹੈ ਕਿ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤ ਅਭਿਉત્ਥਾਨਮ ਅਧਰਮਸਯ ਤਦਾਤਮਾਨਮ ਸ੍ਰਜਾਮਿਅਹਮ। ਭਾਰਤ ਤੇ ਜਦੋਂ ਵੀ ਧਰਮ ਦੀ ਗਲਾਨੀ ਯਾਨੀ ਧਰਮ ਕਰਮ ਕਰਨ ਵਾਲੇ ਲੋਕਾਂ ਜਾਂ ਪਰਮਾਤਮਾ ਦਾ ਨਾਮ ਲੈਣ ਵਾਲੇ, ਪਰਮਾਤਮਾ ਦੀ ਸਿੱਖਿਆ ਤੇ ਚੱਲਣ ਵਾਲੇ ਮਨੁੱਖ
ਜਦੋਂ ਆਪਣੇ ਚੰਗੇ ਅਤੇ ਸਤ ਕਰਮਾਂ ਨੂੰ ਛੱਡ ਦਿੰਦੇ ਹਨ ਅਤੇ ਧਰਮ ਦੇ ਖਿਲਾਫ ਯਾਨੀ ਮਾੜੇ ਅਤੇ ਘੋਰ ਪਾਪ ਕਰਮ ਕਰਦੇ ਹਨ, ਜਿਸ ਦੇ ਨਾਲ ਮਨੁੱਖ ਜਾਤ ਦੇ ਵਿਚਾਰਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ, ਉਸ ਨੂੰ ਧਰਮ ਗਲਾਨੀ ਕਹਿੰਦੇ ਹਨ। ਤੇ ਜਦੋਂ ਉਹ ਹੁੰਦੀ ਹੈ ਤੇ ਪੰਜ ਤੱਤਾਂ ਜੋ ਕਿ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ ਤੇ ਵੀ ਸਨ ਅਤੇ ਉਹਨਾਂ ਤੱਤਾਂ ਦਾ ਵੀ ਕਿਸੇ ਵੀ ਯੁੱਗ ਤੇ ਕੋਈ ਵੀ ਬਦਲਾਵ ਨਹੀਂ ਕਰ ਸਕਿਆ। ਮਤਲਬ ਇਹ ਪੰਜ ਤੱਤ ਜਿਸ ਤਰ੍ਹਾਂ ਸੀ ਉਸ ਤਰ੍ਹਾਂ ਹੀ ਰਹੇ, ਇਹਨਾਂ ਨੂੰ ਕੋਈ ਵੀ ਪਰਮ ਤੱਤਾਂ ਤੇ ਬਦਲ ਨਹੀਂ ਸਕਿਆ। ਯਾਨੀ ਤੱਤ ਬੁਰੇ ਦੇ ਬੁਰੇ ਜਾਂ ਦੁੱਖ ਦੇਣ ਵਾਲੇ ਹੀ ਰਹੇ। ਇਹ ਲੋਕ ਮਾਤ ਲੋਕ ਯਾਨੀ ਕਦੀ ਵੀ ਨਾਸ਼ ਤੋਂ ਜਾਂ ਮਰਨ ਤੋਂ ਰਹਿਤ ਨਹੀਂ ਬਣ ਸਕਿਆ। ਭਾਵੇਂ ਸਤਜੁਗ ਆਇਆ ਜਾਂ ਹੋਰ ਵੀ ਯੁੱਗ ਆਏ ਜਾਂ ਕੁਝ ਵੀ ਹੋਇਆ, ਭਾਵੇਂ ਕੋਈ ਕੁਝ ਵੀ ਕਹਿੰਦਾ ਰਿਹਾ ਕਿ ਸਤਜੁਗ ਆਏਗਾ, ਧਰਤੀ ਤੇ ਸਵਰਗ ਆਏਗਾ, ਯਾਨੀ ਧਰਤੀ ਤੇ ਸਵਰਗ ਵਰਗਾ ਸੁੱਖ ਅਤੇ ਆਨੰਦ ਹੋ ਜਾਏਗਾ, ਪਰ ਸਵਰਗ ਤੇ ਤੀਸਰੇ ਲੋਕ ਤੇ ਹੈ। ਜਿਸ ਤਰ੍ਹਾਂ ਪਹਿਲਾ ਲੋਕ ਭੂਲੋਕ, ਫਿਰ ਭੂਵਰ ਲੋਕ ਤੇ ਫਿਰ ਸਵਰਗ ਲੋਕ ਹੈ, ਇਸ ਤਰ੍ਹਾਂ ਸਵਰਗ ਲੋਕ ਤੀਸਰੇ ਲੋਕ ਤੇ ਹੈ ਅਤੇ ਧਰਤੀ 'ਚ ਤੇ ਪੰਜ ਤੱਤਾਂ ਦੀ ਦੁਨੀਆ ਹੈ। ਇਸ ਕਰਕੇ ਇਹ ਮਾਤ ਲੋਕ ਹੈ। ਸਤਜੁਗ 'ਚ ਤੇ ਮੌਤ ਹੁੰਦੀ ਹੀ ਹੈ, ਪਰ ਮਨੁੱਖ ਦੀ ਉਮਰ 40-50 ਹਜ਼ਾਰ ਸਾਲ ਹੁੰਦੀ ਹੈ। ਤ੍ਰੇਤਾ 'ਚ ਸਤਜੁਗ ਤੋਂ ਘੱਟ ਕੇ 12 ਹਜ਼ਾਰ ਸਾਲ ਰਹਿ ਜਾਂਦੀ ਹੈ। ਅਨੰਤ ਮਤਲਬ ਮਨੁੱਖ ਸਰੀਰ ਦੀ ਉਮਰ ਸਤਜੁਗ ਤੇ ਜ਼ਿਆਦਾ ਹੁੰਦੀ ਹੈ। ਬਾਪੂ ਜੀ, ਸਰੀਰ ਦੀ ਉਮਰ ਤੇ ਸਤਜੁਗ 'ਚ ਜ਼ਿਆਦਾ ਹੁੰਦੀ ਹੈ, ਪਰ ਆਤਮਾ ਦੀ ਉਮਰ ਤੇ ਕੋਈ ਜਾਣਦਾ ਹੀ ਨਹੀਂ ਨਾ। ਆਤਮਾ ਦੀ ਉਮਰ ਨੂੰ ਜਾਣਨ ਤੇ ਬਹੁਤ ਵੱਡੀ ਗੱਲ ਹੈ। ਅਨੰਤ ਅੱਜ ਤੱਕ ਤੇ ਕਿਸੇ ਨੇ ਵੀ ਆਤਮਾ ਦੀ ਉਮਰ ਦੱਸੀ ਨਹੀਂ। ਬਾਪੂ ਜੀ, ਆਤਮਾ ਦੀ ਉਮਰ ਤੇ ਬੇਹਿਸਾਬ ਵਕਤ ਜਿੰਨੀ ਹੈ ਨਾ। ਆਤਮਾ ਦੀ ਉਮਰ ਦਾ ਹਿਸਾਬ ਮੈਂ ਤੁਹਾਨੂੰ ਦੱਸਿਆ ਹੈ ਨਾ। ਜਿਸ ਤਰ੍ਹਾਂ ਇੱਕ ਬ੍ਰਹਮੰਡ ਦਾ ਮਾਲਿਕ ਸ਼ਿਵ ਹੈ ਤੇ ਉਸ ਦੀ ਉਮਰ ਕਿੰਨੀ ਹੋਏਗੀ? ਬ੍ਰਹਮਾ ਦੀ ਉਮਰ ਦਾ 100 ਸਾਲ ਅਤੇ ਬ੍ਰਹਮਾ ਦਾ ਇੱਕ ਦਿਨ ਬਰਾਬਰ ਹੈ ਇੱਕ ਚਤੁਰਯੁਗ, ਯਾਨੀ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ ਦੀ ਉਮਰ ਜਿੰਨਾ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ। ਇਸੇ ਤਰ੍ਹਾਂ ਮਹਾਸ਼ਿਵ ਯਾਨੀ ਮਹਾਬ੍ਰਹਮੰਡ ਦਾ ਮਾਲਿਕ, ਉਸ ਦੀ ਉਮਰ ਵੀ ਦੱਸੀ ਹੋਈ ਹੈ ਅਤੇ ਉਸ ਦੀ ਰਚਨਾ ਯਾਨੀ ਸਿਰਜਣਾ ਦੀ ਉਮਰ ਵੀ ਹੁੰਦੀ ਹੈ। ਇਸੇ ਤਰ੍ਹਾਂ ਦੇਵਤਿਆਂ ਦੀ ਉਮਰ ਵੀ ਬ੍ਰਹਮਾ ਦਾ ਇੱਕ ਦਿਨ ਹੁੰਦੀ ਹੈ। ਪਰ ਹੁਣ ਦਾ ਵਿਸ਼ਾ ਹੈ ਕਿ ਪਰਿਵਰਤਨ ਯਾਨੀ ਬਦਲਾਵ ਕੌਣ ਕਰੇਗਾ, ਯਾਨੀ ਜੋ ਤੱਤਾਂ ਦਾ ਬਦਲਾਵ ਹੈ, ਮਤਲਬ ਜੋ ਕੁਦਰਤ ਦੇ ਪੰਜ ਤੱਤ ਜੋ ਕਿ ਹੁਣ ਦੁੱਖ ਦੇਣ ਵਾਲੇ ਬਣ ਗਏ ਹਨ ਅਤੇ ਜਿਨ੍ਹਾਂ ਦਾ ਬਦਲਾਵ ਕਿਸੇ ਵੀ ਯੁੱਗ ਤੇ ਨਹੀਂ ਹੋਇਆ, ਅਤੇ ਉਹਨਾਂ ਤੱਤਾਂ ਨੂੰ ਪਰਮ ਤੱਤਾਂ ਤੇ ਬਦਲ ਕੇ ਇਸ ਮਾਤ ਲੋਕ ਨੂੰ ਅਮਰ ਲੋਕ ਕੌਣ ਬਣਾ ਸਕਦਾ ਹੈ? ਤੱਤਾਂ ਦਾ ਬਦਲਾਵ ਤੇ ਸਿਰਫ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਹੀ ਕਰਵਾ ਸਕਦਾ ਹੈ। ਅਤੇ ਆਲਮਾਈਟੀ ਕਿਹਨਾਂ ਦੇ ਰਾਹੀਂ ਬਦਲਾਵ ਕਰਵਾਏਗਾ? ਉਹ ਕੌਣ ਹਨ? ਬੇਹਦ ਦੇ ਸੰਸਾਰ ਦੇ ਬੀਜ ਯਾਨੀ ਮੂਲ, ਮਤਲਬ ਬੀਜ ਰੂਪ ਆਤਮਾਵਾਂ ਜੋ 108 ਕਹੀਆਂ ਜਾਂਦੀਆਂ ਹਨ। ਤੇ ਇਸੀ ਗੱਲ ਨੂੰ ਸਾਰੇ ਬਾਰ-ਬਾਰ ਕਹਿੰਦੇ ਹਨ। ਬ੍ਰਹਮਾ ਕੁਮਾਰੀਜ਼ ਵਾਲੇ ਵੀ ਕਹਿੰਦੇ ਹਨ ਕਿ ਜੋ 108 ਬੀਜ ਰੂਪ ਆਤਮਾਵਾਂ ਹਨ, ਉਹੀ ਵਿਸ਼ਵ ਯਾਨੀ ਸੰਸਾਰ ਦਾ ਬਦਲਾਵ ਕਰਨਗੀਆਂ। ਤੇ ਇਸ ਕਰਕੇ ਬੇਹਦ ਦੇ ਸੰਸਾਰ ਦੀ ਬੀਜ ਰੂਪ ਆਤਮਾਵਾਂ ਦੀ ਲੋੜ ਹੈ। ਅਨੰਤ ਬਾਪੂ ਜੀ, ਆਪ ਜੀ ਦੀ ਗੱਲ ਨੂੰ ਮੈਂ ਵਿਚਕਾਰ ਹੀ ਰੋਕਣਾ ਚਾਹਾਂਗਾ, ਕਿਉਂਕਿ ਬ੍ਰਹਮਾ ਕੁਮਾਰੀਜ਼ ਵਾਲਿਆਂ ਦਾ ਇਹ ਕਹਿਣਾ ਹੈ ਕਿ ਹੁਣ ਸਤਜੁਗ ਆਉਣ ਵਾਲਾ ਹੈ ਤੇ ਸਤਜੁਗ ਤੇ ਦੁਬਾਰਾ ਫਿਰ ਤੋਂ 800 ਕਰੋੜ ਮਨੁੱਖਾਂ ਦੀ ਮੌਤ ਹੋ ਜਾਏਗੀ ਅਤੇ ਇਹਨਾਂ ਵਿੱਚੋਂ ਕੁਝ ਥੋੜੇ ਜਿਹੇ 33 ਕੋਟੀ ਦੇਵਤਾ ਸਤਜੁਗ 'ਚ ਜਾਣਗੇ। ਪਰ ਮੈਂ ਆਪ ਜੀ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਹ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ ਦੇ ਚੱਕਰਾਂ ਤੇ ਹੀ ਮਨੁੱਖ ਰਹਿਣ ਵਾਲਾ ਹੈ, ਯਾਨੀ ਇਸੇ ਤਰ੍ਹਾਂ ਯੁੱਗ ਬਦਲਦੇ ਰਹਿਣਗੇ ਅਤੇ ਮਨੁੱਖ ਹਰ ਯੁੱਗ ਤੇ ਮਰਦਾ ਰਹੇਗਾ ਅਤੇ ਫਿਰ ਜਨਮ ਲੈਂਦਾ ਰਹੇਗਾ, ਕਿ ਇਸ ਤੋਂ ਅੱਗੇ ਦੀ ਦੁਨੀਆ ਜਿੱਥੇ ਜਨਮ ਅਤੇ ਮਰਨ ਨਹੀਂ ਹੁੰਦਾ, ਜਿੱਥੇ ਰਿਐਲਿਟੀ ਯਾਨੀ ਅਸਲੀਅਤ 'ਚ ਅਮਰ ਲੋਕ ਹੈ, ਜਿੱਥੇ ਕਿਸੇ ਵੀ ਆਤਮਾ ਦੀ ਮੌਤ ਨਾ ਹੋਵੇ, ਕਿ ਅਸੀਂ ਉਸ ਦੁਨੀਆ ਦੇ ਬਾਰੇ ਤੇ ਗੱਲ ਕਰ ਰਹੇ ਹਾਂ? ਬਾਪੂ ਜੀ, ਅਸੀਂ ਅਸਲੀਅਤ ਤੇ ਆਲਮਾਈਟੀ ਅਥਾਰਟੀ ਜੋ ਬੇਹਦ ਦਾ ਯਾਨੀ ਬੇਅੰਤ ਦੇ ਬੇਅੰਤ ਦਾ ਪਰਮ ਮਹਾ ਅਮਰ ਲੋਕ ਬਣਾਉਣ ਜਾ ਰਿਹਾ ਹੈ, ਉਸ ਦੀ ਗੱਲ ਕਰਾਂਗੇ। ਅੱਜ ਬ੍ਰਹਮਾ ਕੁਮਾਰੀਜ਼ ਵਾਲੇ ਚੰਗੇ ਬੱਚੇ ਹਨ,
ਚੰਗੀਆਂ ਗੱਲਾਂ ਕਰਦੇ ਹਨ, ਪਰ ਜੋ ਉਹ ਧਰਤੀ ਤੇ 5000 ਸਾਲ ਦਾ ਵਰਲਡ ਡਰਾਮਾ, ਯਾਨੀ ਉਹ ਕਹਿੰਦੇ ਹਨ ਕਿ ਧਰਤੀ ਤੇ ਹਰ 5000 ਸਾਲ ਬਾਅਦ ਹਰ ਘਟਨਾ ਦੁਬਾਰਾ ਉਸੇ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਕਿ ਉਹ ਅੱਜ ਤੋਂ 5000 ਸਾਲ ਪਹਿਲਾਂ ਹੋਈ ਸੀ। ਇਹ ਇੱਕ ਧਰਤੀ ਤੇ ਸੰਸਾਰ ਨਾਟਕ ਦੀ ਤਰ੍ਹਾਂ ਚੱਲਦਾ ਹੈ ਤੇ ਉਹ ਕਹਿੰਦੇ ਹਨ ਕਿ ਧਰਤੀ ਤੇ ਹੀ ਸਵਰਗ ਬਣੇਗਾ। ਪਰ ਧਰਤੀ ਤੇ 5 ਤੱਤਾਂ ਦੇ ਨਾਲ ਬਣੀ ਹੈ। 5 ਤੱਤਾਂ ਤੇ ਸਵਰਗ ਕਦੀ ਨਹੀਂ ਹੁੰਦਾ। ਪਰ ਇੱਥੇ ਤੇ ਬੇਹੱਦ ਦੀ ਗੱਲ ਹੈ। 5 ਤੱਤਾਂ ਦੀ ਧਰਤੀ ਨੂੰ ਪਰਮ ਤੱਤਾਂ ਤੇ ਬਦਲਣ ਵਾਲੇ ਬੇਹੱਦ ਦੇ ਸੰਸਾਰ ਦੇ ਬੀਜ ਜੋ ਕਿ 108 ਹੋਣਗੇ ਉਹੀ ਬਦਲਣਗੇ। ਪਰ ਕਿਸ ਤਰ੍ਹਾਂ ਤੱਤਾਂ ਦਾ ਬਦਲਾਵ ਕਰਨਗੇ ਇਹ ਦੱਸਦਾ ਹਾਂ। ਜਿਸ ਤਰ੍ਹਾਂ ਅੱਜ ਧਰਤੀ ਤੇ ਤੱਤ ਯਾਨੀ ਹਵਾ, ਪਾਣੀ ਸਭ ਤਮੋ ਪ੍ਰਧਾਨ ਮਤਲਬ ਮਾੜੇ ਜਾਂ ਬੁਰੇ ਬਣ ਗਏ ਹਨ, ਇਹ ਨੁਕਸਾਨ ਜਾਂ ਦੁੱਖ ਦੇਣ ਵਾਲੇ ਬਣ ਗਏ ਹਨ, ਤੇ ਇਹਨਾਂ ਤੱਤਾਂ ਨੂੰ ਪਰਮ ਤੱਤਾਂ ਤੇ ਬਦਲਣ ਲਈ ਯਾਨੀ ਅਮਰ ਲੋਕ ਬਣਾਉਣ ਲਈ 108 ਬੀਜ ਰੂਪ ਆਤਮਾਵਾਂ ਬੇਹੱਦ ਦੇ ਪਰਮ ਧਾਮ ਤੋਂ ਪਾਵਰ ਉਤਾਰਨਗੀਆਂ। ਕਿਉਂਕਿ 108 ਬੀਜ ਰੂਪ ਆਤਮਾਵਾਂ ਹਨ। ਇਹ 108 ਇੱਕ ਗੁਪਤ ਯਾਨੀ ਸਾਰਿਆਂ ਤੋਂ ਛੁਪ ਕੇ ਇੱਕ ਕੋਨੇ ਤੇ ਬੈਠ ਕੇ ਉੱਚੇ ਤੋਂ ਉੱਚੇ ਪਰਮ ਧਾਮ ਤੋਂ ਪਰਮ ਪ੍ਰਕਾਸ਼ ਧਰਤੀ ਤੇ ਲਿਆਣਗੇ। ਕੋਈ ਐਸਾ ਵੈਸਾ ਪ੍ਰਕਾਸ਼ ਨਹੀਂ, ਬਲਕਿ ਪਰਮ ਪ੍ਰਕਾਸ਼। ਪਰਮ ਪ੍ਰਕਾਸ਼ ਤੇ ਇਸ ਬ੍ਰਹਮੰਡ ਦੇ ਪਰਮ ਧਾਮ ਤੇ ਵੀ ਹੈ। ਗੈਲੈਕਸੀ ਯਾਨੀ ਮਹਾਸ਼ਿਵ ਦੇ ਪਰਮ ਧਾਮ ਤੇ ਵੀ ਹੈ। ਇਸ ਤਰ੍ਹਾਂ ਪਰਮ ਮਹਾਸ਼ਿਵ ਦੇ ਕੋਲ ਵੀ ਪਰਮ ਪ੍ਰਕਾਸ਼ ਹੈ, ਪਰ ਸਾਰਿਆਂ ਦੀ ਕੁਆਲਿਟੀ ਯਾਨੀ ਗੁਣਵੱਤਾ ਤੇ ਬਹੁਤ ਫਰਕ ਹੈ। ਇਹ ਪ੍ਰਕਾਸ਼ ਤੇ ਉੱਚੇ ਤੋਂ ਉੱਚੇ ਪਰਮ ਧਾਮ ਦਾ ਹੈ। ਉੱਚੇ ਤੋਂ ਉੱਚੇ ਬੇਹੱਦ ਦੇ ਸੰਸਾਰ ਦੇ ਬਾਪ ਯਾਨੀ ਪਿਤਾ ਦੇ ਕੋਲ ਹੈ। ਯਾਨੀ ਉਹ ਸਭ ਤੋਂ ਉੱਚਾ ਹੈ। ਉਹ ਆਲਮਾਈਟੀ ਅਥਾਰਟੀ ਹੈ। ਉਸ ਤੋਂ ਉੱਪਰ ਕੋਈ ਨਹੀਂ ਹੈ। ਤੇ ਉਹ 108 ਬੀਜ ਰੂਪ ਆਤਮਾਵਾਂ ਬੇਹੱਦ ਦੇ ਸੰਸਾਰ ਦੇ ਬਾਪ ਨੂੰ ਜਾਣਨਗੀਆਂ, ਬੇਹੱਦ ਦੇ ਸੰਸਾਰ ਦੇ ਪਰਮ ਧਾਮ ਨੂੰ ਜਾਣਨਗੀਆਂ। ਉੱਚੇ ਤੋਂ ਉੱਚੇ ਪਰਮ ਧਾਮ ਦਾ ਨੌਲੇਜ ਯਾਨੀ ਗਿਆਨ ਉਹਨਾਂ ਦੇ ਕੋਲ ਹੋਏਗਾ, ਯਾਨੀ ਉੱਚੇ ਤੋਂ ਉੱਚੇ ਪਰਮ ਧਾਮ ਦੇ ਗਿਆਨ ਤੋਂ ਉਹ ਜਾਣੂ ਹੋਣਗੀਆਂ। ਅਤੇ ਉਹ ਬੇਹੱਦ ਦੇ ਸੰਸਾਰ ਦੇ ਬੀਜ ਇੱਕ ਗੁਪਤ ਜਗ੍ਹਾ ਤੇ ਗੁਪਤ ਵੇਸ਼ ਤੇ ਇਕੱਠੇ ਹੋਣਗੇ ਅਤੇ ਇੱਕ ਸਾਥ ਬੈਠ ਕੇ ਉੱਚੇ ਤੋਂ ਉੱਚੇ ਪਰਮ ਧਾਮ ਤੋਂ ਪਰਮ ਪ੍ਰਕਾਸ਼ ਉਤਾਰਨਗੇ। ਅਤੇ ਜਦੋਂ ਉਹ ਪਰਮ ਪ੍ਰਕਾਸ਼ ਧਰਤੀ ਤੇ ਆਏਗਾ ਤੇ ਹੌਲੀ ਹੌਲੀ ਤੱਤਾਂ ਦਾ ਬਦਲਾਵ ਹੁੰਦਾ ਜਾਏਗਾ। ਸਭ ਤੋਂ ਪਹਿਲਾਂ ਤੇ ਵਾਯੂ ਯਾਨੀ ਹਵਾ ਤੱਤ ਦਾ ਬਦਲਾਵ ਹੋਏਗਾ। ਅੱਜ ਕੱਲ੍ਹ ਜੋ ਵਾਯੂ ਤੱਤ ਹੈ ਉਹ ਬਹੁਤ ਤਮੋ ਪ੍ਰਧਾਨ ਯਾਨੀ ਬਹੁਤ ਮਾੜਾ ਹੋ ਗਿਆ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਅੱਜ ਕੱਲ੍ਹ ਕੀ ਹੋ ਗਿਆ ਹੈ ਕਿ ਖਾਣ ਦੇ ਲਾਇਕ ਅੰਨ ਨਹੀਂ ਹੈ, ਪੀਣ ਦੇ ਲਾਇਕ ਪਾਣੀ ਨਹੀਂ ਹੈ, ਹਵਾ ਤੇ ਆਕਸੀਜਨ ਯਾਨੀ ਪ੍ਰਾਣ ਵਾਯੂ ਮਤਲਬ ਪ੍ਰਾਣ ਨੂੰ ਟਿਕਾਉਣ ਵਾਲੀ ਜਾਂ ਜੀਵਨ ਦੇਣ ਵਾਲੀ ਹਵਾ ਨਹੀਂ ਹੈ। ਤੇ ਦੁਨੀਆ ਦੀ ਹਾਲਤ ਕੀ ਹੋ ਗਈ ਹੈ, ਇਸ ਗੱਲ ਤੇ ਜ਼ਿਆਦਾ ਗਹਿਰਾਈ ਨਾਲ ਵਿਚਾਰ ਕਰਨ ਦੀ ਲੋੜ ਨਹੀਂ ਹੈ। ਪਰ 108 ਬੀਜ ਰੂਪ ਆਤਮਾਵਾਂ ਸਭ ਤੋਂ ਪਹਿਲਾਂ ਪੂਰਾ ਵਾਯੂਮੰਡਲ ਯਾਨੀ ਵਾਤਾਵਰਣ ਬਦਲ ਦੇਣਗੇ, ਹੌਲੀ ਹੌਲੀ ਬਦਲਣਗੇ। ਉਹ ਬੀਜ ਰੂਪ ਆਤਮਾਵਾਂ ਜਿਸ ਤਰ੍ਹਾਂ ਹੌਲੀ ਹੌਲੀ ਪਰਮ ਪ੍ਰਕਾਸ਼ ਉਤਾਰਨਗੇ ਤੇ ਇਹ ਧਰਤੀ ਦੇ ਤੱਤਾਂ ਦਾ ਬਦਲਾਵ ਹੋਏਗਾ। ਕੀ ਹੋਏਗਾ? ਆਨੰਦ ਤੱਤ ਪਰਿਵਰਤਨ ਯਾਨੀ ਤੱਤਾਂ ਦਾ ਬਦਲਾਵ। ਬਾਪੂ ਜੀ ਤੇ ਸਭ ਤੋਂ ਪਹਿਲਾਂ ਕਿਹੜੇ ਤੱਤ ਦਾ ਬਦਲਾਵ ਹੋਏਗਾ? ਵਾਯੂ ਤੱਤ ਦਾ ਬਦਲਾਵ ਪਰਮ ਵਾਯੂ ਤੇ ਹੋਏਗਾ। ਕਿਉਂਕਿ ਇਹ ਜੋ ਵਾਯੂ ਤੱਤ ਹੈ ਨਾ, ਇਸ ਦੇ ਅੰਦਰ ਬਹੁਤ ਨੈਗੇਟਿਵਿਟੀ ਯਾਨੀ ਮਾੜੇ ਜਾਂ ਬੁਰੇ ਵਿਚਾਰ ਹਨ। ਵਾਯੂ ਤੱਤ ਦੇ ਇੱਕ ਸੈੱਲ ਯਾਨੀ ਕਣ ਦੇ ਅੰਦਰ ਬੁਰੇ ਵਿਚਾਰਾਂ ਵਾਲੀ ਯਾਨੀ ਨੈਗੇਟਿਵ ਸੋਚ ਵਾਲੀ ਹਵਾ ਭਰੀ ਹੋਈ ਹੈ। ਤੇ ਇਸ ਤਰ੍ਹਾਂ ਦੀ ਲੋਕਾਂ ਦੀ ਨੈਗੇਟਿਵ ਸੋਚ ਬੇਅੰਤ ਸਮੇਂ ਤੋਂ ਵਾਤਾਵਰਣ ਤੇ ਵਾਯੂ ਤੇ ਪਈ ਹੋਈ ਹੈ। ਕਿਉਂਕਿ ਬੇਅੰਤ ਸਮੇਂ ਤੋਂ ਲੋਕਾਂ ਦੀ ਸੋਚ ਮਾੜੀ ਹੁੰਦੀ ਜਾ ਰਹੀ ਹੈ ਅਤੇ ਸਾਰੀ ਬੁਰੀ ਜਾਂ ਨੈਗੇਟਿਵ ਸੋਚ ਵਾਯੂਮੰਡਲ ਤੇ ਵਾਯੂ ਦੇ ਇੱਕ ਸੈੱਲ ਤੇ ਭਰੀ ਹੋਈ ਹੈ। ਜਦੋਂ ਕੋਈ ਵੀ ਮਨੁੱਖ ਆਤਮਾ ਸਵਾਸ ਲੈਂਦੀ ਹੈ ਤੇ ਸਵਾਸ ਦੇ ਰਾਹੀਂ ਵਾਯੂ ਤੱਤ ਉਸ ਮਨੁੱਖ ਆਤਮਾ ਦੇ ਅੰਦਰ ਜਾਂਦਾ ਹੈ
क्योंकि श्वास वायु तत्त नाल बनिया है। इस करके वायु तत्त अंदर जाएगा ना, ते कोई भी वायु तत्त होवे, भावें प्राण वायु तत्त यानी जीवन देण वाली वायु ही क्यों ना होवे, उस आत्मा दे अंदर नैगेटिविटी वायु तत्त दे राही जाएगी। क्योंकि वायु तत्त एक एक कण ते बुरे लोकां दी बुरी सोच नाल भरी हुई है। वायु तत्त ते भी माड़े लोकां दी सोच दी रिकॉर्डिंग हुंदी है, ते ਉਹ ਨੈਗੇਟਿਵ यानी ਨੈਗੇਟਿਵ सोच ਦੀ ਰਿਕਾਰਡਿੰਗ ਜਦੋਂ ਮਨੁੱਖ ਸਵਾਸ ਲੈਂਦਾ ਹੈ ਤੇ ਅੰਦਰ ਜਾਂਦੀ ਹੈ, ਜਿਸ ਕਰਕੇ ਉਸ ਦਾ ਪ੍ਰਾਣਮय ਸਰੀਰ यानी ਜੀਵਿਤ ਸਰੀਰ ਡਿਸਚਾਰਜ यानी ਨੁਕਸ ਵਾਲਾ ਬਣ ਜਾਂਦਾ ਹੈ, यानी ਉਸ ਦੇ ਅੰਦਰ ਬੁਰੇ ਵਿਚਾਰਾਂ ਦਾ ਵਿਕਾਰ ਹੋ ਜਾਂਦਾ ਹੈ ਅਤੇ ਇਸ ਦੇ ਨਤੀਜੇ ਸਵਰੂਪ ਜੋ ਯੋਗੀ ਹੈ ਉਹ ਵੀ ਭੋਗੀ ਬਣ ਜਾਂਦਾ ਹੈ। ਇਸ ਕਰਕੇ ਸਭ ਤੋਂ ਪਹਿਲਾਂ परम प्रकाश जो कि 108 बीज रूप आत्मावां उतारनगियां, उस परम प्रकाश के राही वायुमंडल ते बदलाव होएगा ਅਤੇ फिर वायु तत्त परम वायु ते चेंज या बदल जाएगा। वायु परम वायु ते बदल जाएगी। परम वायु बनन दे करके हौली हौली विश्व या संसार दे अंदर परम वायु चेंज हुंदी जाएगी ਅਤੇ ਜੋ ਨੈਗੇਟਿਵ ਰਿਕਾਰਡਿੰਗ ਵਾਯੂ ਤੱਤ ਦੇ ਅੰਦਰ ਪਈ ਹੈ, ਪੂਰੀ ਧਰਤੀ ਤੇ ਜੋ ਨੈਗੇਟਿਵ ਵਾਯੂਮੰਡਲ ਹੈ ਉਹ ਹੌਲੀ ਹੌਲੀ ਪੋਜ਼ਿਟਿਵ ਯਾਨੀ ਚੰਗਾ ਹੋ ਜਾਏਗਾ। ਅਤੇ ਜਦੋਂ 108 ਆਤਮਾਵਾਂ ਪਰਮ ਪ੍ਰਕਾਸ਼ ਉਤਾਰਨਗੀਆਂ ਤੇ ਨਾਲ ਹੀ ਉਹ ਪਰਮ 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 ਸ਼ਾਂਤੀ ਦੇ ਵਾਈਬ੍ਰੇਸ਼ਨਸ ਯਾਨੀ ਸੰਕਲਪ ਵੀ ਪਾਉਣਗੀਆਂ। ਕੀ ਸੋਚਣਗੀਆਂ? ਆਨੰਦ, परम 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 शांति दे वाइब्रेशनस। बापू जी ਉਹ 108 ਆਤਮਾਵਾਂ ਸਾਰੇ ਸੰਸਾਰ ਤੇ ਬੇਹੱਦ ਦੀ परम 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 शांति हो रही है, बेहद दी परम 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 शांति हो रही है बार बार बोलणगीਆਂ ਤੇ ਸੰਕਲਪਾਂ यानी ਵਾਈਬ੍ਰੇਸ਼ਨਸ ਦੇ ਨਾਲ ਪਾਵਰ ਹੈ ਅਤੇ ਪਾਵਰ ਦੇ ਨਾਲ ਸੰਕਲਪ ਹਨ। ਸਿਰਫ ਸੰਕਲਪ ਵੀ ਕੰਮ ਨਹੀਂ ਕਰਨਗੇ ਜੇਕਰ ਸੰਕਲਪਾਂ ਤੇ ਸ਼ਕਤੀ ਨਹੀਂ ਹੈ। ਤੇ ਸੰਕਲਪਾਂ ਤੇ ਸ਼ਕਤੀ ਯਾਨੀ ਪਾਵਰ ਕਦੋਂ ਆਉਂਦੀ ਹੈ? ਜਦੋਂ ਆਤਮਾ ਤੇ ਪਾਵਰ ਹੁੰਦੀ ਹੈ। ਤੇ 108 ਦੇ ਕੋਲ ਪਰਮ ਪ੍ਰਕਾਸ਼ ਦੀ ਪਾਵਰ ਹੈ। ਉਹ ਪਰਮ ਪ੍ਰਕਾਸ਼ ਦੇ ਨਾਲ ਨਾਲ ਪਰਮ ਸੰਕਲਪ ਵੀ ਪਾਉਣਗੇ। परम 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 शांति हो रही है ਤੇ ਫਿਰ ਵਾਯੂਮੰਡਲ ਤੇ ਸੰਕਲਪਾਂ ਦੇ ਨਾਲ ਪਾਵਰ ਜਾਏਗੀ ਤੇ ਵਾਯੂ ਤੱਤ ਦੇ ਇੱਕ ਇੱਕ ਸੈੱਲ ਜਾਂ ਕਣ ਤੇ परम 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 शांति ਦੀ ਰਿਕਾਰਡਿੰਗ ਹੋ ਜਾਏਗੀ। ਵਾਯੂ ਤੱਤ ਦੇ ਇੱਕ ਇੱਕ ਸੈੱਲ ਦੇ ਅੰਦਰ परम शांति परम शांति परम शांति हो जाएगी। ਕੀ ਹੋ ਜਾਏਗੀ? आनंद, एकदम परम शांति, मतलब लोकां नूं एकदम परम शांति दा एहसास होएगा। बापू जी शांति नहीं बल्कि परम शांति दा अनुभव होएगा। हुण दे वक्त ते जो सारी दुनिया दुख अते अशांति दा एहसास कर रही है, यानी दुनिया ते कई तरह दे डर कई तरह दे दुख लोकां ते हुण दे समय ते फैले हन। कोई भी मनुख अपने आप ਨੂੰ ਸੇਫ ਜਾਂ ਸੁਰੱਖਿਆ ਦੀ ਭਾਵਨਾ ਦਾ ਅਹਿਸਾਸ ਨਹੀਂ ਕਰਦਾ ਤੇ 108 ਬੇਹੱਦ ਦੀ ਬੀਜ ਰੂਪ ਆਤਮਾਵਾਂ ਦੀ ਜੋ ਪਰਮ ਪਰਮ ਤੱਤਾਂ ਦਾ ਵਾਯੂਮੰਡਲ ਬਣਾਉਣ ਦੀ ਜੋ ਜ਼ਿੰਮੇਵਾਰੀ ਹੈ, ਉਸ ਦੇ ਲਈ ਉਹਨਾਂ ਨੂੰ ਉੱਚੇ ਤੋਂ ਉੱਚੇ ਪਰਮ ਧਾਮ ਤੇ ਜਿੱਥੇ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਰਹਿੰਦਾ ਹੈ, ਉਸ ਪਰਮ ਧਾਮ ਤੋਂ ਆਲਮਾਈਟੀ ਅਥਾਰਟੀ ਤੋਂ ਪਾਵਰ ਲੈ ਕੇ ਇੱਥੇ ਯਾਨੀ ਧਰਤੀ ਲੋਕ ਤੇ ਪਾਵਰ ਉਤਾਰਨੀ ਹੈ ਅਤੇ ਪਾਵਰ ਉਤਾਰਨ ਦੇ ਨਾਲ ਨਾਲ ਹੀ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਵੀ ਪਾਉਣੇ ਹੈ। ਜਦੋਂ 108 ਇਸ ਤਰ੍ਹਾਂ ਕਰਨਗੇ ਤੇ ਸਭ ਤੋਂ ਪਹਿਲਾਂ ਜੋ ਪਰਮ ਵਾਯੂ ਆਏਗੀ ਉਹ ਧਰਤੀ ਦੇ ਵਾਯੂ ਤੱਤਾਂ ਦੇ ਅੰਦਰ ਜੋ ਨੈਗੇਟਿਵ ਯਾਨੀ ਮਾੜੇ ਵਿਚਾਰਾਂ ਵਾਲੀ ਜੋ ਰਿਕਾਰਡਿੰਗ ਹੈ, ਉਹ ਸਾਰੀ ਨੈਗੇਟਿਵ ਤੋਂ ਪੋਜ਼ਿਟਿਵ ਰਿਕਾਰਡਿੰਗ ਯਾਨੀ ਚੰਗੇ ਅਤੇ ਚੰਗੇ ਵਿਚਾਰਾਂ ਵਾਲੀ ਹੋ ਜਾਏਗੀ। ਇਸ ਤਰ੍ਹਾਂ ਜਦੋਂ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਯਾਨੀ ਸੰਕਲਪ ਜਦੋਂ ਪਰਮ ਵਾਯੂ ਦੇ ਰਾਹੀਂ ਸਭ ਜਗ੍ਹਾ ਜਾਣਗੇ ਤੇ ਹੌਲੀ ਹੌਲੀ ਸਾਰੀ ਦੁਨੀਆ, ਨਾ ਸਿਰਫ ਦੁਨੀਆ ਹੀ ਬਲਕਿ ਧਰਤੀ ਦੇ 200 ਕਿਲੋਮੀਟਰ ਤੱਕ ਉੱਪਰ ਤੱਕ
ਉਹ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਜਾਣਗੇ। ਯਾਨੀ ਪਰਮ ਸ਼ਾਂਤੀ ਦੇ ਸੰਕਲਪ ਸਿਰਫ ਧਰਤੀ ਦੇ ਮਨੁੱਖਾਂ ਨੂੰ ਹੀ ਨਹੀਂ, ਬਲਕਿ ਧਰਤੀ ਦੇ 200 ਕਿਲੋਮੀਟਰ ਉੱਪਰ ਤੱਕ ਜਿੱਥੇ ਨੈਗੇਟਿਵ ਸੂਖਮ ਆਤਮਾਵਾਂ ਵੀ ਰਹਿੰਦੀਆਂ ਹਨ, ਉਹਨਾਂ ਨੂੰ ਵੀ ਪਰਮ ਸ਼ਾਂਤੀ ਦਾ ਅਹਿਸਾਸ ਕਰਾਉਣਗੇ। ਮਨੁੱਖ ਆਤਮਾਵਾਂ ਤੇ ਨਾ ਦੇ ਬਰਾਬਰ ਹਨ, ਪਰ ਜੋ ਭੂਤਾਂ ਪ੍ਰੇਤਾਂ ਦੀਆਂ ਆਤਮਾਵਾਂ ਹਨ ਅਤੇ ਦੁਨੀਆ ਤੇ ਆਤੰਕ ਜਾਂ ਦਹਿਸ਼ਤ ਫੈਲਾ ਰਹੀਆਂ ਹਨ, ਨੈਗੇਟਿਵਿਟੀ ਫੈਲਾ ਰਹੀਆਂ ਹਨ ਨਾ, ਮਨੁੱਖ ਆਤਮਾਵਾਂ ਤੇ ਭੂਤ ਪ੍ਰੇਤ ਪ੍ਰਵੇਸ਼ ਕਰਕੇ ਪੁੱਠੇ ਸਿੱਧੇ ਕੰਮ ਕਰਦੀਆਂ ਰਹਿੰਦੀਆਂ ਹਨ। ਬਾਪੂ ਜੀ ਕਹਿੰਦੇ ਹਨ ਕਿ ਅੱਗੇ ਵੀ ਮੈਂ ਆਪਣੀ ਕਈ ਵੀਡੀਓਜ਼ ਤੇ ਇਸ ਗੱਲ ਦੇ ਬਾਰੇ ਤੇ ਦੱਸਿਆ ਹੋਇਆ ਹੈ। ਤੇ ਦੁਨੀਆ ਤੇ ਆਤੰਕੀਆਂ ਦਹਿਸ਼ਤ ਪਾਉਣ ਵਾਲੇ ਤਮੋ ਪ੍ਰਧਾਨ ਯਾਨੀ ਨੈਗੇਟਿਵਿਟੀ ਨਾਲ ਭਰੀਆਂ ਹੋਈਆਂ ਭੂਤ ਪ੍ਰੇਤ ਆਤਮਾਵਾਂ ਹਨ, ਜੋ ਸਭ ਤੋਂ ਜ਼ਿਆਦਾ ਨੈਗੇਟਿਵ ਜਾਂ ਬੁਰੇ ਵਿਚਾਰਾਂ ਵਾਲੇ ਭੂਤ ਹਨ। ਉਹਨਾਂ ਦੀ ਆਤਮਾਵਾਂ ਨੂੰ ਵੀ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਮਿਲਣਗੇ, ਕਿਉਂਕਿ ਧਰਤੀ ਦੇ 200 ਕਿਲੋਮੀਟਰ ਤੱਕ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਜਾਂ ਸੰਕਲਪ ਫੈਲਣਗੇ ਅਤੇ ਇਸ ਤਰ੍ਹਾਂ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਫੈਲਦੇ ਵਾਯੂ ਤੱਤ ਦੇ ਅੰਦਰ ਪੂਰੀ ਤਰ੍ਹਾਂ ਨਾਲ ਵਾਯੂ ਤੱਤ ਦੇ ਹਰੇਕ ਕਣ ਦੇ ਅੰਦਰ ਪਰਮ ਸ਼ਾਂਤੀ ਫੈਲ ਜਾਏਗੀ ਅਤੇ ਪੂਰਾ ਵਾਯੂਮੰਡਲ ਪਰਮ ਸ਼ਾਂਤੀ ਨਾਲ ਭਰ ਜਾਏਗਾ। ਆਨੰਦ। ਪਰ ਬਾਪੂ ਜੀ, ਜੋ ਆਤਮਾਵਾਂ ਇਸ ਪ੍ਰਿਥਵੀ ਨੂੰ ਕ੍ਰਾਸ ਜਾਂ ਪਾਰ ਕਰਕੇ ਦੂਸਰੇ ਗ੍ਰਹਾਂ ਤੇ ਰਹਿੰਦੀਆਂ ਹਨ ਜਾਂ ਚਲੇ ਗਈਆਂ ਹਨ, ਜਿਸ ਤਰ੍ਹਾਂ ਕਿ ਸਾਡੇ ਸ਼ਾਸਤਰਾਂ ਤੇ ਵੀ ਲਿਖਿਆ ਹੈ ਕਿ ਚੰਦਰ ਗ੍ਰਹਿ ਤੇ ਵੀ ਸਾਡੇ ਪੂਰਵਜ ਜਾਂ ਵੱਡੇ ਰਹਿੰਦੇ ਹਨ, ਕਈ ਲੋਕਾਂ ਦੀ ਕਿਤਾਬਾਂ ਤੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਹਨ। ਅਸੀਂ ਪੜ੍ਹਿਆ ਹੈ ਕਿ ਸਾਡੀ ਆਤਮਾ ਮਰਨ ਤੋਂ ਬਾਅਦ ਗੁਰੂ ਗ੍ਰਹਿ ਤੱਕ, ਮੰਗਲ ਗ੍ਰਹਿ ਤੱਕ ਵੀ ਜਾਂਦੀ ਹੈ ਤੇ ਇਹਨਾਂ ਸਾਰਿਆਂ ਗ੍ਰਹਾਂ ਦਾ ਪਲੈਨਟਸ ਤੇ ਮਤਲਬ ਐਸੇ ਪੂਰੇ ਸੋਲਰ ਸਿਸਟਮ ਯਾਨੀ ਬ੍ਰਹਮੰਡ ਤੇ ਕਿਤੇ ਵੀ ਜੋ ਆਤਮਾਵਾਂ ਬੈਠੀਆਂ ਹਨ ਤੇ ਉਹਨਾਂ ਸਾਰੀਆਂ ਤੱਕ ਪਰਮ ਸ਼ਾਂਤੀ ਕਿਸ ਤਰ੍ਹਾਂ ਪਹੁੰਚੇਗੀ? ਬਾਪੂ ਜੀ, ਪਰ ਇਸ ਤਰ੍ਹਾਂ ਹੈ ਕਿ ਅੱਗੇ ਜਾ ਕੇ ਜਦੋਂ 108 ਆਤਮਾਵਾਂ ਜ਼ਿਆਦਾ ਪਾਵਰ ਵਧਾਉਣਗੀਆਂ ਨਾ, ਤੇ ਇਹਨਾਂ 108 ਬੀਜ ਰੂਪ ਆਤਮਾਵਾਂ ਦੀ ਸਹਿਯੋਗੀ ਜਾਂ ਸਾਥੀ 1008 ਆਤਮਾਵਾਂ ਆਉਣਗੀਆਂ ਤੇ ਇਸ ਤਰ੍ਹਾਂ 1008 ਜ਼ਿਆਦਾ ਆਤਮਾਵਾਂ ਦੇ ਆ ਜਾਣ ਕਰਕੇ ਪਾਵਰ ਹੋਰ ਜ਼ਿਆਦਾ ਵੱਧ ਜਾਏਗੀ ਤੇ ਫਿਰ ਧਰਤੀ ਤੇ 200 ਕਿਲੋਮੀਟਰ ਤੋਂ ਉੱਪਰ 1000 ਕਿਲੋਮੀਟਰ ਤੱਕ ਦੇ ਵਾਯੂਮੰਡਲ ਨੂੰ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਨਾਲ ਬਦਲਣਗੀਆਂ। ਫਿਰ 1008 ਦੀ ਸਾਥੀ ਆਤਮਾਵਾਂ 16000 ਆਉਣਗੀਆਂ। ਇਹਨਾਂ ਸਾਰੀਆਂ ਆਤਮਾਵਾਂ ਦੇ ਆ ਜਾਣ ਨਾਲ ਪਾਵਰ ਹੋਰ ਵਧੇਗੀ ਤੇ ਫਿਰ ਸਾਡੇ ਧਰਤੀ ਦੇ ਸੂਰਜ ਦੀ ਗ੍ਰੈਵਿਟੀ ਯਾਨੀ ਗੁਰਤਵਾਕਰਸ਼ਣ ਸ਼ਕਤੀ ਜਿੱਥੋਂ ਤੱਕ ਜਾਂਦੀ ਹੈ ਨਾ, ਉੱਥੋਂ ਤੱਕ ਪੂਰਾ ਸੂਖਮ ਜਗਤ ਜਾਂ ਸਬਟਲ ਵਰਲਡ ਹੈ। ਉੱਥੇ ਵੀ ਸਬਟਲ ਵਰਲਡ ਤੇ 3 ਤੱਤਾਂ ਵਾਲੀਆਂ ਆਤਮਾਵਾਂ ਬੈਠੀਆਂ ਹਨ, ਯਾਨੀ ਉੱਥੇ ਵੀ ਵਾਯੂ ਤੱਤ ਹੈ ਤੇ ਉੱਥੋਂ ਤੱਕ ਵੀ ਵਾਯੂ ਤੱਤ ਚੇਂਜ ਜਾਂ ਬਦਲ ਜਾਏਗਾ, ਪਰਮ ਸ਼ਾਂਤੀ ਜਾਂ ਵਾਯੂ ਤੱਤ ਬਣ ਜਾਏਗਾ। ਆਨੰਦ। ਤੇ ਬਾਪੂ ਜੀ, ਇਹ ਜੋ ਕੰਮ ਯਾਨੀ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਦਾ ਪਰਮ ਧਾਮ ਤੋਂ ਪਾਵਰ ਉਤਾਰਨ ਦਾ ਅਤੇ ਵਾਯੂਮੰਡਲ ਨੂੰ ਪਰਮ ਸ਼ਾਂਤੀ ਦਾ ਪਰਮ ਵਾਯੂ ਦਾ ਬਣਾਉਣ ਦਾ ਕੰਮ ਜੋ ਆਪ ਜੀ ਨੇ 108 ਬੀਜ ਰੂਪ ਆਤਮਾਵਾਂ ਲਈ ਦੱਸਿਆ ਹੈ, ਪਰ ਇਹ ਕੰਮ ਤੇ ਪਰਮਾਤਮਾ ਨੂੰ ਯਾਨੀ ਫਾਈਨਲ ਅਥਾਰਟੀ ਮਤਲਬ ਸਰਵ ਸ਼ਕਤੀਮਾਨ ਪਰਮ ਪਿਤਾ ਨੂੰ ਕਰ ਲੈਣਾ ਚਾਹੀਦਾ। ਮਤਲਬ ਪ੍ਰਿਥਵੀ ਦੇ ਵਾਯੂਮੰਡਲ ਤੇ ਜਦੋਂ ਇੰਨੀ ਜ਼ਿਆਦਾ ਨੈਗੇਟਿਵਿਟੀ ਫੈਲ ਗਈ ਹੈ ਤੇ ਫਾਈਨਲ ਅਥਾਰਟੀ ਨੂੰ ਵਾਤਾਵਰਣ ਨੂੰ ਬਦਲ ਕੇ ਪਰਮ ਵਾਯੂ ਤੱਤ ਆਪੇ ਹੀ ਪਾ ਦੇਣਾ ਚਾਹੀਦਾ। ਬਾਪੂ ਜੀ, ਫਾਈਨਲ ਅਥਾਰਟੀ ਆਪ ਰਚਨਾ ਜਾਂ ਸਰਜਣਾ ਨਹੀਂ ਕਰਦਾ, ਕਿਸੇ ਤੋਂ ਕਰਵਾਉਂਦਾ ਹੈ। ਆਨੰਦ। ਇਸ ਦਾ ਕੀ ਕਾਰਨ ਹੈ ਕਿ ਉਹ ਵੀ ਕਰਮ ਬੰਨਣ ਜਾਂ ਕਰਮਾਂ ਦੇ ਹਿਸਾਬ ਕਿਤਾਬ ਤੇ ਆ ਜਾਂਦਾ ਹੈ? ਬਾਪੂ ਜੀ, ਇਸ ਤਰ੍ਹਾਂ ਹੈ ਕਿ ਜਦੋਂ ਫਾਈਨਲ ਅਥਾਰਟੀ ਨੇ ਬੇਹੱਦ ਦੇ ਸੰਸਾਰ ਨੂੰ ਸਿਰਜਿਆ ਤੇ ਉਸ ਨੇ ਆਪ ਬੇਹੱਦ ਦੇ ਸੰਸਾਰ ਦੀ ਸਿਰਜਣਾ ਨਹੀਂ ਕੀਤੀ, ਉਸਨੇ ਕਿਸੇ ਨੂੰ ਪੈਦਾ ਕੀਤਾ ਤੇ ਫਿਰ ਉਸ ਦੇ ਰਾਹੀਂ ਬੇਹੱਦ ਦੇ ਸੰਸਾਰ ਨੂੰ ਰਚਾਇਆ ਜਾਂ ਸਿਰਜਣ ਕਰਵਾਇਆ। ਅਨੰਤ। ਹਾਂਜੀ ਬਾਪੂ ਜੀ, ਆਪ ਜੀ ਨੇ ਹਿਸਟਰੀ ਆਫ ਯੂਨੀਵਰਸ ਜੋ ਆਪ ਜੀ ਦਾ ਵੀਡੀਓ ਹੈ ਉਸ 'ਚ ਕਲੀਅਰ ਯਾਨੀ ਸਪਸ਼ਟ ਰੂਪ ਤੇ ਦੱਸਿਆ ਹੈ
कि शिव किस तरह पैदा होए, परम शिव, महाशिव ਅਤੇ ਇਹ ਪੂਰੀ ਕੈਟਾਗਰੀ यानी सब तरह ਦੇ शिव ਅਤੇ ਉਹਨਾਂ ਦੇ ਬ੍ਰਹਮੰਡਾਂ ਦੇ ਬਾਰੇ ਤੇ ਅਤੇ ਉੱਪਰੋਂ ਦੀ ਨੀਚੇ ਆਉਣ ਦਾ, ਪ੍ਰithvi ਤੱਕ ਆਉਣ ਦਾ ਆਪ ਜੀ ਨੇ ਸਾਰਾ ਗਿਆਨ ਦੱਸਿਆ ਸੀ। ਪਰ ਹੁਣ ਅਸੀਂ ਨਵੀਂ ਦੁਨੀਆ ਦੀ ਗੱਲ ਕਰੀਏ ਕਿ ਹੁਣ ਅਸੀਂ ਇਸ ਧਰਤੀ ਲੋਕ ਤੋਂ ਅਮਰ ਲੋਕ ਤੇ ਕਿਸ ਤਰ੍ਹਾਂ ਜਾਵਾਂਗੇ, ਕਦੋਂ ਜਾਵਾਂਗੇ ਅਤੇ ਉਹ ਅਮਰ ਲੋਕ ਦੀ ਦੁਨੀਆ ਕਿੱਥੇ ਹੈ। ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਤੇ ਆਪ ਜੀ ਥੋੜਾ ਦੱਸੋ। ਬਾਪੂ ਜੀ ਵੇਖੋ, ਆਲਮਾਈਟੀ ਅਥਾਰਟੀ ਕੌਣ ਹੈ? ਇਸ ਗੱਲ ਦਾ ਮੈਂ ਤੁਹਾਨੂੰ ਇੱਕ ਹਿੰਟ ਯਾਨੀ ਇਸ਼ਾਰਾ ਦਿੰਦਾ ਹਾਂ ਕਿ ਆਲਮਾਈਟੀ ਅਥਾਰਟੀ ਮਤਲਬ ਬੇਹੱਦ ਦੇ ਸੰਸਾਰ ਜਾਂ ਵਿਸ਼ਵ ਦਾ ਮਾਲਿਕ। ਤੇ ਇਹ ਜੋ ਬੇਹੱਦ ਸ਼ਬਦ ਹੈ ਉਸ ਦਾ ਮਤਲਬ ਬੇਅੰਤ ਦੇ ਸੰਸਾਰ ਦਾ ਮਾਲਿਕ। ਬੇਹੱਦ ਦੇ ਸੰਸਾਰ ਤੇ ਮਲਟੀਪਲ ਯਾਨੀ ਅਣਗਿਣਤ ਅਸੰਖ ਯੂਨੀਵਰਸ ਹਨ। ਉਹਨਾਂ ਦਾ ਮਾਲਿਕ ਮਤਲਬ ਉਹ ਕਿੰਨਾ ਉੱਚੇ ਤੋਂ ਉੱਚਾ ਸਰਵ ਸ਼ਕਤੀਮਾਨ ਪਰਮ ਪਿਤਾ ਹੈ ਅਤੇ ਉਸ ਤੋਂ ਉੱਪਰ ਹੋਰ ਕੋਈ ਵੀ ਨਹੀਂ ਹੈ। ਤੇ ਉਹ ਬੇਹੱਦ ਦੇ ਵਿਸ਼ਵ ਦਾ ਮਾਲਿਕ ਸਿਰਫ ਸਾਡੇ ਇੱਕ ਹੀ ਮਲਟੀਵਰਸ ਤੇ ਹੋਈ ਗੜਬੜ ਨੂੰ ਖੁਦ ਠੀਕ ਕਰਨ ਲਈ ਆਇਆ ਹੈ ਤੇ ਨਾ ਸਿਰਫ ਮਲਟੀਵਰਸ ਠੀਕ ਕਰਨ ਲਈ ਬਲਕਿ ਉਸ ਨੂੰ ਬਦਲ ਕੇ ਜਾਂ ਚੇਂਜ ਕਰਕੇ ਹਮੇਸ਼ਾ ਲਈ ਅਮਰ ਲੋਕ ਬਣਾਉਣਾ ਚਾਹੁੰਦਾ ਹੈ। ਤੇ ਪਹਿਲਾ ਬਦਲਾਵ ਦੀ ਸ਼ੁਰੂਆਤ ਉਹ ਸਾਡੀ ਇਸ ਧਰਤੀ ਤੋਂ ਕਰੇਗਾ। ਇਸ ਧਰਤੀ ਤੋਂ ਸ਼ੁਰੂਆਤ ਇਸ ਲਈ ਕਿਉਂਕਿ ਕਈ ਸਾਲ ਪਹਿਲਾਂ ਉਸ ਨੇ 108 ਬੀਜ ਰੂਪ ਆਤਮਾਵਾਂ ਯਾਨੀ ਬੇਹੱਦ ਦੇ ਵਿਸ਼ਵ ਦੀਆਂ ਬੀਜ ਰੂਪ ਆਤਮਾਵਾਂ ਨੂੰ ਇੱਥੇ ਇਸ ਧਰਤੀ ਤੇ ਭੇਜਿਆ ਸੀ ਵਿਸ਼ਵ ਦਾ ਬਦਲਾਵ ਕਰਨ ਲਈ। ਪਰ ਉਹ ਬੇਹੱਦ ਦੀ ਬੀਜ ਰੂਪ ਆਤਮਾਵਾਂ ਇੱਥੇ ਧਰਤੀ ਤੇ ਵਿਸ਼ਵ ਦਾ ਬਦਲਾਵ ਨਹੀਂ ਕਰ ਸਕੀਆਂ ਅਤੇ ਉਹ ਆਤਮਾਵਾਂ ਵੀ ਮਨੁੱਖ ਆਤਮਾਵਾਂ ਬਣ ਗਈਆਂ। ਮਨੁੱਖਾਂ ਦੀ ਤਰ੍ਹਾਂ ਹੀ ਦੁਖੀ ਹੋ ਗਈਆਂ ਅਤੇ ਦੁੱਖ ਨਾਲ ਰੋਣ ਅਤੇ ਚੀਕਣ ਲੱਗ ਪਈਆਂ। ਉਦੋਂ ਫਿਰ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਨੇ ਆਪ ਆ ਕੇ ਪਰਿਵਰਤਨ ਜਾਂ ਬਦਲਾਵ ਦਾ ਕੰਮ ਕਰਵਾਉਣ ਦੀ ਸੋਚੀ ਅਤੇ ਇਸ ਕਰਕੇ ਉਹ ਇਸ ਧਰਤੀ ਤੇ ਆਇਆ। ਇਸ ਲਈ ਵੀ ਕਿਹਾ ਹੈ ਨਾ ਕਿ ਕਿਆਮਤ ਦੇ ਦਿਨ ਯਾਨੀ ਦੁਨੀਆ ਦੇ ਅੰਤ ਦੇ ਆਖਰੀ ਦਿਨ ਤੇ ਖੁਦਾ ਤਾਲਾ ਜਾਂ ਪਰਮਾਤਮਾ ਨੂਰ ਯਾਨੀ ਪ੍ਰਕਾਸ਼ ਦੇ ਰੂਪ ਤੇ ਧਰਤੀ ਤੇ ਆਏਗਾ ਅਤੇ ਕਬਰ ਤੋਂ ਚੁੱਕ ਕੇ ਲੈ ਜਾਏਗਾ। ਪਰਮ ਪਿਤਾ ਪਰਮਾਤਮਾ ਆਪ ਆਏਗਾ। ਪਰ ਉਹ 108 ਬੀਜ ਰੂਪ ਆਤਮਾਵਾਂ ਦੇ ਰਾਹੀਂ ਬੇਹੱਦ ਦੇ ਪਰਮ ਧਾਮ ਤੋਂ ਪਾਵਰ ਉਤਾਰੇਗਾ ਤੇ ਬਦਲਾਵ ਲਈ ਸਭ ਤੋਂ ਪਹਿਲਾਂ ਪਾਵਰ ਚਾਹੀਦੀ, ਪਰਮ ਪ੍ਰਕਾਸ਼ ਚਾਹੀਦਾ ਤੇ ਉੱਚੇ ਤੋਂ ਉੱਚੇ ਪਰਮ ਧਾਮ ਤੋਂ ਪਾਵਰ ਚਾਹੀਦੀ। ਉੱਚੇ ਤੋਂ ਉੱਚੇ ਪਰਮ ਧਾਮ ਤੇ ਪਰਮ ਪ੍ਰਕਾਸ਼ ਹੈ ਤੇ ਉਹ ਉੱਚੇ ਤੋਂ ਉੱਚੇ ਪਰਮ ਧਾਮ ਤੋਂ ਪਰਮ ਪ੍ਰਕਾਸ਼ 108 ਦੇ ਰਾਹੀਂ ਨੀਚੇ ਉਤਾਰੇਗਾ। ਅਨੰਤ ਬਾਪੂ ਜੀ ਕੀ ਹੁਣ ਉਹ ਸਤਜੁਗ ਨਹੀਂ ਸ਼ੁਰੂ ਹੋਏਗਾ? ਬਾਪੂ ਜੀ ਹੁਣ ਜਦੋਂ 108 ਬੀਜ ਰੂਪ ਆਤਮਾਵਾਂ ਮਿਲਣਗੀਆਂ ਤੇ ਫਿਰ ਬਦਲਾਵ ਦਾ ਕੰਮ ਸ਼ੁਰੂ ਹੋਏਗਾ। ਇਸ ਲਈ ਹੁਣ 108 ਆਤਮਾਵਾਂ ਨੂੰ ਆਲਮਾਈਟੀ ਅਥਾਰਟੀ ਲੱਭ ਰਿਹਾ ਹੈ। 108 ਆਤਮਾਵਾਂ ਨੂੰ ਆਲਮਾਈਟੀ ਕਦੋਂ ਦਾ ਲੱਭ ਰਿਹਾ ਹੈ? ਹੁਣ ਇਸ ਲਈ ਤੇ ਅਸੀਂ ਗਿਆਨ ਦੇ ਵੀਡੀਓਜ਼ YouTube ਤੇ ਪਾ ਰਹੇ ਹਾਂ ਕਿ ਜੋ 108 ਵਾਲੀ ਆਤਮਾ ਹੋਏਗੀ ਉਸ ਦੇ ਕੋਲ ਬੇਹੱਦ ਦੇ ਵਿਸ਼ਵ ਦੀ ਸਾਰੀ ਰਿਕਾਰਡਿੰਗ ਹੋਏਗੀ। ਹੁਣ ਜੋ ਅਸੀਂ ਬੇਹੱਦ ਦੇ ਵਿਸ਼ਵ ਦੇ ਗਿਆਨ ਦੀ ਵੀਡੀਓਜ਼ ਪਾਵਾਂਗੇ ਤੇ ਸਾਰੇ ਇਹਨਾਂ ਵੀਡੀਓਜ਼ ਨੂੰ ਸੁਣ ਕੇ ਅਤੇ ਜੋ ਬੇਹੱਦ ਦੇ ਵਿਸ਼ਵ ਦੀ ਬੀਜ ਰੂਪ ਆਤਮਾਵਾਂ ਹੋਣਗੀਆਂ ਉਹ ਵੀਡੀਓਜ਼ ਸੁਣ ਕੇ ਬੇਹੱਦ ਦੇ ਵਿਸ਼ਵ ਦਾ ਸਾਰਾ ਡਰਾਮਾ ਜਾਂ ਖੇਡ ਸਮਝਣਗੀਆਂ। 250 ਵੀਡੀਓਜ਼ ਵੇਖਣਗੇ, ਇੱਕ ਵਾਰ ਨਹੀਂ 100 ਵਾਰ ਵੇਖਣਗੀਆਂ ਅਤੇ ਵੇਖ ਕੇ ਸੋਚਣਗੀਆਂ, ਫਿਰ ਸਮਝਣਗੀਆਂ, ਗਿਆਨ ਦੇ ਵਿਚਾਰਾਂ ਦੇ ਸਮੁੰਦਰ ਤੇ ਡੁੱਬਣਗੀਆਂ। ਗਿਆਨ ਦੇ ਵਿਚਾਰਾਂ ਦੀ ਸੋਚ ਵਿਚਾਰ ਕਰਨ ਕਰਕੇ ਉਸ ਦੇ ਕੋਲ ਸਮੁੰਦਰ ਜਿੰਨਾ ਗਿਆਨ ਆਏਗਾ। ਗਿਆਨ ਦੀ ਗੰਗਾ ਯਾਨੀ ਗਿਆਨ ਦੀ ਨਦੀ ਨਹੀਂ ਬਲਕਿ ਸਮੁੰਦਰ ਜਿੰਨਾ ਅਥਾਹ ਗਿਆਨ ਆਏਗਾ। ਉਹ ਗਿਆਨ ਸਾਗਰ ਤੇ ਡੁੱਬਣਗੀਆਂ। ਜਦੋਂ 250 ਵੀਡੀਓਜ਼ ਵੇਖਣਗੀਆਂ ਨਾ ਤੇ ਉਸ ਦਾ ਗਿਆਨ ਸਮੁੰਦਰ ਜਿੰਨਾ ਹੋ ਜਾਏਗਾ। ਕਦੀ ਵੀ ਨਾ ਵੇਖਿਆ ਅਤੇ ਨਾ ਸੋਚਿਆ ਹੋਏਗਾ ਐਸਾ ਪਰਮ ਗਿਆਨ ਮਿਲੇਗਾ। ਪਰਮ ਗਿਆਨ ਨਾ ਲਿਖਿਆ ਗਿਆ ਕਿਤਾਬਾਂ ਤੇ। ਅੱਗੇ ਬਾਪੂ ਜੀ ਕਹਿੰਦੇ ਹਨ ਕਿ ਮੈਂ ਜੋ ਗਿਆਨ ਦੇ ਰਿਹਾ ਹਾਂ ਉਹ ਕਿਤੇ ਵੀ ਨਹੀਂ ਲਿਖਿਆ ਹੈ ਤੇ ਉਹ ਆਤਮਾਵਾਂ ਇਸ ਪਰਮ ਗਿਆਨ ਨੂੰ ਲੱਭ ਰਹੀਆਂ ਹੋਣਗੀਆਂ
ਤੇ ਲੱਭਦੇ ਲੱਭਦੇ ਉਹ ਗਿਆਨ ਦੇ ਰਾਹੀਂ ਬੇਹੱਦ ਦੇ ਵਿਸ਼ਵ ਦੇ ਮਾਲਿਕ ਕੋਲ ਪਹੁੰਚਣਗੀਆਂ ਤੇ ਉਹਨਾਂ ਆਤਮਾਵਾਂ ਨੂੰ ਸਿਰਫ ਬੇਹੱਦ ਦੇ ਵਿਸ਼ਵ ਦਾ ਮਾਲਕ ਹੀ ਬੇਹੱਦ ਦੇ ਵਿਸ਼ਵ ਦਾ ਆਦ, ਮੱਧ ਅਤੇ ਅੰਤ ਦਾ ਰਾਜ਼ ਜਾਣਦਾ ਹੈ। ਉਹੀ ਉਹਨਾਂ ਆਤਮਾਵਾਂ ਨੂੰ ਇਹ ਰਾਜ਼ ਸਮਝਾਏਗਾ। ਅਨੰਤ ਬਾਪੂ ਜੀ, ਆਪ ਜੀ ਜੋ ਕਹਿ ਰਹੇ ਹੋ ਉਹ ਇੱਕਦਮ ਪਰਮ ਸੱਚ ਹੈ। ਪਰ ਬਾਪੂ ਜੀ, ਹੁਣ ਅਸੀਂ ਜੋ ਬੇਹੱਦ ਦਾ ਸੰਸਾਰ ਨਵਾਂ ਬਣ ਰਿਹਾ ਹੈ, ਉਸ ਨਵੀਂ ਦੁਨੀਆ ਦੇ ਬਾਰੇ ਤੇ ਆਪ ਜੀ ਦੱਸਣ ਵਾਲੇ ਹੋ ਤੇ ਉਸ ਨਵੀਂ ਦੁਨੀਆ ਦੇ ਬਾਰੇ ਤੇ ਆਪ ਜੀ ਜਰਾ ਡਿਟੇਲ ਯਾਨੀ ਵੇਰਵੇ ਨਾਲ ਦੱਸੋ। ਬਾਪੂ ਜੀ, ਹਾਂ, ਤੇ ਜਦੋਂ ਪਾਵਰ ਆਏਗਾ ਤੇ ਪਹਿਲਾਂ ਧਰਤੀ ਦੇ ਉੱਪਰ 200 ਕਿਲੋਮੀਟਰ ਤੱਕ ਬਦਲਾਵ ਹੋਏਗਾ ਨਾ। ਪਹਿਲਾਂ ਤੇ 200 ਕਿਲੋਮੀਟਰ ਤੱਕ ਦਾ ਜੋ ਵਾਯੂ ਤੱਤ ਹੈ ਉਸ ਦਾ ਪਰਿਵਰਤਨ ਜਾਂ ਬਦਲਾਵ ਹੋਏਗਾ। ਸ਼ੁਰੂ ਤੇ ਹੌਲੀ ਹੌਲੀ ਬਦਲੇਗਾ ਨਾ। ਬਾਪੂ ਜੀ ਕਹਿੰਦੇ ਹਨ ਕਿ ਮੈਂ ਸਿਰਫ ਇੱਕ ਬ੍ਰਹਮੰਡ ਦੇ ਬਦਲਾਵ ਦੀ ਗੱਲ ਨਹੀਂ ਕਰ ਰਿਹਾ, ਮੈਂ ਤੇ ਇਹ ਗੈਲੈਕਸੀ ਯੂਨੀਵਰਸਿਸ ਦੇ ਬਦਲਣ ਦੀ ਵੀ ਗੱਲ ਕਰ ਰਿਹਾ ਹਾਂ। ਹੌਲੀ ਹੌਲੀ ਸਭ ਕੁਝ ਬਦਲ ਜਾਏਗਾ। ਆਨੰਦ ਬਾਪੂ ਜੀ, ਜਿਸ ਤਰ੍ਹਾਂ ਕਿ ਆਪ ਜੀ ਦਾ ਜੋ ਇੱਕ ਵੀਡੀਓ ਪਹਿਲੇ ਬਣਾਇਆ ਸੀ ਫਿਊਚਰ ਆਫ ਨੈਕਸਟ ਵਰਲਡ, ਉਸ ਤੇ ਆਪ ਜੀ ਨੇ ਭਵਿੱਖ ਦੇ ਅਗਲੇ ਸੰਸਾਰ ਦੇ ਬਾਰੇ ਤੇ ਦੱਸਿਆ ਸੀ ਤੇ ਇਹ ਕਿ ਜੋ ਧਰਤੀ ਦਾ ਵਕਤ ਹੁਣ ਚੱਲ ਰਿਹਾ ਹੈ, ਜਿਸ ਤਰ੍ਹਾਂ ਕਿ ਹੁਣ 2016 ਚੱਲ ਰਿਹਾ ਹੈ, ਤੇ ਕੀ ਇਹ ਸਾਰਾ ਪ੍ਰੋਸੈਸ ਯਾਨੀ ਪ੍ਰਕਿਰਿਆ 2050 ਤੱਕ ਚੱਲੇਗੀ ਜਾਂ ਉਸ ਤੋਂ ਘੱਟ ਜਾਂ ਹੋਰ ਅੱਗੇ ਦੇ ਸਾਲਾਂ ਤੱਕ ਚੱਲੇਗੀ। ਬਾਪੂ ਜੀ, ਇਹ ਤੇ ਬੇਹੱਦ ਦੇ ਵਿਸ਼ਵ ਦੇ ਬੀਜ ਰੂਪ ਆਤਮਾਵਾਂ ਦੇ ਆਉਣ ਦੇ ਆਧਾਰ ਤੇ ਹੈ। ਵਕਤ ਦਾ ਕੋਈ ਹਿਸਾਬ ਨਹੀਂ ਹੈ। ਮਤਲਬ ਜਿੰਨੀ ਜਲਦੀ ਬੇਹੱਦ ਦੇ ਸੰਸਾਰ ਦੀ ਬੀਜ ਰੂਪ ਆਤਮਾਵਾਂ ਜੋ ਕਿ 108 ਹਨ ਮਿਲ ਜਾਣਗੀਆਂ, ਉਨੀ ਜਲਦੀ ਇਹ ਬਦਲਾਵ ਦਾ ਕੰਮ ਸ਼ੁਰੂ ਹੋ ਜਾਏਗਾ। ਹੁਣ ਇਸ ਵਕਤ ਵਿਸ਼ਵ ਦੀ ਆਬਾਦੀ 700 ਕਰੋੜ ਹੈ। 700 ਕਰੋੜ ਵਿੱਚੋਂ ਆਲਮਾਈਟੀ ਅਥਾਰਟੀ ਨੂੰ ਚਾਹੀਦੀਆਂ ਸਿਰਫ 108 ਬੇਹੱਦ ਦੇ ਸੰਸਾਰ ਦੀਆਂ ਬੀਜ ਰੂਪ ਆਤਮਾਵਾਂ। ਹੁਣ ਕੁਝ ਆਤਮਾਵਾਂ ਆ ਗਈਆਂ ਹਨ ਅਤੇ ਕੁਝ ਬਾਕੀ ਰਹਿ ਗਈਆਂ ਹਨ। ਜੋ ਬਾਕੀ ਹਨ ਉਹਨਾਂ ਲਈ ਹੀ ਇਹ ਗਿਆਨ ਦੇ ਵੀਡੀਓਜ਼ ਬਣਾ ਕੇ YouTube ਦੇ ਰਾਹੀਂ ਦੁਨੀਆ ਤੇ ਭੇਜ ਰਹੇ ਹਾਂ। ਤੇ ਬੇਹੱਦ ਦੇ ਵਿਸ਼ਵ ਦੀਆਂ ਬੀਜ ਰੂਪ ਆਤਮਾਵਾਂ ਇਹ ਬੇਹੱਦ ਦਾ ਗਿਆਨ ਸੁਣ ਕੇ ਸਮਝ ਕੇ ਬੇਹੱਦ ਦੇ ਵਿਸ਼ਵ ਦਾ ਡਰਾਮਾ ਯਾਨੀ ਬੇਹੱਦ ਦਾ ਵਿਸ਼ਵ ਕੈਸਾ ਹੈ, ਇਸ ਗਿਆਨ ਦਾ ਸਾਰਾ ਰਾਜ ਸਮਝ ਕੇ ਆਉਣਗੀਆਂ। ਜਦੋਂ ਉਹ 108 ਆਤਮਾਵਾਂ ਆਉਣਗੀਆਂ ਤੇ ਇੱਕ ਗੁਪਤ ਸਥਾਨ ਤੇ ਬੈਠ ਕੇ ਗੁਪਤ ਵੇਸ਼ ਜਾਂ ਰੂਪ ਤੇ ਕੰਮ ਕਰਨਗੇ ਅਤੇ ਉਹ ਬੇਹੱਦ ਦੇ ਪਰਮ ਧਾਮ ਤੋਂ ਪਾਵਰ ਉਤਾਰਨਗੇ। ਤੇ ਜਦੋਂ ਤੱਕ ਇਹ 108 ਨਾ ਮਿਲਣ ਉਨੀ ਦੇਰ ਵਿਸ਼ਵ ਪਰਿਵਰਤਨ ਦਾ ਕੰਮ ਸ਼ੁਰੂ ਨਹੀਂ ਹੋ ਸਕਦਾ, ਕਿਉਂਕਿ ਪਾਵਰ ਉਤਾਰਨ ਦਾ ਅਤੇ ਵਿਸ਼ਵ ਬਦਲਾਵ ਦਾ ਕੰਮ ਇਹਨਾਂ ਦੇ ਰਾਹੀਂ ਹੀ ਹੋਣਾ ਹੈ। 108 ਬੀਜ ਰੂਪ ਆਤਮਾਵਾਂ ਦੀ ਨਿਸ਼ਾਨੀ ਕੀ ਹੈ ਕਿ ਉਹ ਬੇਹੱਦ ਦੇ ਵਿਸ਼ਵ ਦੇ ਬੀਜ ਰੂਪ ਆਤਮਾਵਾਂ ਹਨ ਤੇ ਉਹਨਾਂ ਦੀ ਨਿਸ਼ਾਨੀ ਜਾਂ ਪਛਾਣ ਇਹ ਹੈ ਕਿ ਜਿਸ ਤਰ੍ਹਾਂ ਹੀ ਉਹ ਸਾਡੇ ਵੀਡੀਓਜ਼ ਵੇਖਣਗੇ ਤੇ ਉਹਨਾਂ ਨੂੰ ਉਸੇ ਵੇਲੇ ਸਟ੍ਰਾਈਕ ਯਾਨੀ ਮਹਿਸੂਸ ਹੋਏਗਾ ਕਿ ਅਰੇ ਇਹ ਗਿਆਨ ਤੇ ਮੈਂ ਲੱਭ ਰਿਹਾ ਸੀ, ਕਿਉਂਕਿ ਬੇਹੱਦ ਦੇ ਵਿਸ਼ਵ ਦਾ ਜੋ ਡਰਾਮਾ ਹੈ ਉਸ ਦੀ ਰਿਕਾਰਡਿੰਗ ਉਹਨਾਂ ਆਤਮਾਵਾਂ ਦੇ ਅੰਦਰ ਪਈ ਹੈ। ਬੇਹੱਦ ਦੇ ਵਿਸ਼ਵ ਦੀ ਉਹਨਾਂ ਦੇ ਅੰਦਰ ਪੂਰੀ ਰਿਕਾਰਡਿੰਗ ਪਈ ਹੈ ਅਤੇ ਇਹ ਰਿਕਾਰਡਿੰਗ ਸਿਰਫ ਬੇਹੱਦ ਦੀ ਬੀਜ ਰੂਪ ਆਤਮਾਵਾਂ ਦੇ ਅੰਦਰ ਹੀ ਹੈ। ਬਾਕੀ ਆਮ ਜਾਂ ਸਾਧਾਰਨ ਆਤਮਾਵਾਂ ਦੇ ਅੰਦਰ ਬੇਹੱਦ ਦੇ ਵਿਸ਼ਵ ਦੀ ਰਿਕਾਰਡਿੰਗ ਨਹੀਂ ਹੈ। ਅਨੰਤ ਆਮ ਆਤਮਾਵਾਂ ਤੇ ਇਹ ਰਿਕਾਰਡਿੰਗ ਨਹੀਂ। ਆਪ ਜੀ ਦੀ ਗੱਲ ਬਿਲਕੁਲ ਸੱਚ ਹੈ, ਉਹਨਾਂ ਦੇ ਅੰਦਰ ਇਹ ਰਿਕਾਰਡਿੰਗ ਨਹੀਂ ਹੈ। ਬਾਪੂ ਜੀ, ਹਰ ਆਤਮਾ ਤੇ ਉਥੋਂ ਤੱਕ ਦੀ ਹੀ ਰਿਕਾਰਡਿੰਗ ਪਈ ਹੁੰਦੀ ਹੈ ਜਿੱਥੋਂ ਦੀ ਉਹ ਆਈ ਹੈ ਜਾਂ ਜੋ ਉਸ ਆਤਮਾ ਦਾ ਸਿਰਜਣਹਾਰ ਜਾਂ ਰਚਨਾਕਾਰ ਜਿੱਥੇ ਦਾ ਹੈ। ਜਿਸ ਤਰ੍ਹਾਂ ਕੋਈ ਗੈਲੈਕਸੀ ਦੀ ਹੈ, ਯਾਨੀ ਜਿਸ ਤਰ੍ਹਾਂ ਕੋਈ ਮਹਾਸ਼ਿਵ ਹੈ ਤੇ ਉਸ ਦੇ ਅੰਦਰ ਗੈਲੈਕਸੀ ਦੀ ਰਿਕਾਰਡਿੰਗ ਪਈ ਹੈ, ਕੋਈ ਪਰਮ ਮਹਾਸ਼ਿਵ ਹੈ ਤੇ ਉਸ ਦੇ ਅੰਦਰ ਯੂਨੀਵਰਸ ਦੀ ਰਿਕਾਰਡਿੰਗ ਪਈ ਹੈ। ਅਨੰਤ ਮਤਲਬ ਜਿਸ ਤਰ੍ਹਾਂ ਕਿ ਕਿਸੇ ਆਤਮਾ ਦਾ ਰਚਨਾਕਾਰ ਮਹਾਸ਼ਿਵ ਹੈ ਤੇ ਉਸ ਦੇ ਅੰਦਰ ਸਿਰਫ ਉਥੋਂ ਤੱਕ ਦਾ ਯਾਨੀ ਗੈਲੈਕਸੀ ਤੱਕ ਦਾ ਹੀ ਗਿਆਨ ਹੈ। ਬਾਪੂ ਜੀ, ਗੈਲੈਕਸੀ ਦੀ ਰਚਨਾ ਹੈ। ਅਨੰਤ ਤੇ ਇੱਕ ਬ੍ਰਹਮੰਡ ਤੱਕ ਦਾ ਗਿਆਨ ਹੋਏਗਾ। ਬਾਪੂ ਜੀ, ਨਹੀਂ, ਇੱਕ ਬ੍ਰਹਮੰਡ ਤੱਕ ਦਾ ਗਿਆਨ ਤੇ ਸ਼ਿਵ ਤੱਕ ਦਾ ਗਿਆਨ ਹੈ। ਅਨੰਤ ਮਹਾਸ਼ਿਵ ਤੱਕ ਦਾ।
ਬਾਪੂ ਜੀ, ਜੇਕਰ ਉਹ ਆਤਮਾ ਸ਼ਿਵ ਹੈ ਤੇ ਇੱਕ ਬ੍ਰਹਮੰਡ ਦਾ ਗਿਆਨ ਹੋਏਗਾ, ਮਤਲਬ ਇੱਕ ਪ੍ਰਕਾਸ਼ ਵਸ਼। ਅਨੰਤ ਮਤਲਬ ਜੋ ਸ਼ਿਵ ਜੋ ਆਤਮਾ ਨਿਕਲੀ ਹੈ ਉਸ ਦੇ ਕੋਲ ਇੱਕ ਬ੍ਰਹਮੰਡ ਦਾ ਗਿਆਨ ਹੋਏਗਾ। ਜੋ ਮਹਾਸ਼ਿਵ ਤੋਂ ਨਿਕਲਦੀ ਹੈ ਉਸ ਦੇ ਕੋਲ ਮਹਾਸ਼ਿਵ ਦਾ ਗਿਆਨ ਹੋਏਗਾ, ਅਤੇ ਜੋ ਪਰਮ 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 ਮਹਾਸ਼ਿਵ ਦੇ ਕੋਲੋਂ ਨਿਕਲੀ ਹੈ ਉਸ ਦੇ ਕੋਲ ਪਰਮ 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 ਮਹਾਬ੍ਰਹਮੰਡ ਤੱਕ ਦਾ ਗਿਆਨ ਹੋਏਗਾ। ਯਾਨੀ ਜੋ ਆਤਮਾ ਜਿਸ ਵੀ ਰਚਨਾਕਾਰ ਤੋਂ ਨਿਕਲੀ ਹੈ ਉਹ ਉਥੋਂ ਤੱਕ ਦੇ ਗਿਆਨ ਤੇ ਬਿਲੀਵ ਜਾਂ ਵਿਸ਼ਵਾਸ ਕਰੇਗੀ, ਉਥੋਂ ਤੱਕ ਦਾ ਗਿਆਨ ਐਕਸੈਪਟ ਯਾਨੀ ਮੰਨੇਗੀ। ਬਾਪੂ ਜੀ, ਇਸ ਮਲਟੀਵਰਸ ਤੱਕ ਦਾ ਗਿਆਨ ਵੀ ਐਕਸੈਪਟ ਕਰ ਸਕਦੀ ਹੈ।
ਅੱਜ ਸਾਇੰਸ ਵਾਲਿਆਂ ਨੇ ਵੀ ਦੱਸਿਆ ਹੈ ਨਾ ਕਿ ਕਿੰਨੇ ਹੀ ਯੂਨੀਵਰਸ ਹਨ। ਜੇਕਰ 10 ਦੇ ਪਿੱਛੇ 500 ਜ਼ੀਰੋ ਲਾ ਦਿਓ ਤੇ ਜਿੰਨੀ ਗਿਣਤੀ ਬਣਦੀ ਹੈ ਉਨੇ ਯੂਨੀਵਰਸ ਹਨ। ਤੇ ਇੰਨਾ ਗਿਆਨ ਤੇ ਆਤਮਾਵਾਂ ਨੂੰ ਅੱਜ ਸਾਇੰਸ ਤੋਂ ਹੀ ਹੈ ਤੇ ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਮਲਟੀਵਰਸ ਤੱਕ ਜਾਏਗੀ। ਪਰ ਸਾਇੰਸ ਵਾਲੇ ਅੱਜ ਜੋ ਗੱਲ ਕਰ ਰਹੇ ਹਨ ਨਾ, ਉਹ ਤੇ ਕੁਝ ਵੀ ਨਹੀਂ ਹੈ। ਬੇਹੱਦ ਦੇ ਸੰਸਾਰ ਦਾ ਜੋ ਮਾਲਿਕ ਹੈ, ਉਸਨੇ ਜੋ ਬੀਜ ਭੇਜੇ ਹਨ, ਉਹਨਾਂ ਦੇ ਅੰਦਰ ਤੇ ਬੇਹੱਦ ਦੇ ਵਿਸ਼ਵ ਦੀ ਰਿਕਾਰਡਿੰਗ ਪਈ ਹੈ, ਉਹਨਾਂ ਦੀ ਆਤਮਾ ਤੇ। ਅੱਗੇ ਬਾਪੂ ਜੀ ਦੱਸਦੇ ਹਨ ਕਿ ਜਿਸ ਤਰ੍ਹਾਂ ਕਿ ਖਰਬਾਂ ਮਲਟੀਵਰਸ ਹਨ, ਇਸ ਤੋਂ ਉੱਪਰ ਵੀ ਦੁਨੀਆ ਹੈ। ਪਰ ਇਹ ਸਾਰੀਆਂ ਗੱਲਾਂ ਹੁਣੇ ਨਹੀਂ ਦੱਸ ਸਕਦਾ ਨਾ। ਇਹ ਤੇ ਜਦੋਂ 108 ਬੀਜ ਰੂਪ ਆਤਮਾਵਾਂ ਨੂੰ ਪਰਸਨਲੀ ਯਾਨੀ ਨਿੱਜੀ ਤੌਰ ਤੇ ਮਿਲਾਂਗਾ, ਉਦੋਂ ਉਹਨਾਂ 108 ਆਤਮਾਵਾਂ ਨੂੰ ਦੱਸਾਂਗਾ ਤੇ ਉਹ ਫਿਰ ਸਮਝਣਗੇ। ਅਤੇ ਉਹ ਇਹ ਵੀ ਉਦੋਂ ਸਮਝਣਗੇ ਕਿ ਬੇਹੱਦ ਦੇ ਵਿਸ਼ਵ ਦਾ ਮਾਲਿਕ ਕਿੰਨਾ ਵੱਡਾ ਅਤੇ ਉੱਚਾ ਹੈ। ਉੱਚੇ ਤੋਂ ਉੱਚੇ ਪਰਮ ਧਾਮ ਦਾ ਮਾਲਿਕ ਕੌਣ ਹੈ। ਪਰ ਜੋ ਬੇਹੱਦ ਦੇ ਸੰਸਾਰ ਦਾ ਬੀਜ ਹੋਏਗਾ, ਉਹਦੇ ਅੰਦਰ ਰਿਕਾਰਡਿੰਗ ਪਈ ਹੋਏਗੀ ਤੇ ਉਹ ਜਦੋਂ ਇਹ ਗਿਆਨ ਸੁਣੇਗਾ ਤੇ ਗਿਆਨ ਸੁਣ ਕੇ ਉਹਦੇ ਅੰਦਰ ਦੀ ਰਿਕਾਰਡਿੰਗ ਨਾਲ ਇਸ ਬੇਹੱਦ ਦੇ ਵਿਸ਼ਵ ਦੇ ਗਿਆਨ ਦੀ ਰਿਕਾਰਡਿੰਗ ਇਮਰਜ ਯਾਨੀ ਮਿਲ ਜਾਏਗੀ ਅਤੇ ਉਸ ਨੂੰ ਪੂਰਾ ਗਿਆਨ ਚੰਗੀ ਤਰ੍ਹਾਂ ਸਮਝ ਆ ਜਾਏਗਾ। ਜੇਕਰ ਇਹ ਗਿਆਨ ਸੁਣਨ ਵਾਲੀ ਆਤਮਾ ਬੇਹੱਦ ਦੇ ਸੰਸਾਰ ਦੇ ਉੱਚੇ ਤੋਂ ਉੱਚੇ ਮਾਲਕ ਦੀ ਬੀਜ ਹੋਏਗੀ ਤੇ ਇਹ ਗਿਆਨ ਦਾ ਵੀਡੀਓ ਸੁਣਦੇ ਸਾਥ ਹੀ ਉਸੇ ਵੇਲੇ ਉਸ ਨੂੰ ਸਟ੍ਰਾਈਕ ਯਾਨੀ ਗਿਆਨ ਦਾ ਅਹਿਸਾਸ ਹੋ ਜਾਏਗਾ। 10-15 ਮਿੰਟ, 20 ਮਿੰਟ, 25 ਮਿੰਟ ਇਹ ਵੀਡੀਓ ਜਦੋਂ ਸੁਣੇਗਾ ਨਾ, ਤੇ ਇਹ ਵੀਡੀਓ ਦੀ ਰਿਕਾਰਡਿੰਗ ਉਸ ਦੀ ਆਤਮਾ ਦੇ ਅੰਦਰ ਹੈ। ਬੇਹੱਦ ਦੇ ਵਿਸ਼ਵ ਦੀ ਸਾਰੀ ਰਿਕਾਰਡਿੰਗ, ਬੇਹੱਦ ਦੇ ਵਿਸ਼ਵ ਦੇ ਡਰਾਮੇ ਦਾ ਆਦ ਮੱਧ ਦੀ ਰਿਕਾਰਡਿੰਗ ਉਸ ਦੀ ਆਤਮਾ ਦੇ ਅੰਦਰ ਹੈ ਤੇ ਉਹ ਹੌਲੀ ਹੌਲੀ ਗਿਆਨ ਉਸ ਦੇ ਅੰਦਰ ਇਮਰਜ ਹੋ ਜਾਏਗਾ ਤੇ ਉਹ ਕਹੇਗਾ ਕਿ ਇਹ ਗਿਆਨ ਤੇ ਮੈਂ ਲੱਭ ਰਿਹਾ ਸੀ, ਕਿ ਇਹ ਗਿਆਨ ਤੇ ਕਿਸੇ ਕੋਲ ਵੀ ਨਹੀਂ ਹੈ, ਕਿਉਂਕਿ ਉਹ ਕਈ ਸਾਧੂ ਸੰਤ ਮਹਾਤਮਾਵਾਂ ਕੋਲ ਚਾਰੋਂ ਪਾਸੇ ਭਟਕੇਗਾ। ਪੂਰੀ ਦੁਨੀਆ ਤੇ ਗਿਆਨ ਲਈ ਭਟਕੇਗਾ। ਦੁਨੀਆ ਭਰ ਦੀਆਂ ਫਿਲਾਸਫੀਆਂ ਯਾਨੀ ਗਿਆਨ ਸੰਬੰਧੀ ਕਿਤਾਬਾਂ ਪੜ੍ਹੇਗਾ। ਜਿੰਨੇ ਵੀ ਵੱਡੇ ਵੱਡੇ ਸਾਧੂ ਸੰਤ ਮਹਾਤਮਾ ਹਨ, ਉਹਨਾਂ ਸਭ ਕੋਲ ਗਿਆਨ ਲਈ ਜਾਏਗਾ। ਪੂਰੇ 4 ਵੇਦ, 16 ਉਪਨਿਸ਼ਦ, 18 ਪੁਰਾਣ ਵੀ 100 ਵਾਰ ਉਹਨਾਂ ਸਭ ਨੂੰ 100 ਵਾਰ ਛਾਣ ਮਾਰੇਗਾ, ਪਰ ਪਰਮ ਗਿਆਨ ਤੇ ਕਿਤੇ ਵੀ ਨਹੀਂ ਮਿਲੇਗਾ। ਕਿਉਂਕਿ ਜ਼ਿਆਦਾਤਰ ਇਹਨਾਂ ਪੁਰਾਣਾਂ ਤੇ ਗਿਆਨ ਇਸ ਬ੍ਰਹਮੰਡ ਦਾ ਹੀ ਹੈ। ਭਾਵੇਂ ਸ਼ਿਵ ਪੁਰਾਣ ਹੈ ਤੇ ਇੱਕ ਬ੍ਰਹਮੰਡ ਦੇ ਸ਼ਿਵ ਦੀ ਹਿਸਟਰੀ, ਜੀਓਗ੍ਰਾਫੀ ਯਾਨੀ ਇਤਿਹਾਸ ਜਾਂ ਭੂਗੋਲ ਹੀ ਦੱਸਿਆ ਹੈ। ਆਨੰਦ। ਚਲੋ ਠੀਕ ਹੈ ਬਾਪੂ ਜੀ, ਅਸੀਂ ਹੁਣ ਇਸ ਤੋਂ ਅੱਗੇ ਵਧਦੇ ਹਾਂ, ਨਵੀਂ ਦੁਨੀਆ ਦੀ ਗੱਲ ਕਰਦੇ ਹਾਂ। ਬਾਪੂ ਜੀ, ਤੇ ਪਰਿਵਰਤਨ ਜਾਂ ਬਦਲਾਵ ਕਿਸ ਤਰ੍ਹਾਂ ਹੋਏਗਾ? ਜਿਸ ਤਰ੍ਹਾਂ 108 ਬੀਜ ਇੱਕ ਜਗ੍ਹਾ ਤੇ ਬੈਠ ਕੇ ਪਰਮ ਪ੍ਰਕਾਸ਼ ਉਤਾਰਨਗੇ ਤੇ ਸਭ ਤੋਂ ਪਹਿਲਾਂ 200 ਕਿਲੋਮੀਟਰ ਦਾ ਵਾਯੂਮੰਡਲ ਯਾਨੀ ਵਾਤਾਵਰਣ ਬਦਲੇਗਾ। ਜਦੋਂ ਵਾਯੂਮੰਡਲ ਬਦਲੇਗਾ ਤੇ ਤੁਸੀਂ ਸੋਚ ਸਕਦੇ ਹੋ ਕਿ ਲੋਕੀ ਕੈਸੇ ਹੋ ਜਾਣਗੇ। ਹੁਣ ਜਿੰਨੇ ਵੀ ਲੋਕੀ ਨੈਗੇਟਿਵ ਹਨ, ਜਿੰਨੇ ਮਨੁੱਖ ਹੀ ਨਹੀਂ, 200 ਕਿਲੋਮੀਟਰ ਦੀ ਰੇਂਜ ਜਾਂ ਸੀਮਾ ਤੇ ਰਹਿਣ ਵਾਲੀਆਂ 700 ਖਰਬ ਭੂਤ ਪ੍ਰੇਤ ਆਤਮਾਵਾਂ ਵੀ ਹਨ। ਆਨੰਦ। 700 ਖਰਬ? ਬਾਪੂ ਜੀ, ਉੱਤੇ ਖਰਬਾਂ ਭੂਤ ਪ੍ਰੇਤ ਆਤਮਾਵਾਂ ਹਨ, ਮਨੁੱਖ ਤਾਂ ਕੁਝ ਵੀ ਨਹੀਂ ਹਨ। ਆਨੰਦ। ਮਤਲਬ ਮਨੁੱਖਾਂ ਤੋਂ ਵੀ 100 ਗੁਣੀ ਜ਼ਿਆਦਾ? ਬਾਪੂ ਜੀ, ਅਰੇ 1000 10,000 ਗੁਣੀ ਬਹੁਤ ਆਤਮਾਵਾਂ ਹਨ, ਕਿਉਂਕਿ ਇਹ ਭੂਤ ਧਰਤੀ ਤੇ 200 ਕਿਲੋਮੀਟਰ ਦੀ ਲੇਅਰਸ ਤੇ ਕਿੰਨੇ ਰਹਿੰਦੇ ਹੋਣਗੇ। ਬੇਹਿਸਾਬ ਆਤਮਾਵਾਂ ਹਨ। ਅੱਗੇ ਬਾਪੂ ਜੀ ਦੱਸਦੇ ਹਨ ਕਿ ਜਦੋਂ ਮੈਂ ਸਮਾਧੀ ਅਵਸਥਾ 'ਚ ਜਾਂਦਾ ਹਾਂ ਤੇ ਸਭ ਕੁਝ ਵੇਖਦਾ ਹਾਂ, ਬਹੁਤ ਹਨ। ਤੇ ਤੁਸੀਂ ਸਮਝੋ ਕਿ ਪਰਮ ਵਾਯੂ ਦੇ ਅਸਰ ਨਾਲ ਬਦਲਾਵ ਧਰਤੀ ਤੇ 200 ਤੋਂ 500 ਕਿਲੋਮੀਟਰ ਤੱਕ ਹੋ ਜਾਏਗਾ। ਜਿਸ ਤਰ੍ਹਾਂ ਧਰਤੀ ਦੀ ਗ੍ਰੈਵਿਟੀ ਤੇ ਯਾਨੀ ਧਰਤੀ ਦੀ ਗੁਰੂਤਵਾਕਰਸ਼ਣ ਦੀ ਸ਼ਕਤੀ ਤੇ 200 ਕਿਲੋਮੀਟਰ ਤੱਕ ਜਾਂਦੀ ਹੈ ਨਾ, ਤੇ ਉੱਥੋਂ ਤੱਕ ਤਮੋ ਪ੍ਰਧਾਨ ਆਤਮਾਵਾਂ ਯਾਨੀ ਬੁਰੇ ਵਿਚਾਰਾਂ ਵਾਲੀਆਂ ਆਤਮਾਵਾਂ ਰਹਿੰਦੀਆਂ ਹਨ, ਕਿਉਂਕਿ ਇਸ ਤੋਂ ਉੱਪਰ ਤੇ ਉਹ ਨਹੀਂ ਜਾ ਸਕਦੀਆਂ। ਧਰਤੀ ਦੀ ਗ੍ਰੈਵਿਟੀ ਨੂੰ ਉਹ ਛੱਡ ਨਹੀਂ ਸਕਦੀਆਂ, ਕਿਉਂਕਿ 3 ਤੱਤਾਂ ਵਾਲੀਆਂ ਆਤਮਾਵਾਂ ਨੂੰ, ਜੋ ਕਿ ਬੁਰੇ ਵਿਚਾਰਾਂ ਵਾਲੀਆਂ ਭੂਤ ਪ੍ਰੇਤ ਵਾਲੀਆਂ ਆਤਮਾਵਾਂ ਨੂੰ ਧਰਤੀ ਦੀ ਗ੍ਰੈਵਿਟੀ ਨੀਚੇ ਰੱਖਦੀ ਹੈ, ਉੱਪਰ ਨਹੀਂ ਜਾਣ ਦਿੰਦੀ।
ਅਨੰਤ, ਆਪ ਜੀ ਨੇ ਦੱਸਿਆ ਸੀ ਕਿ ਉਹਨਾਂ ਦਾ ਸੂਖਮ ਸਰੀਰ ਭਾਰੀ ਹੁੰਦਾ ਹੈ ਕਿਉਂਕਿ ਵਿਚਾਰ ਵਾਯੂ ਮਤਲਬ ਵਿਚਾਰਾਂ ਦੇ ਕਾਰਨ ਉਹਨਾਂ ਦਾ ਜੋ ਵਾਯੂ ਤੱਤ ਦਾ ਸਰੀਰ ਹੈ ਉਹ ਬਹੁਤ ਭਾਰੀ ਹੋ ਜਾਂਦਾ ਹੈ ਅਤੇ ਉਹ ਇਸ ਧਰਤੀ ਲੋਕ ਦੇ ਉੱਪਰ ਨਹੀਂ ਜਾ ਸਕਦੇ, ਮਤਲਬ 200 ਕਿਲੋਮੀਟਰ ਦੀ ਰੇਂਜ ਕ੍ਰਾਸ ਨਹੀਂ ਕਰ ਸਕਦੇ। ਬਾਪੂ ਜੀ, ਧਰਤੀ ਦੀ ਗ੍ਰੈਵਿਟੀ ਨੂੰ ਲੰਘ ਨਹੀਂ ਸਕਦੇ। ਅਨੰਤ, ਉਸ ਤੋਂ ਬਾਅਦ ਕੀ ਹੋਏਗਾ ਬਾਪੂ ਜੀ? ਬਾਪੂ ਜੀ, ਜਿਸ ਤਰ੍ਹਾਂ ਹੀ 200 ਕਿਲੋਮੀਟਰ ਤੇ ਵਾਯੂ ਤੱਤ ਚੇਂਜ ਜਾਂ ਬਦਲੀ ਹੋ ਗਿਆ, ਉਸੇ ਵਕਤ ਉੱਥੇ ਪਰਮ ਸ਼ਾਂਤੀ ਆਏਗੀ। ਜੋ ਵੀ ਆਤਮਾਵਾਂ ਹੋਣਗੀਆਂ, ਭਾਵੇਂ ਭੂਤ ਪ੍ਰੇਤ ਹੋਣ ਜਾਂ ਮਨੁੱਖ ਆਤਮਾਵਾਂ, ਸਾਰਿਆਂ ਨੂੰ ਪਰਮ ਸ਼ਾਂਤੀ ਦਾ ਅਹਿਸਾਸ ਹੋਏਗਾ। ਜਦੋਂ ਸਭ ਨੂੰ ਪਰਮ ਸ਼ਾਂਤੀ ਦਾ ਅਨੁਭਵ ਹੋਏਗਾ, ਜੋ ਨੈਗੇਟਿਵ ਜਾਂ ਭੂਤ ਪ੍ਰੇਤ ਦੀ ਆਤਮਾਵਾਂ ਹਨ, ਉਹਨਾਂ ਦੇ ਅੰਦਰ ਵੀ ਹੌਲੀ ਹੌਲੀ ਜੋ ਇੱਛਾਵਾਂ ਜਾਂ ਵਾਸ਼ਨਾਵਾਂ ਸੀ, ਉਹ ਵਾਸ਼ਨਾਵਾਂ ਹੌਲੀ ਹੌਲੀ ਖਤਮ ਹੋ ਜਾਣਗੀਆਂ ਕਿਉਂਕਿ ਪਰਮ ਸ਼ਾਂਤੀ ਨਾਲ ਉਹਨਾਂ ਦੀ ਨੈਗੇਟਿਵਿਟੀ ਖਤਮ ਹੋ ਜਾਏਗੀ। ਉਹਨਾਂ ਆਤਮਾਵਾਂ ਦਾ ਜੋ ਕਾਰਨ ਸਰੀਰ ਹੈ, ਉਸ ਦੇ ਅੰਦਰ ਪਰਮ ਸ਼ਾਂਤੀ ਦੇ ਇਹ ਵਾਈਬ੍ਰੇਸ਼ਨਸ ਜਾਣਗੇ। ਜੋ ਵੀ ਆਤਮਾਵਾਂ ਸਵਾਸ ਲੈਂਦੀਆਂ ਹਨ, ਉਹਨਾਂ ਦੇ ਅੰਦਰ ਸਿਰਫ ਸਵਾਸ ਲੈਣ ਦੇ ਨਾਲ ਹੀ ਪਰਮ ਵਾਯੂ ਜਾਏਗੀ। ਅਨੰਤ, ਆਪ ਜੀ ਨੇ ਬਿਲਕੁਲ ਸਹੀ ਕਿਹਾ, ਪਰਮ ਵਾਯੂ ਜਾਏਗੀ। ਬਾਪੂ ਜੀ, ਜਦੋਂ ਪਰਮ ਵਾਯੂ ਤੱਤ ਉਹਨਾਂ ਆਤਮਾਵਾਂ ਦੇ ਅੰਦਰ ਜਾਏਗਾ, ਉਦੋਂ ਹੀ ਪਰਮ ਸ਼ਾਂਤੀ ਵੀ ਆਏਗੀ ਕਿਉਂਕਿ ਪਰਮ ਵਾਯੂ ਦੇ ਅੰਦਰ ਹੀ ਪਰਮ ਸ਼ਾਂਤੀ ਹੈ ਤੇ ਉਹਨਾਂ ਆਤਮਾਵਾਂ ਦਾ ਪ੍ਰਾਣਮय ਸਰੀਰ ਯਾਨੀ ਵਾਯੂ ਤੱਤ ਦਾ ਸਰੀਰ ਵੀ ਪਰਮ ਵਾਯੂ ਅਤੇ ਪਰਮ ਸ਼ਾਂਤੀ ਨਾਲ ਭਰ ਜਾਂਦਾ ਹੈ। ਅਨੰਤ, ਬਾਪੂ ਜੀ, ਜੋ ਭੂਤ ਪ੍ਰੇਤ ਆਤਮਾਵਾਂ ਹਨ, ਕੀ ਉਹ ਵੀ ਸਵਾਸ ਜਾਂ ਸਾਹ ਲੈਂਦੀਆਂ ਹਨ? ਬਾਪੂ ਜੀ, ਹਾਂ, ਉਹ ਹਲਕਾ ਜਿਹਾ ਸਵਾਸ ਤੇ ਲੈਂਦੀਆਂ ਹਨ। ਮਤਲਬ ਉਹਨਾਂ ਦੇ ਅੰਦਰ 3 ਤੱਤਾਂ ਵਿੱਚੋਂ ਵਾਯੂ ਤੱਤ ਦਾ ਸਰੀਰ ਤੇ ਹੈ ਨਾ, ਇਸ ਕਰਕੇ ਵਾਯੂ ਤੱਤ ਤੇ ਉਹਨਾਂ ਦੇ ਅੰਦਰ ਆਏਗਾ। ਹਾਂ, ਉਹ ਮਨੁੱਖ ਦੀ ਤਰ੍ਹਾਂ ਡਾਇਰੈਕਟ ਸਵਾਸ ਨਹੀਂ ਲੈਂਦੀਆਂ, ਉਹਨਾਂ ਨੂੰ ਸਵਾਸ ਲੈਣ ਦੀ ਜ਼ਰੂਰਤ ਨਹੀਂ ਹੈ, ਪਰ ਉਹਨਾਂ ਦੇ 3 ਤੱਤਾਂ ਦੇ ਸਰੀਰ ਯਾਨੀ ਵਾਯੂ, ਅਗਨ ਅਤੇ ਆਕਾਸ਼ ਦੇ ਸਰੀਰ ਵਿੱਚੋਂ ਜੋ ਵਾਯੂ ਤੱਤ ਦਾ ਸਰੀਰ ਹੈ, ਉਸ ਨੂੰ ਵਾਯੂ ਮੰਡਲ ਸਿੱਧਾ ਪ੍ਰਭਾਵਿਤ ਤੇ ਕਰੇਗਾ ਨਾ, ਤੇ ਉਸ ਦਾ ਜੋ ਵਾਯੂ ਤੱਤ ਦਾ ਸਰੀਰ ਹੈ ਉਹ ਸਿੱਧਾ ਪਰਮ ਵਾਯੂ ਤੱਤ ਨਾਲ ਪ੍ਰਭਾਵਿਤ ਹੋ ਕੇ ਬਦਲ ਜਾਏਗਾ ਨਾ। ਤੇ ਹੁਣ ਪਰਮ ਵਾਯੂ ਜਦੋਂ ਉਸ ਦੇ ਸਰੀਰ ਜਾਂ ਬਾਡੀ ਦੇ ਅੰਦਰ ਜਾਏਗਾ ਤੇ ਪਰਮ ਵਾਯੂ ਦੇ ਵਿੱਚ ਪਰਮ ਅਗਨ ਵੀ ਹੈ ਕਿਉਂਕਿ ਵਾਯੂ ਜਾਂ ਹਵਾ ਵਿੱਚ ਅਗਨ ਹੁੰਦੀ ਹੈ। ਹਾਈਡਰੋਜਨ ਆਕਸੀਜਨ ਹੈ ਨਾ ਵਾਯੂ 'ਚ, ਤੇ ਪਾਣੀ ਜਾਂ ਜਲ ਤੱਤ ਦਾ ਕੰਬੀਨੇਸ਼ਨ ਜਾਂ ਮੇਲ ਹੈ H2O। ਮਨੁੱਖ ਆਤਮਾਵਾਂ ਤੇ ਜਲ ਤੱਤ ਹੈ ਪਰ ਭੂਤ ਪ੍ਰੇਤ ਆਤਮਾਵਾਂ ਤੇ ਜਲ ਤੱਤ ਨਹੀਂ ਹੈ ਕਿਉਂਕਿ ਮਨੁੱਖ ਦਾ ਸਰੀਰ 5 ਤੱਤਾਂ ਦਾ ਜਿਸ ਵਿੱਚ ਪਾਣੀ ਜਾਂ ਜਲ ਤੱਤ ਦਾ ਮੇਲ ਹੈ, ਪਰ ਭੂਤ ਪ੍ਰੇਤ ਆਤਮਾਵਾਂ 3 ਤੱਤਾਂ ਦੀ ਹੈ ਜਿਸ ਵਿੱਚ ਜਲ ਤੱਤ ਦਾ ਮੇਲ ਨਹੀਂ ਹੈ। ਇਸ ਕਰਕੇ ਜਦੋਂ ਪਰਮ ਵਾਯੂ ਤੱਤ ਉਹਨਾਂ ਆਤਮਾਵਾਂ ਦੇ ਅੰਦਰ ਜਾਏਗਾ ਤੇ ਉਹ ਛੇਤੀ ਸੁਧਰ ਜਾਣਗੇ। ਅਨੰਤ, ਅਰੇ ਇਹ ਤੇ ਬਹੁਤ ਖੁਸ਼ੀ ਦੀ ਖਬਰ ਹੈ। ਬਾਪੂ ਜੀ, ਹਾਂ, ਭੂਤ ਪ੍ਰੇਤ ਛੇਤੀ ਸੁਧਰ ਜਾਣਗੇ ਕਿਉਂਕਿ ਉਹਨਾਂ ਦੇ ਵਾਯੂ ਤੱਤ ਦੇ ਸਰੀਰ ਤੇ ਸਿੱਧੀ ਵਾਯੂ ਮੰਡਲ ਦੀ ਇਫੈਕਟ ਜਾਂ ਅਸਰ ਉਹਨਾਂ ਦੇ ਵਾਯੂ ਤੱਤ ਦੇ ਸਰੀਰ ਨੂੰ ਸੁਧਾਰ ਦੇਗਾ ਕਿਉਂਕਿ ਉਹ ਆਤਮਾਵਾਂ ਵਾਯੂ ਮੰਡਲ ਜਾਂ ਵਾਤਾਵਰਣ ਤੋਂ ਸਿੱਧਾ ਵਾਯੂ ਤੱਤ ਖਿੱਚਣਗੇ ਤੇ ਜੋ ਪਰਮ ਵਾਯੂ ਹੈ ਉਸ ਦੇ ਅੰਦਰ ਪਰਮ ਸ਼ਾਂਤੀ ਵੀ ਹੈ। ਉਹ ਪਰਮ ਸ਼ਾਂਤੀ ਉਹਨਾਂ ਆਤਮਾਵਾਂ ਦੇ ਅੰਦਰ ਜਾਏਗੀ ਤੇ ਉਸੇ ਵੇਲੇ ਭੂਤ ਪ੍ਰੇਤ ਆਤਮਾਵਾਂ ਨੂੰ ਨੈਗੇਟਿਵ ਜਾਂ 3 ਤੱਤਾਂ ਦੇ ਜਗਤ ਵਾਲੀਆਂ ਆਤਮਾਵਾਂ ਨੂੰ ਵਾਯੂ ਤੱਤ ਇਫੈਕਟ ਜਾਂ ਪ੍ਰਭਾਵਿਤ ਕਰੇਗਾ ਤੇ ਉਹਨਾਂ ਦਾ ਵਾਯੂ ਤੱਤ ਪਰਮ ਵਾਯੂ ਤੱਤ ਹੋ ਜਾਏਗਾ ਤੇ ਉਸ ਦੀ ਆਤਮਾ ਦਾ ਸੂਖਮ ਸਰੀਰ ਚਾਰਜ ਯਾਨੀ ਨੈਗੇਟਿਵ ਤੋਂ ਪੋਜ਼ਿਟਿਵ ਬਣ ਜਾਏਗਾ, ਪਰਮ ਤੱਤਾਂ ਦੀ ਵਾਯੂ ਨਾਲ ਭਰ ਜਾਏਗਾ ਯਾਨੀ ਪਰਮ ਵਾਯੂ ਦਾ ਬਣ ਜਾਏਗਾ। ਹੁਣ ਉਸ ਦੀ ਆਤਮਾ ਤੇ ਪਰਮ ਸ਼ਾਂਤੀ ਆ ਜਾਏਗੀ। ਅਨੰਤ, ਬਾਪੂ ਜੀ, ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਸੀ ਕਿ ਅੱਗੇ ਜਾ ਕੇ ਲੋਕੀ ਆਪਣੇ ਕਨਫੈਸ ਖੁਦ ਕਰਨਗੇ ਯਾਨੀ ਆਪਣੇ ਕਰਮ ਖੁਦ ਮੰਨਣਗੇ ਕਿ ਅਸੀਂ ਇਹ ਪਾਪ ਕੀਤੇ ਹਨ। ਬਾਪੂ ਜੀ, ਪਰਮ ਵਾਯੂ ਆਉਣ ਨਾਲ ਮਨੁੱਖ ਆਤਮਾਵਾਂ ਤੇ ਕੀ ਪ੍ਰੋਸੈਸ ਹੋਏਗਾ, ਹਲੇ ਮੈਂ ਇਹ ਤੁਹਾਨੂੰ ਦੱਸਦਾ ਹਾਂ। ਮਨੁੱਖ ਆਤਮਾਵਾਂ ਤੇ ਜੋ ਪ੍ਰਾਣਮय ਜਾਂ ਵਾਯੂ ਤੱਤਾਂ ਦਾ ਸਰੀਰ ਹੈ ਤੇ ਉਸ ਤੇ ਜਦੋਂ ਪਰਮ ਵਾਯੂ ਦੇ ਨਾਲ ਪਰਮ ਸ਼ਾਂਤੀ ਆਈ ਤੇ ਉਸ ਦੇ ਅੰਦਰ ਵੈਰਾਗ ਆ ਗਿਆ
ਅਤੇ ਹੌਲੀ-ਹੌਲੀ ਕਰਕੇ ਉਸ ਦੇ ਕਾਰਨ ਸਰੀਰ ਤੇ ਵੀ ਪਰਮ ਸ਼ਾਂਤੀ ਆਏਗੀ। ਤੇ ਫਿਰ ਕਾਰਨ ਸਰੀਰ ਤੇ ਪਰਮ ਸ਼ਾਂਤੀ ਆਉਣ ਕਰਕੇ ਉਸ ਦੀ ਆਤਮਾ ਵੀ ਪਰਮ ਸ਼ਾਂਤੀ ਦਾ ਅਨੁਭਵ ਕਰੇਗੀ। ਅਤੇ ਆਤਮਾ ਜਦੋਂ ਪਰਮ ਸ਼ਾਂਤੀ ਦਾ ਅਨੁਭਵ ਕਰਦੀ ਹੈ, ਉਦੋਂ ਜੋ ਕਈ ਜਨਮਾਂ ਦੇ ਵਿੱਚ ਕੀਤੇ ਹੋਏ ਕਰਮ ਹਨ ਅਤੇ ਹੁਣ ਇਸ ਜਨਮ ਦੇ ਵੀ ਜੋ ਕੀਤੇ ਹੋਏ ਕਰਮ ਹਨ, ਉਸ ਆਤਮਾ ਨੂੰ ਮਹਿਸੂਸ ਹੁੰਦੇ ਹਨ। ਐਸੀ ਤਰ੍ਹਾਂ ਜੋ ਮਹਾਪਾਪੀ ਆਤਮਾਵਾਂ ਹਨ ਜਾਂ ਜੋ ਵੱਡੀ ਪਾਪੀ ਆਤਮਾਵਾਂ ਹਨ, ਉਹਨਾਂ ਨੂੰ ਰੀਅਲਾਈਜ਼ ਯਾਨੀ ਮਹਿਸੂਸ ਹੋਏਗਾ ਕਿ ਮੈਂ ਅੱਜ ਤੱਕ ਜੋ ਵੀ ਕੀਤਾ ਉਹ ਬਹੁਤ ਗਲਤ ਕੀਤਾ ਹੈ। ਮਹਾਪਾਪੀ ਆਤਮਾਵਾਂ ਨੂੰ ਬਹੁਤ ਡੂੰਘਾ ਅਹਿਸਾਸ ਹੋਏਗਾ। ਉਹਨਾਂ ਦੀ ਆਤਮਾ ਕਨਫੈਸ ਜਾਂ ਇਕਰਾਰ ਕਰੇਗੀ ਕਿ ਮੈਂ ਅੱਜ ਤੱਕ ਬਹੁਤ ਗਲਤੀਆਂ ਕਰਦਾ ਰਿਹਾ, ਪਰ ਹੁਣ ਮੈਂ ਇਹ ਸਭ ਗਲਤ ਕੰਮ ਨਹੀਂ ਕਰਨੇ ਹਨ। ਮੈਂ ਸਾਰੀ ਦੁਨੀਆ ਤੋਂ ਮਾਫੀ ਮੰਗਾ ਜਾਂ ਕੀ ਕਰਾਂ ਕਿ ਮੇਰੇ ਸਾਰੇ ਪਾਪ ਕਰਮ ਮਾਫ ਹੋ ਜਾਣ। ਉਹ ਸਾਰੀ ਦੁਨੀਆ ਤੇ ਕਹੇਗਾ ਕਿ ਮੈਨੂੰ ਹੁਣ ਮਾਫੀ ਦੇ ਦਿਓ, ਮਾਫੀ ਦੇ ਦਿਓ। ਸਾਰੀ ਦੁਨੀਆ ਦੇ ਵੱਡੇ ਟੀਵੀ ਚੈਨਲਸ ਤੇ 5-10 ਮਿੰਟ ਮਾਫੀ ਹੀ ਮੰਗਦਾ ਰਹੇਗਾ। ਆਨੰਦ ਬਾਪੂ ਜੀ, ਮੈਂ ਫਿਲਮਾਂ ਤੇ ਵੀ ਸੁਣਿਆ ਹੈ ਕਿ ਜਦੋਂ ਕਿਸੇ ਇਨਸਾਨ ਦੀ ਮੌਤ ਹੋ ਰਹੀ ਹੁੰਦੀ ਹੈ ਤੇ ਉਹ ਇਨਸਾਨ ਮਰਨ ਵੇਲੇ ਸੱਚ ਹੀ ਬੋਲਦਾ ਹੈ। ਹੁਣ ਆਪ ਜੀ ਜਿਸ ਤਰ੍ਹਾਂ ਗਿਆਨ ਦੀ ਗੱਲ ਦੱਸ ਰਹੇ ਹੋ ਕਿ ਜਦੋਂ ਇਹ ਪਰਮ ਵਾਯੂ ਤੱਤ ਉਹਨਾਂ ਦੇ ਅੰਦਰ ਜਾਏਗਾ ਤੇ ਉਹਨਾਂ ਦੇ ਵਿਚਾਰਾਂ ਤੇ ਬਦਲਾਅ ਹੋਏਗਾ ਅਤੇ ਉਹ ਆਪਣੇ ਹਰ ਪਾਪ ਦਾ ਕਨਫੈਸ ਕਰਨਗੇ, ਆਪਣੇ ਹਰ ਕੀਤੇ ਹੋਏ ਪਾਪ ਨੂੰ ਮੰਨ ਲੈਣਗੇ। ਆਪ ਜੀ ਦੀ ਇਹ ਗੱਲ ਸੁਣ ਕੇ ਬਹੁਤ ਵਧੀਆ ਲੱਗ ਰਿਹਾ ਹੈ। ਵਾਕਈ ਕਿੰਨਾ ਮਜ਼ਾ ਆ ਜਾਏਗਾ ਉਸ ਦਿਨ। ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਉਹ ਦਿਨ ਜਜਮੈਂਟ ਦਿਨ ਹੋਵੇ। ਬਾਪੂ ਜੀ, ਹਾਂ, ਤੇ ਉਹ ਜਜਮੈਂਟ ਦਿਨ ਹੀ ਹੈ ਨਾ। ਕਯਾਮਤ ਦੇ ਦਿਨ ਦਾ ਆਖਰੀ ਦਿਨ ਜਜਮੈਂਟ ਦਿਨ ਹੀ ਹੋਏਗਾ। ਜਿਸ ਤਰ੍ਹਾਂ ਬਾਈਬਲ ਯਾਨੀ ਈਸਾਈ ਧਰਮ ਦੀ ਧਾਰਮਿਕ ਕਿਤਾਬਾਂ ਤੇ ਲਿਖਿਆ ਹੈ ਨਾ, ਜਜਮੈਂਟ ਦਿਨ ਤੇ ਜਜਮੈਂਟ ਡੇ ਸ਼ੁਰੂ ਹੋ ਜਾਏਗਾ ਨਾ, ਤੇ ਸਾਰਿਆਂ ਜੋ ਆਤਮਾਵਾਂ ਹਨ ਉਹਨਾਂ ਦੇ ਅੰਦਰ ਪਰਮ ਵਾਯੂ ਦੇ ਅੰਦਰ ਜੋ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਹਨ, ਉਹ ਉਹਨਾਂ ਦੇ ਪ੍ਰਾਣਮय ਸਰੀਰ ਜਾਂ ਸੂਖਮ ਸਰੀਰ ਜਾਂ ਕਾਰਨ ਸਰੀਰ ਦੇ ਜਦੋਂ ਅੰਦਰ ਗਏ ਤੇ ਆਤਮਾ ਪਰਮ ਸ਼ਾਂਤੀ ਦਾ ਅਨੁਭਵ ਕਰੇਗੀ। ਜਦੋਂ ਆਤਮਾ ਪਰਮ ਸ਼ਾਂਤੀ ਦਾ ਅਨੁਭਵ ਕਰੇਗੀ ਤੇ ਵੈਰਾਗੀ ਹੋ ਜਾਏਗੀ, ਉਸ ਤੇ ਵੈਰਾਗ ਆ ਜਾਏਗਾ, ਕਿਉਂਕਿ ਉਸ ਦੀ ਆਤਮਾ ਨੂੰ ਇਹ ਪਤਾ ਲੱਗ ਜਾਏਗਾ ਕਿ ਇਹ ਸਭ ਕੁਝ ਕੰਮ ਤੇ ਆਉਣ ਵਾਲਾ ਨਹੀਂ ਹੈ। ਮੈਂ ਜਿਨ੍ਹਾਂ ਦੇ ਪਿੱਛੇ ਬਹੁਤ ਪਾਪ ਕੀਤੇ, ਮੈਂ ਆਪਣੇ ਦੇਹ ਅਤੇ ਦੇਹ ਦੇ ਸੰਬੰਧੀਆਂ ਲਈ, ਬੱਚਿਆਂ ਲਈ, ਆਪਣੀ 7 ਪੀੜ੍ਹੀਆਂ ਲਈ ਰੋਟੀ ਇਕੱਠੀ ਕੀਤੀ, ਹੁਣ ਮਹਾਪਾਪੀਆਂ ਦੀ ਲਿਸਟ ਤੇ ਹਾਂ। ਲੋਕਾਂ ਦੇ ਮੂੰਹ ਤੋਂ ਰੋਟੀ ਖੋਈ, ਅੰਦਰੋਂ ਬਹੁਤ ਪਛਤਾਵਾ ਕਰਨਗੇ। ਉਹਨਾਂ ਦੇ ਅੰਦਰ ਜਿਸ ਤਰ੍ਹਾਂ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਆਉਂਦੇ ਜਾਣਗੇ ਤੇ ਉਹਨਾਂ ਕੋਲੋਂ ਕੀਤੇ ਹੋਏ ਮਹਾਪਾਪ ਬਰਦਾਸ਼ਤ ਨਹੀਂ ਹੋਣਗੇ। ਫਿਰ ਉਹ ਕਹਿਣਗੇ ਕਿ ਮੈਂ ਸਾਰੀ ਦੁਨੀਆ ਦੇ ਸਾਹਮਣੇ ਆਪਣੇ ਪਾਪ ਮੰਨਾਂ ਅਤੇ ਕਹਾਂ ਕਿ ਇਹ ਦੁਨੀਆ ਵਾਲੋਂ ਮੈਂ ਮਹਾਪਾਪੀ ਹਾਂ, ਅਤੇ ਦੁਨੀਆ ਦੇ ਅੰਦਰ ਸਾਰੇ ਟੀਵੀ ਚੈਨਲਸ ਤੇ ਇਹ ਮਹਾਪਾਪੀਆਂ ਦੀ ਲਿਸਟ ਵਾਲੇ ਜਾਣਗੇ ਤੇ ਕਹਿਣਗੇ ਕਿ ਮੈਂ ਮਹਾਪਾਪੀ ਹਾਂ, ਮੈਂ ਇਹ ਘੁਟਾਲੇ ਕੀਤੇ, ਮੈਨੂੰ ਮਾਫ ਕਰ ਦਿਓ ਅਤੇ ਮੇਰਾ ਸਾਰਾ ਪੈਸਾ ਲੈ ਲਓ। ਪਰ ਉਸ ਵਕਤ ਪੈਸੇ ਦੀ ਕੋਈ ਵੈਲਿਊ ਜਾਂ ਕੀਮਤ ਨਹੀਂ ਹੋਏਗੀ, ਕਿਉਂਕਿ ਪਰਮ ਸ਼ਾਂਤੀ ਆਤਮਾ ਦੇ ਆਉਣ ਤੋਂ ਬਾਅਦ ਉਸ ਨੂੰ ਖਾਣ ਪੀਣ ਦੀ ਲੋੜ ਨਹੀਂ ਪਏਗੀ ਅਤੇ ਨਾ ਹੀ ਕਿਸੇ ਚੀਜ਼ ਦੀ ਜ਼ਰੂਰਤ ਪਵੇਗੀ। ਉਹਦੇ ਬੇਹੱਦ ਦੇ ਵੈਰਾਗੀ ਹੋ ਜਾਣਗੇ। ਕੀ ਹੋ ਜਾਣਗੇ? ਅਨੰਤ, ਬੇਹੱਦ ਦੇ ਵੈਰਾਗੀ। ਬਾਪੂ ਜੀ, ਤੇ ਮਹਾਪਾਪੀ ਆਤਮਾਵਾਂ ਵੀ ਬੇਹੱਦ ਦੀ ਵੈਰਾਗੀ ਬਣ ਜਾਣਗੀਆਂ। ਕੋਈ ਹੱਦ ਦੀ ਵੈਰਾਗੀ ਨਹੀਂ, ਬੇਹੱਦ ਯਾਨੀ ਬੇਅੰਤ ਦੀ ਵੈਰਾਗ ਆਏਗਾ। ਕਈ ਜਨਮ ਜਨਮਾਂਤਰਾਂ ਦਾ ਵੈਰਾਗ ਆਏਗਾ ਤੇ ਫਿਰ ਜਨਮ ਜਨਮਾਂਤਰਾਂ ਦਾ ਪਾਪ ਉਸ ਦੇ ਅੰਦਰ ਇਮਰਜ ਹੋ ਜਾਏਗਾ, ਯਾਨੀ ਉਸ ਨੂੰ ਆਪਣੇ ਕਈ ਜਨਮਾਂ ਦੇ ਕੀਤੇ ਹੋਏ ਪਾਪ ਯਾਦ ਆ ਜਾਣਗੇ ਤੇ ਫਿਰ ਆਤਮਾਵਾਂ ਇੱਕ ਪਾਸੇ ਸੁੱਖ ਦਾ ਅਹਿਸਾਸ ਕਰਨਗੀਆਂ ਕਿਉਂਕਿ ਉਹਨਾਂ ਦੇ ਅੰਦਰ ਪਰਮ ਸ਼ਾਂਤੀ ਆ ਜਾਏਗੀ, ਅਤੇ ਦੂਸਰੇ ਪਾਸੇ ਆਪਣੇ ਪਾਪਾਂ ਦਾ ਪਛਤਾਵਾ ਕਰਨਗੀਆਂ, ਖੂਨ ਦੇ ਹੰਝੂ ਰੋਣਗੀਆਂ ਅਤੇ ਦੁਨੀਆ ਵਾਲਿਆਂ ਨੂੰ ਕਹਿਣਗੀਆਂ ਕਿ ਮੈਨੂੰ ਮਾਫ ਕਰ ਦਿਓ, ਮੈਂ ਮਹਾਪਾਪੀ ਹਾਂ, ਤੁਸੀਂ ਆ ਕੇ ਮੈਨੂੰ ਮਾਰੋ, ਕੁੱਟੋ, ਮੈਨੂੰ ਜੁੱਤੀਆਂ ਮਾਰੋ, ਮੈਨੂੰ ਜੁੱਤੀਆਂ ਦਾ ਹਾਰ ਪਾਓ, ਮੇਰਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾਓ। ਪਰ ਸਾਰੀ ਦੁਨੀਆ ਦੇ ਅੰਦਰ ਸ਼ਾਂਤੀ ਹੋ ਜਾਏਗੀ, ਕਿਸੇ ਦੇ ਵੀ ਅੰਦਰ ਬਦਲਾ ਲੈਣ ਦੀ ਭਾਵਨਾ ਨਹੀਂ ਹੋਏਗੀ। ਅਨੰਤ, ਇਹ ਤੇ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੀ ਵਜ੍ਹਾ ਨਾਲ ਹੀ ਦੁਨੀਆ ਤੇ ਤਬਾਹੀ ਹੋ ਰਹੀ ਹੈ।
ਬਾਪੂ ਜੀ, ਹਾਂ, ਸਭ ਕੁਝ ਬਦਲ ਜਾਏਗਾ, ਕਿਉਂਕਿ ਸਾਰੀਆਂ ਆਤਮਾਵਾਂ ਤੇ ਪਰਮ ਸ਼ਾਂਤੀ ਆ ਜਾਏਗੀ ਤੇ ਕੋਈ ਕਿਸੇ ਤੋਂ ਬਦਲਾ ਨਹੀਂ ਲਵੇਗਾ। ਅਨੰਤ, ਇਹ ਤੇ ਵਾਕਈ ਜਾਦੂ ਦੀ ਦੁਨੀਆ ਹੋ ਜਾਏਗੀ। ਬਾਪੂ ਜੀ, ਕਿਉਂਕਿ ਰਾਵਣ ਵਰਗੇ ਵਿਚਾਰਾਂ ਵਾਲੇ ਤੇ ਹੁਣ ਸਾਰੇ ਮਨੁੱਖ ਹਨ। ਕੋਈ 100% ਰਾਵਣ ਤੇ ਕੋਈ 1% ਰਾਵਣ ਤੇ ਹੈ ਨਾ। ਉਦੋਂ ਸਾਰੇ ਮਹਿਸੂਸ ਕਰਨਗੇ ਕਿ ਮੈਂ ਵੀ ਰਾਵਣ ਵਰਗਾ ਹੀ ਹਾਂ। ਤੂੰ ਵੱਡਾ ਰਾਵਣ ਹੈ, ਮੈਂ ਛੋਟਾ ਰਾਵਣ ਹਾਂ। ਕੋਈ ਵੀ ਮਨੁੱਖ ਇਸ ਤਰ੍ਹਾਂ ਦਾ ਨਹੀਂ ਹੈ ਜਿਸ ਦੇ ਅੰਦਰ 1% ਵੀ ਗਲਤੀ ਨਾ ਹੋਵੇ। ਅਨੰਤ, ਕੋਈ ਅਹੀ ਰਾਵਣ ਤੇ ਕੋਈ ਮਹੀ ਰਾਵਣ, ਮਤਲਬ ਕੋਈ ਵੱਡਾ ਤੇ ਕੋਈ ਛੋਟਾ ਰਾਵਣ, ਪਰ ਹੈ ਤੇ ਸਾਰੇ ਰਾਵਣ ਦੇ ਭਰਾ। ਬਾਪੂ ਜੀ, ਹਾਂ, ਰਾਵਣ ਹੀ ਹਨ। ਸਭ ਨੰਬਰ ਦੇ ਹਿਸਾਬ ਨਾਲ ਰਾਵਣ ਦੀ ਲਾਈਨ ਤੇ ਹਨ। ਤੇ ਜੋ ਆਤਮਾਵਾਂ ਹਨ ਉਹ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨਸ ਜਾਂ ਸੰਕਲਪਾਂ ਨੂੰ ਮਹਿਸੂਸ ਕਰਦਿਆਂ ਹੀ ਉਹ ਪਰਮ ਸ਼ਾਂਤੀ ਵੱਲ ਤੁਰ ਪੈਣਗੀਆਂ ਅਤੇ ਪਰਮ ਸ਼ਾਂਤੀ ਆਉਣ ਨਾਲ ਪਰਮ ਵੈਰਾਗ ਆਏਗਾ। ਜਦੋਂ ਪਰਮ ਵੈਰਾਗ ਆਏਗਾ, ਖਾਣਾ ਪੀਣਾ ਸਭ ਛੁੱਟ ਜਾਏਗਾ, ਕਿਉਂਕਿ ਹੁਣ ਖਾਣ ਪੀਣ ਦੀ ਜ਼ਰੂਰਤ ਨਹੀਂ ਰਹੇਗੀ। ਜਿਸ ਤਰ੍ਹਾਂ ਕਿ ਕੁਝ ਲੋਕ ਹਵਾ ਤੇ ਜੀਵਿਤ ਰਹਿ ਸਕਦੇ ਹਨ ਨਾ। ਅਨੰਤ, ਹਾਂਜੀ, ਬ੍ਰੇਥੇਰੀਅਨ ਸ਼ੁਰੂ ਹੋ ਗਏ ਹਨ ਦੁਨੀਆ ਤੇ। ਬ੍ਰੇਥੇਰੀਅਨ ਉਹਨਾਂ ਨੂੰ ਕਹਿੰਦੇ ਹਨ ਜੋ ਸਿਰਫ ਸਵਾਸ ਤੋਂ ਜੀਵਿਤ ਰਹਿੰਦੇ ਹਨ। ਐਸੇ ਲੋਕਾਂ ਦੇ ਐਗਜ਼ਾਮਪਲ ਜਾਂ ਉਦਾਹਰਣ ਬਹੁਤ ਸਾਰੇ ਹਨ ਤੇ ਜੋ ਆਪ ਜੀ ਦੱਸ ਰਹੇ ਹੋ ਬਿਲਕੁਲ ਠੀਕ ਗੱਲ ਹੈ। ਬਾਪੂ ਜੀ, ਜਿਸ ਤਰ੍ਹਾਂ ਪਹਿਲਾਂ ਰਿਸ਼ੀ ਮੁਨੀ ਵਾਯੂ ਤੱਤ ਨਾਲ ਹੀ ਜੀਵਿਤ ਰਹਿੰਦੇ ਸਨ ਅਤੇ ਉਹ ਸਿਰਫ ਸਵਾਸ ਦੇ ਰਾਹੀਂ ਹੀ ਜੀਵਤ ਰਹਿੰਦੇ ਸਨ। ਅੰਨ ਜਾਂ ਪਾਣੀ ਲੈਣ ਦੀ ਉਹਨਾਂ ਨੂੰ ਲੋੜ ਨਹੀਂ ਪੈਂਦੀ ਸੀ। ਹਲੇ ਵੀ ਗੁਜਰਾਤ ਤੇ ਇੱਕ ਮਨੁੱਖ ਇਸ ਤਰ੍ਹਾਂ ਦਾ ਹੀ ਹੈ ਜੋ ਵਾਯੂ ਤੇ ਜੀਵਿਤ ਰਹਿੰਦਾ ਸੀ। ਪ੍ਰਹਲਾਦ ਜਾਨੀ ਕਰਕੇ ਉਸਦਾ ਨਾਮ ਸੀ। ਅਨੰਤ, ਨਹੀਂ, ਉਹ ਹਲੇ ਵੀ ਜੀਵਿਤ ਹੈ। ਬਾਪੂ ਜੀ, ਫਿਰ ਬਾਅਦ ਦੇ ਮਨੁੱਖ ਨੂੰ ਜੀਵਿਤ ਰਹਿਣ ਲਈ ਵਾਯੂ ਤੱਤ ਦੀ ਵੀ ਲੋੜ ਨਹੀਂ ਹੈ। ਪਰਮ ਵਾਯੂ ਆ ਜਾਏਗਾ ਨਾ। ਹੁਣ ਪਰਮ ਵਾਯੂ ਦੇ ਅੰਦਰ ਪਰਮ ਤੱਤ ਹੋਣਗੇ ਤੇ ਜਦੋਂ ਮਨੁੱਖ ਪਰਮ ਵਾਯੂ ਲਵੇਗਾ ਤੇ ਸਵਾਸ ਦੇ ਰਾਹੀਂ ਉਸ ਦੇ ਅੰਦਰ ਪਰਮ ਸ਼ਾਂਤੀ ਆਏਗੀ। ਜਦੋਂ ਪਰਮ ਸ਼ਾਂਤੀ ਮਿਲੇਗੀ ਤੇ ਇੱਥੇ ਹੀ ਯਾਨੀ ਧਰਤੀ ਲੋਕ ਤੇ ਹੀ ਹੌਲੀ ਹੌਲੀ ਲੋਕਾਂ ਦਾ ਮਨ ਬਦਲ ਜਾਏਗਾ। ਜਦੋਂ ਮਨ ਬਦਲ ਜਾਏਗਾ ਉਦੋਂ ਸਾਰੀ ਦੁਨੀਆ ਦੇ ਲੋਕਾਂ ਤੇ ਮਨ ਦੀ ਸ਼ਾਂਤੀ ਹੋਏਗੀ, ਮਨ ਦਾ ਵੈਰਾਗ ਹੋਏਗਾ, ਕਿਉਂਕਿ ਆਤਮਾ ਦੇ ਅੰਦਰ ਮਨ ਬੁੱਧ ਸੰਸਕਾਰ ਹੈ ਨਾ। ਤੇ ਪਹਿਲਾਂ ਮਨ ਬਦਲੇਗਾ, ਮਨ ਦੇ ਬਦਲਣ ਕਰਕੇ ਸੰਸਕਾਰ ਬਦਲ ਗਏ। ਇਹ ਸਭ ਹੋਣ ਤੇ ਸਿਰਫ 1 ਸੈਕਿੰਡ ਦਾ ਟਾਈਮ ਲੱਗੇਗਾ। 1 ਸੈਕਿੰਡ ਤੇ ਬਦਲ ਜਾਏਗਾ। ਮਨ ਪਹਿਲਾਂ ਤਮੋ ਪ੍ਰਧਾਨ ਸੀ, ਯਾਨੀ ਬੁਰੇ ਜਾਂ ਮਾੜੇ ਵਿਚਾਰਾਂ ਵਾਲਾ ਸੀ। ਹੁਣ ਮਨ ਸਤੋ ਪ੍ਰਧਾਨ ਯਾਨੀ ਚੰਗੇ ਤੇ ਪਵਿੱਤਰ ਵਿਚਾਰਾਂ ਵਾਲਾ ਬਣ ਗਿਆ। ਹੁਣ ਜਦੋਂ ਮਨ ਬਦਲ ਗਿਆ ਤੇ ਸਿਰਫ ਸੰਸਕਾਰ 1 ਸੈਕਿੰਡ ਤੇ ਬਦਲ ਜਾਣਗੇ, ਕਰਮ ਬਦਲ ਜਾਣਗੇ। ਹੁਣ ਉਸਦੇ ਕਰਮ ਬਹੁਤ ਚੰਗੇ ਹੋ ਜਾਣਗੇ। ਹੁਣ ਉਹ ਸੋਚੇਗਾ ਕਿ ਮੈਂ ਸਭ ਦਾ ਚੰਗਾ ਕਰਾਂ, ਦੁਨੀਆ ਨੂੰ ਬਦਲਣ ਤੇ ਆਲਮਾਈਟੀ ਅਥਾਰਟੀ ਦੀ ਮਦਦ ਕਰਾਂ। ਉਸੇ ਵਕਤ ਆਲਮਾਈਟੀ ਦੇ ਸਾਖਸ਼ਾਤਕਾਰ ਯਾਨੀ ਦਰਸ਼ਨ ਵੀ ਸ਼ੁਰੂ ਹੋ ਜਾਣਗੇ। ਸਾਰਿਆਂ ਨੂੰ ਇਹ ਪਤਾ ਲੱਗੇਗਾ ਕਿ ਆਲਮਾਈਟੀ ਆ ਕੇ ਪੂਰੀ ਧਰਤੀ ਦਾ ਬਦਲਾਵ ਕਰਾਂਦਾ ਹੈ। ਇਸੇ ਤਰ੍ਹਾਂ 200 ਕਿਲੋਮੀਟਰ ਦੇ ਉੱਪਰ ਵੀ ਇਹ ਪਰਮ ਹਵਾ ਜਾਂ ਵਾਯੂ ਜਾਏਗੀ। ਪਰਮ ਤੱਤ ਤੇ 500 ਕਿਲੋਮੀਟਰ ਤੱਕ ਉੱਪਰ ਤੱਕ ਵੀ ਜਾ ਸਕਦਾ ਹੈ। ਸਾਰਾ ਸੂਖਮ ਜਗਤ ਬਦਲੇਗਾ। ਸਾਡੇ ਬ੍ਰਹਮੰਡ ਦਾ ਸੂਖਮ ਜਗਤ ਜਿੱਥੋਂ ਤੱਕ ਹੈ, ਮੇਰਾ ਖਿਆਲ ਹੈ ਕਿ ਸੂਰਜ ਦੀ ਗ੍ਰੈਵਿਟੀ 75,000 ਕਿਲੋਮੀਟਰ ਤੱਕ ਜਾਂਦੀ ਹੈ ਤੇ ਸਾਡੇ ਬ੍ਰਹਮੰਡ ਦਾ ਸੂਖਮ ਜਗਤ ਉਸ ਤੋਂ ਵੀ ਉੱਪਰ ਹੈ। ਮਤਲਬ 10 ਖਰਬ ਕਿਲੋਮੀਟਰ ਤੱਕ ਇਹ ਪਰਮ ਵਾਯੂ ਫੈਲੇਗਾ। ਸੂਖਮ ਜਗਤ ਤੇ ਬੇਹਿਸਾਬ ਸੂਖਮ ਜਗਤ ਦੀਆਂ ਆਤਮਾਵਾਂ ਹਨ। ਅਨੰਤ, ਤੇ ਇਹ ਤੇ ਬ੍ਰਹਮਾਪੁਰੀ ਵਿਸ਼ਨੂਪੁਰੀ ਤੱਕ ਦੀ ਗੱਲ ਚੱਲ ਰਹੀ ਹੈ। ਬਾਪੂ ਜੀ, ਨਹੀਂ, ਹਾਲੇ ਤੇ ਇਸ ਤੋਂ ਨੀਚੇ ਦੇ ਲੋਕਾਂ ਦੀ ਗੱਲ ਚੱਲ ਰਹੀ ਹੈ। ਹਾਲੇ ਤੇ ਬ੍ਰਹਮਾਪੁਰੀ ਤੋਂ ਨੀਚੇ ਦੀ ਗੱਲ ਦੱਸ ਰਿਹਾ ਹਾਂ। ਜਿਸ ਤਰ੍ਹਾਂ ਕਿ 7 ਲੋਕ ਹਨ ਨਾ, ਭੂ ਲੋਕ, ਭੂਵਰ ਲੋਕ, ਸਵਰ ਲੋਕ, ਮਹਰ ਲੋਕ, ਜਨ ਲੋਕ, ਤਪ ਲੋਕ। ਜ਼ਿਆਦਾ ਤੋਂ ਜ਼ਿਆਦਾ ਬ੍ਰਹਮਾਪੁਰੀ ਦੇ ਬਾਰਡਰ ਯਾਨੀ ਸੀਮਾ ਰੇਖਾ ਤੱਕ, ਉਹ ਵੀ ਬਾਰਡਰ ਦੀ ਨਿਚਲੀ ਬਾਰਡਰ ਤੱਕ ਸ਼ੁਰੂਆਤ ਹੋਏਗੀ ਪਰਮ ਵਾਯੂ ਦੇ ਫੈਲਣ ਦੀ, ਕਿਉਂਕਿ ਉੱਥੇ ਤੱਕ ਪੂਰਾ ਸੂਖਮ ਜਗਤ ਹੈ। ਵੈਸੇ ਤੇ ਵੇਖਿਆ ਜਾਵੇ ਤੇ ਬ੍ਰਹਮਾਪੁਰੀ ਵੀ ਸੂਖਮ ਜਗਤ ਤੇ ਆਂਦੀ ਹੈ ਤੇ ਉੱਥੋਂ ਤੱਕ ਮਤਲਬ ਕਿ 10 ਖਰਬ ਕਿਲੋਮੀਟਰ ਤੱਕ ਇਹ ਪਰਮ ਵਾਯੂ ਫੈਲ ਜਾਏਗਾ ਅਤੇ ਬੇਹਿਸਾਬ ਆਤਮਾਵਾਂ ਪਰਮ ਸ਼ਾਂਤੀ ਦਾ ਅਨੁਭਵ ਕਰਨਗੀਆਂ
ਤੇ ਜਦੋਂ ਪਰਮ ਸ਼ਾਂਤੀ ਦਾ ਅਨੁਭਵ ਕਰਨਗੀਆਂ ਤੇ ਉਹਨਾਂ ਦੇ ਬੋਡੀ ਯਾਨੀ ਸਥੂਲ ਸਰੀਰ ਦੇ ਅੰਦਰ ਜੋ ਵਾਯੂ ਤੱਤ ਹੈ ਉਸ ਦੇ ਅੰਦਰ ਅਗਨ ਹੈ, ਉਹ ਹੌਲੀ ਹੌਲੀ ਪਰਮ ਅਗਨ ਬਣ ਜਾਏਗੀ। ਪਰਮ ਅਗਨ ਤੋਂ ਜਦੋਂ 10 ਖਰਬ ਕਿਲੋਮੀਟਰ ਤੱਕ ਪਰਮ ਵਾਯੂ, ਪਰਮ ਅਗਨ ਅਤੇ ਆਕਾਸ਼ ਤੱਤ ਵੀ ਬਦਲ ਜਾਏਗਾ। ਆਕਾਸ਼ ਤੱਤ ਤੋਂ ਪਰਮ ਆਕਾਸ਼ ਹੋ ਜਾਏਗਾ ਤੇ 10 ਖਰਬ ਕਿਲੋਮੀਟਰ ਤੱਕ ਪਰਮ ਤੱਤ ਦੀ ਦੁਨੀਆ ਯਾਨੀ ਅਮਰਲੋਕ ਬਣ ਜਾਏਗਾ। ਅਮਰਲੋਕ ਮਤਲਬ ਪਰਮ ਤੱਤਾਂ ਦੀ ਦੁਨੀਆ, ਅਤੇ 5 ਤੱਤਾਂ ਦੀ ਦੁਨੀਆ ਮਤਲਬ ਮਾਤ ਲੋਕ ਯਾਨੀ ਇਸ ਦੁਨੀਆ ਦੇ ਤੱਤਾਂ ਦਾ ਬਦਲਾਵ ਹੋ ਜਾਏਗਾ ਤੇ ਇਹ ਦੁਨੀਆ 10 ਖਰਬ ਕਿਲੋਮੀਟਰ ਤੱਕ ਉੱਪਰ ਵੀ ਪਰਮ ਤੱਤਾਂ ਦੀ ਬਣ ਜਾਏਗੀ। ਅਨੰਤ, ਇਹ ਤੇ ਬਹੁਤ ਵਧੀਆ ਤੇ ਚੰਗੀ ਗੱਲ ਹੈ ਬਾਪੂ ਜੀ। ਤੇ ਹੌਲੀ ਹੌਲੀ 10 ਖਰਬ ਕਿਲੋਮੀਟਰ ਤੱਕ ਉੱਪਰ ਚੇਂਜ ਹੋ ਜਾਏਗਾ, ਯਾਨੀ 10 ਖਰਬ ਕਿਲੋਮੀਟਰ ਤੱਕ ਤੱਤਾਂ ਦਾ ਬਦਲਾਵ ਹੋ ਕੇ ਪਰਮ ਤੱਤਾਂ ਦਾ ਯਾਨੀ ਅਮਰਲੋਕ ਬਣ ਜਾਏਗਾ। ਤੱਤਾਂ ਦਾ ਬਦਲਾਵ ਹੌਲੀ ਹੌਲੀ ਹੋਏਗਾ, ਵਕਤ ਲੱਗੇਗਾ, ਪਰ 10 ਖਰਬ ਕਿਲੋਮੀਟਰ ਤੱਕ ਹੋਏਗਾ। ਫਿਰ 108 ਬੀਜ ਰੂਪ ਆਤਮਾਵਾਂ ਦੇ ਨਾਲ ਉਹਨਾਂ ਦੀ ਸਾਥੀ ਆਤਮਾਵਾਂ 1008 ਆਤਮਾਵਾਂ ਆਉਣਗੀਆਂ। ਆਨੰਦ, ਬਾਪੂ ਜੀ ਇਹ ਜੋ ਆਪ ਜੀ ਦੱਸ ਰਹੇ ਹੋ ਇਸ ਤੇ ਕਿੰਨਾ ਟਾਈਮ ਲੱਗੇਗਾ? ਮਤਲਬ ਬਦਲਾਵ ਤੇ ਕਿੰਨਾ ਵਕਤ ਲੱਗੇਗਾ? 108 ਦੇ ਆਉਣ ਦੇ ਬਾਅਦ ਦੇ ਵਕਤ ਦੀ ਗੱਲ ਕਰ ਰਿਹਾ ਹਾਂ ਬਾਪੂ ਜੀ। ਨਹੀਂ, ਪਹਿਲਾਂ 108 ਵੀ ਤੇ ਤਮੋ ਪ੍ਰਧਾਨ ਹੋਣਗੇ, ਯਾਨੀ ਵਿਕਾਰੀ ਅਤੇ ਬੁਰੇ ਵਿਚਾਰਾਂ ਵਾਲੇ ਹੋਣਗੇ, ਕਿਉਂਕਿ ਉਹ ਵੀ ਤੇ ਮਨੁੱਖ ਬਣ ਗਏ ਹੋਣਗੇ ਨਾ। ਅੱਜ ਤੇ ਉਹਨਾਂ ਨੂੰ ਵੀ ਇਸ ਬ੍ਰਹਮੰਡ ਤੇ ਭੇਜੇ ਹੋਏ ਬੇਹਿਸਾਬ ਸਮਾਂ ਹੋ ਗਿਆ। ਬਦਲਾਵ ਦੇ ਲਈ ਭੇਜੇ ਸਨ, ਪਰ ਉਹ ਵੀ ਬਦਲਾਵ ਕਰ ਨਹੀਂ ਸਕੇ। ਅਤੇ ਫਿਰ ਰਾਮ ਨੇ, ਕ੍ਰਿਸ਼ਨ ਦੇ ਵੀ ਅਵਤਾਰ ਹੋਏ, ਪਰ ਰਾਮ ਦਾ ਵੀ ਅਵਤਾਰ ਰਾਮ ਰਾਜ ਨਹੀਂ ਲਿਆ ਸਕਿਆ, ਯਾਨੀ ਰਾਮ ਦੇ ਸਮੇਂ ਤੇ ਵੀ ਬਦਲਾਵ ਨਹੀਂ ਹੋਇਆ। ਕ੍ਰਿਸ਼ਨ ਸੋਨੇ ਦੀ ਦਵਾਰਕਾ ਤੇ ਬਦਲਾਵ ਨਹੀਂ ਕਰ ਸਕਿਆ। ਤੇ ਹੁਣ ਇਹ ਬੇਹੱਦ ਦੇ ਸੰਸਾਰ ਦੇ ਬੀਜ ਰੂਪ ਆਤਮਾਵਾਂ 108 ਆਣਗੇ। ਇਹ ਸਾਰੇ ਇੱਕ ਜਗ੍ਹਾ ਤੇ ਬੈਠ ਕੇ ਉਸ ਸਥਾਨ ਤੇ ਆਤਮ ਸਰੂਪ ਤੇ ਟਿਕ ਕੇ ਸੰਕਲਪਾਂ ਦੇ ਰਾਹੀਂ ਪਰਮ ਤੱਤ ਬੇਹੱਦ ਦੇ ਪਰਮ ਧਾਮ ਤੋਂ ਉਤਾਰਦੇ ਪਹਿਲਾਂ ਤੇ ਆਪਣੇ ਕਾਰਨ ਸਰੀਰ ਨੂੰ ਚਾਰਜ ਕਰਨਗੇ ਨਾ, ਯਾਨੀ ਪਰਮ ਪ੍ਰਕਾਸ਼ ਪਰਮ ਲਾਈਟ ਨਾਲ ਆਪਣੇ ਕਾਰਨ ਸਰੀਰ ਨੂੰ ਭਰ ਕੇ ਆਪਣੇ ਵਿਕਾਰਾਂ ਅਤੇ ਬੁਰੇ ਵਿਚਾਰਾਂ ਨੂੰ ਖਤਮ ਕਰਨਗੇ। ਆਪਣੇ ਵਿਕਰਮ ਯਾਨੀ ਮਾੜੇ ਕਰਮਾਂ ਨੂੰ ਵੀ ਖਤਮ ਕਰਨਗੇ, ਕਿਉਂਕਿ ਉਹਨਾਂ ਦੀ ਆਤਮਾ ਤੇ ਮਾੜੇ ਕਰਮਾਂ ਦਾ ਖਾਤਾ ਵੀ ਪਿਆ ਹੈ, ਉਸ ਨੂੰ ਵੀ ਖਤਮ ਕਰਨਗੇ। ਆਨੰਦ, ਪਹਿਲਾਂ ਤੇ ਸਵ ਪਰਿਵਰਤਨ ਯਾਨੀ ਆਪਣਾ ਬਦਲਾਵ, ਫਿਰ ਵਿਸ਼ਵ ਪਰਿਵਰਤਨ ਯਾਨੀ ਸੰਸਾਰ ਦਾ ਬਦਲਾਵ ਹੋਏਗਾ ਬਾਪੂ ਜੀ। ਹਾਂ, ਤੇ ਪਹਿਲਾਂ ਜੋ ਪਾਵਰ ਉਤਾਰਨਗੇ, ਪਹਿਲਾਂ ਤੇ ਉਹਨਾਂ ਨੂੰ ਬੇਹੱਦ ਦੇ ਵਿਸ਼ਵ ਦਾ ਗਿਆਨ ਹੋਏਗਾ। ਬੇਹੱਦ ਦੇ ਵਿਸ਼ਵ ਦੇ ਡਰਾਮੇ ਦੇ ਰਾਹੀਂ ਬੇਹੱਦ ਦੇ ਵਿਸ਼ਵ ਨੂੰ ਜਾਣਨਗੇ, ਬੇਹੱਦ ਦੇ ਸੰਸਾਰ ਦੇ ਬਾਪ ਨੂੰ ਜਾਣਨਗੇ, ਆਲਮਾਈਟੀ ਨੂੰ ਜਾਣਨਗੇ, ਮੰਨਣਗੇ, ਉਸ ਤੋਂ ਪਾਵਰ ਲੈਣਗੇ। ਪਹਿਲਾਂ ਤੇ ਉਸ ਆਤਮਾ ਨੂੰ ਖੁਦ ਨੂੰ ਕਰਮਾਤੀਤ ਯਾਨੀ ਕਰਮ ਕਰਦੇ ਹੋਏ ਵੀ ਪਰਮਾਤਮਾ ਦੀ ਯਾਦ ਤੇ ਰਹਿ ਕੇ ਕੰਮ ਕਰਨ ਦੀ ਅਵਸਥਾ ਬਣਾਉਣ ਤੇ, ਮਤਲਬ ਪਰਮਾਤਮਾ ਦੀ ਯਾਦ ਤੇ ਰਹਿੰਦੇ ਹੋਏ ਕੰਮ ਕਰਨ ਨਾਲ ਉਸ ਦੇ ਵਿਕਰਮ ਵਿਨਾਸ਼ ਕਰਨ ਕਰਕੇ ਉਸ ਦੀ ਕਰਮਾਤੀਤ ਅਵਸਥਾ ਬਣੇਗੀ। ਫਿਰ ਉਹ ਭਾਵਾਤੀਤ ਯਾਨੀ ਭਾਵਨਾਵਾਂ ਤੋਂ ਰਹਿਤ ਯਾਨੀ ਆਪਣੇ ਮਨ ਦੇ ਵਿਚਾਰਾਂ ਅਤੇ ਵਿਕਾਰਾਂ ਤੋਂ ਰਹਿਤ ਦੀ ਅਵਸਥਾ ਬਣਾਉਣ ਤੇ ਟਾਈਮ ਤੇ ਲੱਗੇਗਾ ਨਾ। ਪਹਿਲਾਂ ਤੇ 108 ਬੀਜ ਰੂਪ ਆਤਮਾਵਾਂ ਮਿਲਣ, ਫਿਰ ਇੱਕ ਜਗ੍ਹਾ ਤੇ ਬੈਠਣ, ਫਿਰ 108 ਦੀ ਕਰਮਾਤੀਤ ਅਵਸਥਾ ਹੋਵੇ, ਕਰਮਾਤੀਤ ਤੋਂ ਫਿਰ ਉਹ ਭਾਵਾਤੀਤ ਬਣਨ, ਫਿਰ ਹੌਲੀ ਹੌਲੀ ਉੱਪਰੋਂ ਦੀ ਪਾਵਰ ਆਏ। ਪਹਿਲਾਂ ਤੇ ਜਿਸ ਤਰ੍ਹਾਂ ਤੇ ਉਹ ਬੈਠੇ ਹੋਣ, ਉਸ ਜਗ੍ਹਾ ਦੇ ਨਜ਼ਦੀਕ ਦੀ ਜਗ੍ਹਾ ਜਾਂ ਲਾਗੇ ਦੀ ਜਗ੍ਹਾ ਤੇ ਪਾਵਰ ਆਏਗਾ, ਯਾਨੀ 10-20 ਕਿਲੋਮੀਟਰ ਨਜ਼ਦੀਕ ਤੱਕ ਪਾਵਰ ਜਾਏਗਾ। ਫਿਰ 50 ਕਿਲੋਮੀਟਰ, ਫਿਰ 100 ਕਿਲੋਮੀਟਰ, ਫਿਰ 1000 ਕਿਲੋਮੀਟਰ, ਫਿਰ ਪੂਰੀ ਧਰਤੀ ਤੇ ਜਾਏਗਾ। ਫਿਰ ਪਾਵਰ ਵੱਧਦਾ ਜਾਏਗਾ, ਫਿਰ 200 ਕਿਲੋਮੀਟਰ ਤੱਕ ਜਾਏਗਾ, ਫਿਰ ਹੌਲੀ ਹੌਲੀ ਵੱਧਦਾ ਜਾਏਗਾ। ਤੇ ਇਹ ਸਾਰਾ ਕੁਝ ਹੋਣ ਤੇ ਟਾਈਮ ਤੇ ਲੱਗੇਗਾ ਨਾ। ਇਹ ਕੋਈ ਆਸਾਨ ਕੰਮ ਨਹੀਂ ਹੈ। ਇੱਥੇ ਤੱਤਾਂ ਦਾ ਬਦਲਾਵ ਕਰਨਾ ਹੈ,
ਵਿਸ਼ਨੂੰ ਦੇ ਅਵਤਾਰ ਦੀ ਤਰ੍ਹਾਂ ਨਹੀਂ ਹੈ ਕਿ ਪਰਲੇ ਕਰ ਦਿੱਤੀ ਅਤੇ ਸਾਰੇ ਮਨੁੱਖ ਮਾਰ ਦਿੱਤੇ ਅਤੇ ਫਿਰ ਨਵੇਂ ਸਿਰੇ ਤੋਂ ਨਵੀਂ ਦੁਨੀਆ ਬਣਾਈ। ਇਸ ਤਰ੍ਹਾਂ ਨਹੀਂ ਹੈ। ਹੁਣ ਤੱਤਾਂ ਦਾ ਬਦਲਾਵ ਕਰਨਾ ਹੈ, ਮਾਰਨਾ ਕਿਸੇ ਨੂੰ ਵੀ ਨਹੀਂ ਹੈ। ਸਾਰੀਆਂ ਆਤਮਾਵਾਂ ਨੂੰ ਆਤਮਾ ਤੋਂ ਪਰਮ ਆਤਮਾ ਬਣਾਉਣਾ ਹੈ। ਸਾਰੀਆਂ ਹੀ ਆਤਮਾਵਾਂ ਨੂੰ, ਕਿਸੇ ਵੀ ਆਤਮਾ ਨੂੰ ਮੁਕਤੀ ਨਹੀਂ ਦੇਣੀ ਹੈ। ਅਨੰਤ ਬਾਪੂ ਜੀ, ਇਹ ਗੱਲ ਆਪ ਜੀ ਨੇ ਬਹੁਤ ਹੈਰਾਨੀ ਵਾਲੀ ਕਹੀ ਹੈ। ਬਾਪੂ ਜੀ, ਪਹਿਲਾਂ ਜਦੋਂ ਪਰਲੇ ਕਰਕੇ ਪੂਰੀ ਦੁਨੀਆ ਖਤਮ ਕਰਕੇ ਫਿਰ ਨਵੀਂ ਦੁਨੀਆ ਬਣਾਉਂਦੇ ਸਨ, ਉਹ ਉਦੋਂ ਮੁਕਤੀ ਅਤੇ ਜੀਵਨ ਮੁਕਤੀ ਯਾਨੀ ਆਤਮਾਵਾਂ ਨੂੰ ਅਮਰ ਬਣਾਉਣ ਦਾ ਭੇਦ ਨਹੀਂ ਜਾਣਦੇ ਸਨ ਨਾ। ਪਰ ਇਹ ਤੇ ਬੇਹੱਦ ਦਾ ਬਾਪ ਹੈ ਨਾ, ਤੇ ਬੇਹੱਦ ਯਾਨੀ ਬੇਅੰਤ ਦਾ ਰਹਿਮ ਦਿਲ ਹੈ। ਉਹ ਚਾਹੁੰਦਾ ਹੈ ਕਿ ਮੈਂ ਕਿਸੇ ਆਤਮਾ ਨੂੰ ਵੀ ਮੁਕਤੀ ਨਾ ਦੇਵਾਂ, ਸਾਰਿਆਂ ਨੂੰ ਜੀਵਨ ਮੁਕਤੀ ਤੇ ਅਮਰ ਲੋਕ ਤੇ ਲੈ ਜਾਵਾਂ। ਅਨੰਤ ਬਾਪੂ ਜੀ, ਇਹ ਵੀਡੀਓ ਅੱਜ ਤੱਕ ਦਾ ਸਭ ਤੋਂ ਵਧੀਆ ਵੀਡੀਓ ਹੈ। ਇਹ ਗੱਲ ਜੋ ਆਪ ਜੀ ਦੱਸ ਰਹੇ ਹੋ, ਸਭ ਤੋਂ ਵਧੀਆ ਅਤੇ ਬਹੁਤ ਚੰਗੀ ਗੱਲ ਆਪ ਜੀ ਨੇ ਇਸ ਵੀਡੀਓ ਤੇ ਦੱਸੀ ਹੈ। ਆਪਣੇ ਸਰੋਤਿਆਂ ਨੂੰ ਕਹਾਂਗਾ ਕਿ ਇਸ ਵੀਡੀਓ ਨੂੰ ਲਾਈਕ ਕਰਨ, ਸ਼ੇਅਰ ਕਰਨ, ਜਿੰਨਾ ਹੋ ਸਕੇ ਉਨਾ ਇਸ ਗਿਆਨ ਨੂੰ ਅੱਗੇ ਵਧਾਉਣ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕੀ ਇਸ ਪਰਮ ਗਿਆਨ ਨੂੰ ਜਾਣ ਸਕਣ। ਤੇ ਬਾਪੂ ਜੀ, ਇਸ ਗੱਲਬਾਤ ਦੇ ਦੌਰਾਨ ਇਹ ਗੱਲ ਵੀ ਹੋਈ ਸੀ ਕਿ 108 ਵੀ ਬੀਜ ਰੂਪ ਮਿਲ ਗਏ ਅਤੇ ਹੌਲੀ ਹੌਲੀ ਪਰਿਵਰਤਨ ਵੀ ਸ਼ੁਰੂ ਹੋ ਗਿਆ। ਤੇ ਉਸ ਤੋਂ ਬਾਅਦ ਅੱਗੇ ਕੀ ਹੋਏਗਾ? ਬਾਪੂ ਜੀ, ਇਸ ਤੋਂ ਬਾਅਦ ਜਦੋਂ ਵਾਯੂ ਤੱਤ ਬਦਲ ਜਾਏਗਾ ਤੇ ਇਹ ਧਰਤੀ ਤੇ ਜੋ ਮਨੁੱਖ ਆਤਮਾਵਾਂ ਹਨ, ਇਹਨਾਂ ਦੀ ਬੋਡੀ ਯਾਨੀ ਸਰੀਰ ਵੀ ਬਦਲਦਾ ਜਾਏਗਾ। ਪਰ ਕਿਸ ਤਰ੍ਹਾਂ? ਜੋ ਮਨੁੱਖਾਂ ਦੇ ਅੰਦਰ 5 ਤੱਤਾਂ ਵਿੱਚੋਂ ਜੋ ਜਲ ਤੱਤ ਹੈ ਨਾ, ਜਲ ਤੱਤ ਯਾਨੀ ਪਾਣੀ ਦਾ ਤੱਤ ਹੌਲੀ ਹੌਲੀ ਵਾਯੂ ਤੱਤ ਤੇ ਯਾਨੀ ਪਰਮ ਵਾਯੂ ਤੇ ਬਦਲ ਜਾਏਗਾ। ਆਟੋਮੈਟਿਕ ਮਤਲਬ ਆਪਣੇ ਆਪ ਹੀ ਬਦਲ ਜਾਏਗਾ, ਮਤਲਬ ਆਪਣੇ ਆਪ ਹੀ ਵਾਯੂ ਤੱਤ ਤੋਂ ਪਰਮ ਵਾਯੂ ਤੇ ਬਦਲ ਜਾਏਗਾ। ਅਨੰਤ ਇਸ ਗੱਲ ਦਾ ਮਤਲਬ ਇਹ ਹੋਇਆ ਕਿ ਇਹ ਜੋ ਸਾਡੀ ਫਿਜ਼ੀਕਲ ਯਾਨੀ ਭੌਤਿਕ 5 ਐਲੀਮੈਂਟ ਯਾਨੀ 5 ਤੱਤਾਂ ਦਾ ਸਰੀਰ ਹੈ, ਉਹ ਬਦਲਣਾ ਸ਼ੁਰੂ ਹੋ ਗਿਆ। ਜਿਸ ਤਰ੍ਹਾਂ ਵਾਯੂ ਪਰਮ ਵਾਯੂ ਤੇ ਹੋ ਗਿਆ ਅਤੇ ਫਿਰ ਜੋ ਪਾਣੀ ਹੈ, ਜੋ ਕਿ ਸਾਡੇ ਸਰੀਰ ਦਾ 80% ਹਿੱਸਾ ਹੈ, ਪਾਣੀ ਵੀ ਪਰਮ ਵਾਯੂ ਤੇ ਕਨਵਰਟ ਜਾਂ ਤਬਦੀਲ ਹੋ ਜਾਏਗਾ। ਬਾਪੂ ਜੀ, 2 ਤੱਤ ਯਾਨੀ ਪਾਣੀ ਅਤੇ ਮਿੱਟੀ ਜਾਂ ਜਲ ਅਤੇ ਪ੍ਰਿਥਵੀ ਦੋਨੋਂ ਪੈਰਲਲ ਯਾਨੀ ਇੱਕ ਸਾਥ ਹੌਲੀ ਹੌਲੀ ਪਰਮ ਵਾਯੂ ਕਰਕੇ ਬਦਲ ਜਾਣਗੇ। ਪਰਮ ਵਾਯੂ ਇਹਨਾਂ 2 ਸਥੂਲ ਤੱਤਾਂ ਨੂੰ ਯਾਨੀ ਜਲ ਅਤੇ ਪ੍ਰਿਥਵੀ ਨੂੰ ਹੌਲੀ ਹੌਲੀ ਪ੍ਰੋਸੈਸਿੰਗ ਯਾਨੀ ਇਹਨਾਂ 2 ਤੱਤਾਂ ਨੂੰ ਪ੍ਰਕਿਰਿਆ ਜਾਂ ਇਹਨਾਂ ਤੇ ਕਾਰਵਾਈ ਕਰਕੇ ਬਦਲੀ ਕਰੇਗਾ। ਇਸ ਕਰਕੇ ਜੋ ਸਾਰੇ ਮਨੁੱਖ ਹਨ, ਉਹ ਵੀ ਹੌਲੀ ਹੌਲੀ ਕਰਕੇ 3 ਤੱਤਾਂ ਤੇ ਆ ਜਾਣਗੇ, ਯਾਨੀ ਪਰਮ 3 ਤੱਤਾਂ ਤੇ, ਮਤਲਬ ਪਰਮ ਵਾਯੂ, ਪਰਮ ਅਗਨ ਅਤੇ ਪਰਮ ਆਕਾਸ਼ ਤੇ ਆ ਜਾਣਗੇ। ਮਤਲਬ ਹੌਲੀ ਹੌਲੀ ਬਦਲਦੇ ਜਾਣਗੇ। ਅਤੇ ਇਹ ਜੋ ਪ੍ਰਿਥਵੀ ਹੈ ਨਾ, ਯਾਨੀ ਮਿੱਟੀ ਦੀ ਦੁਨੀਆ, ਮਿੱਟੀ ਦੀ ਦੁਨੀਆ ਦੇ ਵਿੱਚ ਧਰਤੀ ਤੇ ਪਾਣੀ ਅਤੇ ਮਿੱਟੀ ਹਨ, ਉਹ ਵੀ ਹੌਲੀ ਹੌਲੀ ਪਰਮ ਤੱਤਾਂ ਤੇ ਬਦਲੀ ਹੋ ਜਾਣਗੇ। ਪੂਰੀ ਧਰਤੀ ਤੇ ਪਰਿਵਰਤਨ ਜਾਂ ਬਦਲਾਵ ਹੋ ਜਾਏਗਾ। ਪਾਣੀ ਅਤੇ ਮਿੱਟੀ ਖਤਮ ਹੋ ਜਾਏਗੀ, ਉਹ ਪਰਮ ਤੱਤਾਂ ਦੀ ਬਣ ਜਾਏਗੀ ਅਤੇ ਫਿਰ ਜੋ ਸਾਡਾ ਸੂਰਜ ਹੈ, ਉਹ ਪਰਮ ਅਗਨ ਦੇਗਾ। ਅਨੰਤ ਮਤਲਬ ਇਹ ਸੂਰਜ ਜੋ ਹੁਣ ਤੱਤਾਂ ਦੀ ਅਗਨ ਦਿੰਦਾ ਹੈ, ਉਸ ਦੀ ਜਗ੍ਹਾ ਤੇ ਪਰਮ ਅਗਨ ਦੇਣਾ ਸ਼ੁਰੂ ਕਰ ਦੇਗਾ। ਬਾਪੂ ਜੀ, ਇਹ ਸੂਰਜ ਪਰਮ ਅਗਨ ਦਾ ਸੂਰਜ ਬਣ ਜਾਏਗਾ, ਪਰ ਹੌਲੀ ਹੌਲੀ ਬਣੇਗਾ। ਬਦਲਾਵ ਤੋਂ ਬਾਅਦ ਆਤਮਾਵਾਂ ਤੇ ਖੁਦ ਦੀ ਯਾਨੀ ਆਪਣੀ ਰੋਸ਼ਨੀ ਜਾਂ ਪ੍ਰਕਾਸ਼ ਹੋਏਗਾ। ਹੁਣ ਹਰ ਇੱਕ ਆਤਮਾਵਾਂ ਤੇ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੈ ਤੇ ਫਿਰ ਇਸ ਸੂਰਜ ਦੀ ਲੋੜ ਹੀ ਨਹੀਂ ਪਏਗੀ। ਮਤਲਬ ਇਹ ਲੋਕ ਹੌਲੀ ਹੌਲੀ ਅਮਰ ਲੋਕ ਬਣ ਗਿਆ। ਤੇ ਇਸ ਤਰ੍ਹਾਂ ਸਾਰੀਆਂ ਮਨੁੱਖ ਆਤਮਾਵਾਂ ਤੇ ਬਦਲਾਵ ਜਾਂ ਚੇਂਜ ਹੋ ਜਾਏਗਾ ਅਤੇ ਜੋ ਮਨੁੱਖ ਆਤਮਾਵਾਂ ਹਨ, ਉਹ ਹੌਲੀ ਹੌਲੀ ਪਰਮ ਆਤਮਾਵਾਂ ਦੇ ਪ੍ਰੋਸੈਸ ਤੇ ਆਉਣਗੀਆਂ। ਅਨੰਤ ਬਾਪੂ ਜੀ, ਇੱਥੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆਪ ਜੀ ਨੇ ਇਹ ਦੱਸੀ ਹੈ ਕਿ ਕਿਸੇ ਵੀ ਮਨੁੱਖ ਦੀ ਮੌਤ ਨਹੀਂ ਹੋਏਗੀ। ਸਾਰਿਆਂ ਦੇ ਜੋ ਸਥੂਲ ਤੱਤ ਹਨ, ਉਹ ਪਰਮ ਤੱਤਾਂ ਤੇ ਬਦਲ ਜਾਣਗੇ।
ਹਾਲਾਂਕਿ ਜੋ ਦੂਸਰੀ ਸੰਸਥਾ ਜਾਂ ਸੰਗਠਨ ਹਨ ਜਾਂ ਜਿੱਥੇ ਵੀ ਕਿਤੇ ਇਹ ਲਿਖਿਆ ਹੈ ਕਿ ਪਰਲੇ ਹੋਣ ਤੋਂ ਬਾਅਦ ਹੀ ਨਵਾਂ ਯੁੱਗ ਆਉਂਦਾ ਹੈ ਜਾਂ ਐਸਾ ਹੀ ਇਹ ਲੋਕ ਮੰਨਦੇ ਹਨ, ਪਰ ਆਪ ਜੀ ਨੇ ਤੱਤਾਂ ਨੂੰ ਬਦਲਣ ਦੀ ਗੱਲ ਕਹੀ ਹੈ ਕਿ ਤੱਤਾਂ ਨੂੰ ਬਦਲ ਕੇ ਪੂਰੀ ਦੁਨੀਆ ਨੂੰ ਬਦਲਿਆ ਜਾ ਸਕਦਾ ਹੈ। ਮਤਲਬ ਮਰਨ ਦੀ ਗੱਲ ਇੱਥੇ ਨਹੀਂ ਹੋ ਰਹੀ ਹੈ। ਇਹ ਕਹਿੰਦੇ ਹਨ ਕਿ 700-800 ਕਰੋੜ ਲੋਕੀ ਹਨ, ਪਰ ਇਹਨਾਂ ਵਿੱਚੋਂ ਸਿਰਫ 33 ਕਰੋੜ ਦੇਵਤੇ ਹੀ ਅੱਗੇ ਜਾਣਗੇ ਨਵੇਂ ਸਤਯੁਗ ਤੇ। ਅਤੇ ਅਸੀਂ ਇੱਥੇ ਗੱਲ ਕਰ ਰਹੇ ਹਾਂ ਪਰਿਵਰਤਨ ਜਾਂ ਬਦਲਾਵ ਦੀ, ਮਰਨ ਦੀ ਨਹੀਂ। ਪਰ ਅੰਤ ਸਮੇਂ ਤੇ ਕਿੰਨੇ ਲੋਕ ਜਾਂ ਆਤਮਾਵਾਂ ਉੱਪਰ ਜਾਣਗੀਆਂ? ਬਾਪੂ ਜੀ, ਪਹਿਲਾਂ ਜਿਸ ਤਰ੍ਹਾਂ ਕਿ ਸ਼ਾਸਤਰਾਂ ਤੇ ਗੱਲ ਦੱਸੀ ਹੈ ਕਿ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਇਹ 4 ਯੁਗਾਂ ਦੇ ਪੂਰੇ ਹੋਣ ਤੋਂ ਬਾਅਦ ਅਰਧ ਪਰਲੈ ਯਾਨੀ ਅੱਧੀ ਪਰਲੈ ਹੁੰਦੀ ਹੈ। ਮਤਲਬ ਅਰਧ ਪਰਲੈ ਬਾਅਦ ਅੱਧੀ ਪਰਲੈ ਤੋਂ ਤਮੋ ਪ੍ਰਧਾਨ ਜਾਂ ਬੁਰੀਆਂ ਆਤਮਾਵਾਂ ਮਰ ਜਾਂਦੀਆਂ ਹਨ ਅਤੇ ਸਤੋ ਪ੍ਰਧਾਨ ਜਾਂ ਚੰਗੀਆਂ ਅਤੇ ਪਵਿੱਤਰ ਆਤਮਾਵਾਂ ਹੀ ਬਚਦੀਆਂ ਹਨ ਇਸ ਧਰਤੀ ਤੇ। ਫਿਰ ਇਸ ਤਰ੍ਹਾਂ 71 ਯੁਗਾਂਤਰ ਯਾਨੀ 71 ਵਾਰ ਜਦੋਂ ਚਤੁਰਯੁਗ ਹੁੰਦਾ ਹੈ ਤੇ ਉਸ ਤੋਂ ਬਾਅਦ ਪਰਲੇ ਹੁੰਦਾ ਹੈ। ਇਸ ਪਰਲੇ ਤੇ ਮਨੁੱਖ ਸ੍ਰਿਸ਼ਟੀ ਸੰਪੂਰਨ ਤੌਰ ਤੇ ਖਤਮ ਹੋ ਜਾਂਦੀ ਹੈ। 71 ਯੁਗਾਂਤਰਾਂ ਨੂੰ ਜਾਂ ਚਤੁਰਯੁਗਾਂ ਨੂੰ ਇੱਕ ਮਨਵੰਤਰ ਵੀ ਕਹਿੰਦੇ ਹਨ। ਤੇ ਫਿਰ ਜਦੋਂ ਇਸ ਤਰ੍ਹਾਂ 14 ਵਾਰ ਮਨਵੰਤਰ ਹੋ ਜਾਂਦੇ ਹਨ ਤੇ ਉਸ ਤੋਂ ਬਾਅਦ ਕਲਪ ਪਰਲੇ ਹੁੰਦਾ ਹੈ ਅਤੇ ਮਨੁੱਖ ਸ੍ਰਿਸ਼ਟੀ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਂਦੀ ਹੈ। ਪਰ ਕਲਪ ਪਰਲੇ ਤੇ ਦੇਵ ਸ੍ਰਿਸ਼ਟੀ ਯਾਨੀ ਦੇਵਤਿਆਂ ਦੀ ਸ੍ਰਿਸ਼ਟੀ ਵੀ ਖਤਮ ਹੋ ਜਾਂਦੀ ਹੈ। ਤਿੰਨੋਂ ਲੋਕ ਖਤਮ ਹੋ ਜਾਂਦੇ ਹਨ ਯਾਨੀ ਭੂਲੋਕ, ਭੁਵਰਲੋਕ ਅਤੇ ਸਵਰਗਲੋਕ ਖਤਮ ਹੋ ਜਾਂਦੇ ਹਨ। ਇਹਨਾਂ ਤਿੰਨਾਂ ਲੋਕਾਂ ਤੇ ਰਹਿਣ ਵਾਲੀਆਂ ਜੋ ਵੀ ਆਤਮਾਵਾਂ ਹੁੰਦੀਆਂ ਹਨ ਤਕਰੀਬਨ ਉਹ ਉੱਪਰ ਚਲੇ ਜਾਂਦੀਆਂ ਹਨ। ਵਾਯੂਮੰਡਲ ਤੇ ਥੋੜੀ ਜਿਹੀਆਂ ਕੁਝ ਆਤਮਾਵਾਂ ਰਹਿ ਜਾਂਦੀਆਂ ਹਨ। ਮਤਲਬ ਕਿ ਆਤਮਾ ਦਾ ਬੀਜ ਰੂਪ ਜੋ ਕਿ ਬਹੁਤ ਸਧਾਰਨ ਆਤਮਾਵਾਂ ਹੁੰਦੀਆਂ ਹਨ, ਯਾਨੀ ਉਹ ਆਤਮਾਵਾਂ ਇੱਕ ਤਰ੍ਹਾਂ ਨਾਲ ਆਤਮਾ ਦਾ ਮੂਲ ਜਾਂ ਬੀਜ ਬਚ ਜਾਂਦਾ ਹੈ। ਇਸ ਤਰ੍ਹਾਂ ਹਰ ਤਰ੍ਹਾਂ ਦੀ ਪਰਲੇ ਤੇ ਮਨੁੱਖ ਸ੍ਰਿਸ਼ਟੀ ਜਾਂ ਦੇਵਤਾਵਾਂ ਦੇ ਲੋਕ ਵੀ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਂਦੇ ਹਨ। ਐਸੀ ਤਰ੍ਹਾਂ ਜਦੋਂ ਸ਼ਿਵ ਯਾਨੀ ਇੱਕ ਬ੍ਰਹਮੰਡ ਦਾ ਮਾਲਿਕ ਮਹਾਕਾਲ ਪਰਲੇ ਤੇ ਸੂਰਜ ਤੇ ਪ੍ਰਵੇਸ਼ ਕਰਕੇ ਮਹਾਕਾਲ ਅਗਨ ਪੈਦਾ ਕਰਕੇ ਪੂਰੇ ਬ੍ਰਹਮੰਡ ਨੂੰ ਜਲਾ ਕੇ ਜਾਂ ਸਾੜ ਕੇ ਸਵਾਹ ਜਾਂ ਭਸਮ ਕਰ ਦਿੰਦਾ ਹੈ ਅਤੇ ਫਿਰ ਉਹ ਬਲੈਕ ਹੋਲ ਬਣ ਜਾਂਦਾ ਹੈ ਤੇ ਇਸ ਤਰ੍ਹਾਂ ਪੂਰਾ ਬ੍ਰਹਮੰਡ ਕਾਲ ਲਗਨ ਤੇ ਖਤਮ ਹੋ ਜਾਂਦਾ ਹੈ ਅਤੇ ਸਾਰੀਆਂ ਆਤਮਾਵਾਂ ਦਾ ਵਿਨਾਸ਼ ਹੋ ਜਾਂਦਾ ਹੈ। ਪਰ ਸਾਡੇ ਬ੍ਰਹਮੰਡ ਤੇ ਜੋ ਸੂਖਮ ਜਗਤ ਹੈ ਅਤੇ ਸੂਖਮ ਜਗਤ ਤੋਂ ਉੱਪਰ ਜੋ ਕਾਰਨ ਜਗਤ ਹੈ, ਇਹਨੇ ਸਾਰੇ ਲੋਕਾਂ ਤੇ ਵੀ ਬੇਹਿਸਾਬ ਆਤਮਾਵਾਂ ਬੈਠੀਆਂ ਹਨ। ਕਾਰਨ ਜਗਤ ਨੂੰ ਅਸੀਂ ਵਿਸ਼ਨੂਪੁਰੀ ਕਹਿੰਦੇ ਹਾਂ। ਇਸ ਤੋਂ ਉੱਪਰ ਮਹਾਕਾਰਨ ਜਗਤ ਹੈ। ਮਹਾਕਾਰਨ ਜਗਤ ਮਤਲਬ ਸ਼ਿਵਪੁਰੀ, ਜਿੱਥੇ ਸ਼ਿਵ ਅਤੇ ਸ਼ਕਤੀ ਰਹਿੰਦੇ ਹਨ ਅਤੇ ਉਸ ਤੋਂ ਉੱਪਰ ਪਰਮ ਧਾਮ ਜਿੱਥੇ ਇਸ ਬ੍ਰਹਮੰਡ ਦਾ ਮਾਲਿਕ ਸ਼ਿਵ ਰਹਿੰਦਾ ਹੈ। ਤੇ ਇਸ ਤਰ੍ਹਾਂ ਪੂਰੇ ਬ੍ਰਹਮੰਡ ਦੇ ਅੰਦਰ ਜਿੰਨੀਆਂ ਵੀ ਆਤਮਾਵਾਂ ਹਨ, ਇਹਨਾਂ ਸਾਰੀਆਂ ਆਤਮਾਵਾਂ ਨੂੰ ਪਰਮ ਤੱਤ ਮਿਲਣਗੇ ਤੇ ਇਹ ਸਭ ਵੀ ਅਮਰ ਹੋ ਜਾਣਗੀਆਂ। ਇਹਨਾਂ ਦਾ ਕਦੇ ਵੀ ਕਿਸੇ ਵੀ ਪਰਲੇ ਤੇ ਵਿਨਾਸ਼ ਨਹੀਂ ਹੋਏਗਾ। ਹੌਲੀ ਹੌਲੀ ਇਹ ਪਰਮ ਤੱਤ ਵੱਧਦੇ ਪੂਰੇ ਬ੍ਰਹਮੰਡ ਤੱਕ ਫੈਲਣਗੇ। ਇਸ ਤਰ੍ਹਾਂ ਹੌਲੀ ਹੌਲੀ ਇੱਕ ਪ੍ਰਕਾਸ਼ ਵਰਸ਼ ਤੱਕ ਇਹ ਪਰਮ ਵਾਯੂ ਫੈਲੇਗਾ, ਪਰਮ ਅਗਨ ਫੈਲੇਗਾ, ਪਰਮ ਪ੍ਰਕਾਸ਼ ਫੈਲੇਗਾ ਅਤੇ ਸਾਡਾ ਪੂਰਾ ਬ੍ਰਹਮੰਡ ਬਦਲ ਜਾਏਗਾ। ਅਨੰਤ। ਇੱਕ ਬ੍ਰਹਮੰਡ ਨੂੰ ਅਸੀਂ ਇੱਕ ਸੋਲਰ ਸਿਸਟਮ ਕਹਿੰਦੇ ਹਾਂ। ਬਾਪੂ ਜੀ, ਸੋਲਰ ਸਿਸਟਮ ਮਤਲਬ ਇੱਕ ਬ੍ਰਹਮੰਡ। ਸ਼ਾਸਤਰਾਂ ਤੇ ਇਸ ਨੂੰ ਬ੍ਰਹਮੰਡ ਕਿਹਾ ਹੈ, ਜਿਸ ਨੂੰ ਸ਼ਿਵ ਨੇ ਕ੍ਰੀਏਟ ਜਾਂ ਬਣਾਇਆ ਹੈ। ਸ਼ਿਵ ਮਤਲਬ 3 ਦੇਵਤਾ ਦਾ ਕੰਬਾਈਨ ਜਾਂ ਜੁੜਿਆ ਹੋਇਆ ਇੱਕ ਰੂਪ ਹੈ, ਜਿਸ ਵਿੱਚ ਇਸ ਬ੍ਰਹਮੰਡ ਦੇ ਬ੍ਰਹਮਾ ਦੇ ਰਾਹੀਂ ਸਿਰਜਣਾ, ਵਿਸ਼ਨੂੰ ਦੇ ਰਾਹੀਂ ਪਾਲਣਾ ਅਤੇ ਸ਼ੰਕਰ ਦੇ ਰਾਹੀਂ ਵਿਨਾਸ਼। ਤੇ ਇਸ ਤਰ੍ਹਾਂ ਇਹ ਪੂਰਾ ਇੱਕ ਬ੍ਰਹਮੰਡ ਬਣਿਆ ਹੈ। ਪਰ ਇਹ ਪਰਮ ਵਾਯੂ ਜਾਂ ਪਰਮ ਤੱਤਾਂ ਦੇ ਆਉਣ ਨਾਲ ਪਰਮ ਤੱਤਾਂ ਦਾ ਬ੍ਰਹਮੰਡ ਬਣ ਜਾਏਗਾ। ਹੁਣ ਇਹ ਬ੍ਰਹਮੰਡ ਅਮਰਲੋਕ ਬਣ ਗਿਆ। ਇਸ ਤਰ੍ਹਾਂ ਇਸ ਬ੍ਰਹਮੰਡ ਤੇ ਪਰਿਵਰਤਨ ਜਾਂ ਬਦਲਾਵ ਹੋ ਗਿਆ।
ਸਾਰੇ ਸਥੂਲ ਤੱਤ ਬਦਲ ਗਏ। ਫਿਰ ਹੌਲੀ ਹੌਲੀ ਇਹ ਪਰਮ ਵਾਯੂ ਦਾ ਪਾਵਰ ਇਸ ਬ੍ਰਹਮੰਡ ਤੇ ਇੰਨਾ ਭਰ ਜਾਏਗਾ, ਇੰਨਾ ਪਾਵਰ ਵੱਧਦਾ ਜਾਏਗਾ ਕਿ ਪਰਮਧਾਮ ਦੀ ਪਾਵਰ ਤੋਂ ਜੋ ਕਿ ਇਸ ਬ੍ਰਹਮੰਡ ਤੇ ਆ ਰਹੀ ਹੈ, ਉਸ ਕਰਕੇ ਉਹ ਪਾਵਰ ਇਸ ਬ੍ਰਹਮੰਡ ਤੋਂ ਬਾਹਰ ਫੈਲੇਗੀ। ਜਿਸ ਤਰ੍ਹਾਂ ਕਿ ਇਹ ਇੱਕ ਪ੍ਰਕਾਸ਼ ਵਰਸ਼ ਹੈ ਤੇ ਹੌਲੀ ਹੌਲੀ 2 ਪ੍ਰਕਾਸ਼ ਵਰਸ਼ ਤੱਕ ਪਾਵਰ ਜਾਏਗੀ। ਜਿੰਨੇ ਵੀ ਸੋਲਰ ਸਿਸਟਮ ਹਨ, ਸੋਲਰ ਸਿਸਟਮ ਮਤਲਬ ਬ੍ਰਹਮੰਡ, ਤੇ ਜਿੰਨੇ ਵੀ ਆਸੇ-ਪਾਸੇ ਸੋਲਰ ਸਿਸਟਮ ਹਨ ਉਹ ਵੀ ਪਰਮ ਤੱਤਾਂ ਤੇ ਬਦਲੀ ਹੋ ਜਾਣਗੇ। ਹੌਲੀ ਹੌਲੀ ਕਰਕੇ ਸਾਡੀ ਗੈਲੈਕਸੀ ਵੀ ਪਰਿਵਰਤਨ ਜਾਂ ਬਦਲੀ ਹੁੰਦੀ ਜਾਏਗੀ। ਬੇਹੱਦ ਦੇ ਪਰਮ ਧਾਮ ਤੋਂ ਇੰਨਾ ਪਾਵਰ ਜਾਏਗਾ, 108 ਬੇਹੱਦ ਦੇ ਪਰਮ ਧਾਮ ਤੋਂ ਪਾਵਰ ਉਤਾਰਦੇ ਜਾਣਗੇ। ਫਿਰ 108 ਦੇ ਨਾਲ ਉਹਨਾਂ ਦੀ ਸਹਿਯੋਗੀ ਜਾਂ ਸਾਥੀ 16,000 ਆਤਮਾਵਾਂ ਆ ਜਾਣਗੀਆਂ। ਉਹ 16,000 ਆਤਮਾਵਾਂ ਜਿਨ੍ਹਾਂ ਨੂੰ ਬਹੁਤ ਪਹਿਲਾਂ ਯਾਨੀ ਬੇਹਿਸਾਬ ਵਕਤ ਪਹਿਲਾਂ ਭੇਜਿਆ ਗਿਆ ਸੀ, ਪਰ ਉਹ ਤੇ ਇਸ ਮਾਤ ਲੋਕ ਤੇ ਇੱਕਦਮ ਡੁੱਬ ਗਈਆਂ, ਯਾਨੀ ਉਹ ਆਪਣਾ ਮੂਲ ਸਰੂਪ ਅਤੇ ਸਾਰਾ ਗਿਆਨ ਭੁੱਲ ਗਈਆਂ। ਹੁਣ ਉਹਨਾਂ ਦੀ ਬੁੱਧ ਤੇ ਗਿਆਨ ਹੀ ਨਹੀਂ ਹੈ ਅਤੇ 9 ਲੱਖ ਆਤਮਾਵਾਂ ਜੋ ਆਉਣਗੀਆਂ ਉਹ ਇੱਕਦਮ ਤਮੋ ਪ੍ਰਧਾਨ ਬਣ ਗਈਆਂ ਹਨ, ਕਿਉਂਕਿ 9 ਲੱਖ ਆਤਮਾਵਾਂ ਨੂੰ ਬਹੁਤ ਬੇਹਿਸਾਬ ਵਕਤ ਪਹਿਲਾਂ ਦੇ ਬਦਲਾਵ ਲਈ ਭੇਜਿਆ ਸੀ, ਪਰ 9 ਲੱਖ ਵੀ ਡੁੱਬ ਗਏ। ਬੁੱਧ, ਪੱਥਰ ਬੁੱਧ, ਸਰਪ ਮਿਸਲ ਯਾਨੀ ਸਰਪ ਦੀ ਨਸਲ ਜਾਂ ਜਾਤ, ਜਾਨਵਰ ਬੁੱਧ, ਕੌੜੀ ਮਿਸਲ ਯਾਨੀ ਬਹੁਤ ਘਟੀਆ ਜਾਂ ਗਿਆਨ ਅਤੇ ਸ਼ਕਤੀ ਤੋਂ ਰਹਿਤ ਬਣ ਗਏ। ਇਸ ਲਈ ਫਿਰ 16,000 ਨੂੰ ਭੇਜਿਆ। 16,000 ਵੀ ਵਿਸ਼ਵ ਦਾ ਬਦਲਾਵ ਨਹੀਂ ਕਰ ਸਕੇ ਅਤੇ ਡੁੱਬ ਗਏ। ਤੇ ਅੰਤ ਤੇ ਬੇਹੱਦ ਦੇ ਬੀਜ ਰੂਪ ਆਤਮਾਵਾਂ ਜੋ ਕਿ 108 ਹਨ ਉਹਨਾਂ ਨੂੰ ਭੇਜਿਆ ਅਤੇ 108 ਵੀ ਡੁੱਬ ਗਈਆਂ। ਤੇ ਆਲਮਾਈਟੀ ਅਥਾਰਟੀ ਹੁਣ ਆਪ ਆ ਕੇ ਕੰਮ ਕਰ ਰਿਹਾ ਹੈ। 108 ਨੂੰ ਲੈ ਕੇ ਸਾਰੀਆਂ ਆਤਮਾਵਾਂ ਬੇਹੱਦ ਦੀਆਂ ਆਤਮਾਵਾਂ ਨੂੰ ਜਗਾ ਰਹੀਆਂ ਹੈ, ਯਾਨੀ ਉਹਨਾਂ ਨੂੰ ਉਹਨਾਂ ਦੇ ਗਿਆਨ ਅਤੇ ਮੂਲ ਸ਼ਕਤੀ ਨੂੰ ਜਗਾ ਰਹੀਆਂ ਹਨ, ਜੋ ਕਿ ਉਹ ਇੰਨੇ ਜਨਮਾਂ ਦੇ ਆਉਣ ਜਾਣ ਦੇ ਫੇਰ ਤੇ ਭੁੱਲ ਗਈਆਂ ਹਨ। ਪਹਿਲਾਂ 108 ਬੀਜ ਰੂਪੀ ਆਤਮਾਵਾਂ ਜਾਗਣਗੀਆਂ, ਫਿਰ 108 ਦੇ ਨਾਲ 16,000 ਐਡ ਜਾਂ ਜੁੜਨਗੀਆਂ। 16,000 ਨਾਲ 9 ਲੱਖ ਬੇਹੱਦ ਦੀਆਂ ਆਤਮਾਵਾਂ ਜੁੜਨਗੀਆਂ ਤੇ ਇਹਨਾਂ ਸਾਰੀਆਂ ਆਤਮਾਵਾਂ ਦੀ ਪਾਵਰ ਜਾਂ ਸ਼ਕਤੀ ਜੁੜਦੀ ਜਾਏਗੀ ਅਤੇ ਪਾਵਰ ਉੱਚੇ ਤੋਂ ਉੱਚੇ ਪਰਮ ਧਾਮ ਤੋਂ ਆਂਦੀ ਜਾਏਗੀ। ਇਸ ਤਰ੍ਹਾਂ ਸਾਡੇ ਬ੍ਰਹਮੰਡ ਦੇ ਆਸੇ-ਪਾਸੇ ਦੇ ਬ੍ਰਹਮੰਡਾਂ ਨੂੰ ਪਰਮ ਤੱਤ ਮਿਲਣਗੇ ਅਤੇ ਪਰਮ ਤੱਤ ਹੋਰ ਵੀ ਫੈਲਦੇ ਜਾਣਗੇ ਅਤੇ ਹੌਲੀ ਹੌਲੀ ਇਸ ਤਰ੍ਹਾਂ ਬ੍ਰਹਮੰਡ, ਪਰਮ ਮਹਾਬ੍ਰਹਮੰਡ ਆਦਿ ਤੇ ਪਰਮ ਤੱਤ ਫੈਲਦਾ ਜਾਏਗਾ ਅਤੇ ਅਮਰਲੋਕ ਬਣਦਾ ਜਾਏਗਾ। ਆਨੰਦ ਬਾਪੂ ਜੀ ਉਸ ਦੇ ਨਾਲ ਹੀ ਯਾਨੀ ਸੰਸਾਰ ਦੇ ਬਦਲਾਵ ਦੇ ਪ੍ਰੋਸੈਸ ਜਾਂ ਪ੍ਰਕਿਰਿਆ ਦੇ ਨਾਲ ਨਾਲ ਹੀ ਸਾਡੇ ਜੋ ਸਾਇੰਸ ਜਾਂ ਵਿਗਿਆਨ ਦੇ ਸਾਧਨ ਹਨ ਉਹ ਕਿੰਨੇ ਡਿਵੈਲਪ ਜਾਂ ਤਰੱਕੀ ਕਰਨਗੇ। ਬਾਪੂ ਜੀ, ਸਾਇੰਸ ਦੇ ਸਾਧਨ ਹੌਲੀ ਹੌਲੀ ਬਿਲਕੁਲ ਬਦਲ ਜਾਣਗੇ। ਉਹ ਵੀ ਸਥੂਲ ਤੱਤਾਂ ਤੋਂ ਪਰਮ ਤੱਤਾਂ ਦੇ ਸਾਧਨ ਬਣ ਜਾਣਗੇ। ਆਨੰਦ ਬਾਪੂ ਜੀ, ਇਸ ਗੱਲ ਦੇ ਵਿਚਕਾਰ ਹੀ ਮੈਂ ਆਪ ਜੀ ਨਾਲ ਇਹ ਗੱਲ ਕਰਨਾ ਚਾਹਾਂਗਾ, ਕਿਉਂਕਿ ਅੱਜ ਸਾਇੰਸ ਵੀ ਕਹਿੰਦੀ ਹੈ ਕਿ 2030 ਤੇ ਜਾਂ 2040 ਤੇ ਅਸੀਂ ਲੋਕ ਪੂਰੇ ਸਪੇਸ ਯਾਨੀ ਅੰਤਰਿਕਸ਼ ਤੇ ਨਵੀਂ ਦੁਨੀਆ ਬਣਾਵਾਂਗੇ ਅਤੇ ਉੱਥੇ ਅਸੀਂ ਇੱਥੋਂ ਯਾਨੀ ਧਰਤੀ ਤੋਂ ਹਿਊਮਨ ਜਾਂ ਇਨਸਾਨ ਨੂੰ ਲੈ ਕੇ ਜਾਵਾਂਗੇ। ਉੱਥੇ ਵੀ ਧਰਤੀ ਦੀ ਤਰ੍ਹਾਂ ਹੀ ਸਭ ਕੁਝ ਹੋਏਗਾ, ਕਾਲਜ, ਸਕੂਲ, ਸਭ ਕੁਝ ਜੋ ਕੁਝ ਇੱਥੇ ਹੈ ਉਹ ਸਭ ਕੁਝ ਹੋਏਗਾ। ਤੇ ਕੀ ਇਹ ਪੋਸੀਬਲ ਯਾਨੀ ਸੰਭਵ ਹੈ? ਬਾਪੂ ਜੀ, ਅੱਗੇ ਜਾ ਕੇ ਜਿਸ ਤਰ੍ਹਾਂ ਤੱਤ ਪਰਿਵਰਤਨ ਜਾਂ ਤੱਤਾਂ ਦਾ ਬਦਲਾਵ ਹੁੰਦਾ ਜਾਏਗਾ ਨਾ, ਤੇ ਆਲਮਾਈਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਬਹੁਤ ਉੱਪਰੋਂ ਦੀ ਸਪਿਰਿਚੁਅਲ ਸਾਇੰਟਿਸਟ ਯਾਨੀ ਰੂਹਾਨੀ ਵਿਗਿਆਨਿਕ ਉਤਾਰੇਗਾ, ਜੋ ਅੱਜ ਦੇ ਵਿਗਿਆਨਿਕਾਂ ਜਾਂ ਸਾਇੰਟਿਸਟਸ ਨੂੰ ਪਾਵਰ ਦੇ ਕੇ ਇਨਵੈਂਸ਼ਨ ਜਾਂ ਖੋਜ ਕਰਾ ਰਹੇ ਹਨ। ਪਰ ਅੱਗੇ ਜਾ ਕੇ ਜਦੋਂ ਤੱਤਾਂ ਦਾ ਬਦਲਾਵ ਹੋਏਗਾ ਉਦੋਂ ਐਟੋਮਿਕ ਸਾਇੰਸ ਯਾਨੀ ਪਰਮਾਣੂ ਵਿਗਿਆਨ ਹੋਏਗਾ, ਮਤਲਬ ਪਰਮ ਤੱਤਾਂ ਦੇ ਸਾਧਨ ਹੋਣਗੇ। ਉਹ ਤੇ ਪਰਮ ਤੱਤਾਂ ਦੇ ਪਰਮ ਅਗਨ ਨਾਲ ਚੱਲਣ ਵਾਲੇ ਯਾਨ ਜਾਂ ਵਾਹਨ ਹੋਣਗੇ।
ਐਂਟੀ ਗ੍ਰੈਵਿਟੀ ਦੇ ਸਾਧਨ ਯਾਨੀ ਧਰਤੀ ਦੀ ਗੁਰੂਤਵਾਕਰਸ਼ਣ ਦੀ ਪਹੁੰਚ ਤੋਂ ਬਾਹਰ ਦੇ ਸਾਧਨ ਹੋਣਗੇ। ਇੱਕ ਘੜੀ ਜਾਂ ਪਲ ਤੇ ਇੱਕ ਬ੍ਰਹਿਮੰਡ ਨੂੰ ਕ੍ਰਾਸ ਕਰ ਲੈਣਗੇ। ਐਸੇ ਸਾਧਨ ਹੌਲੀ ਹੌਲੀ ਬਣਦੇ ਜਾਣਗੇ। ਅੱਗੇ ਜਾ ਕੇ ਹੌਲੀ ਹੌਲੀ ਚੰਗੇ ਸਾਧਨ ਬਣਦੇ ਜਾਣਗੇ। ਪਰ ਜਦੋਂ ਤੱਕ ਵਾਯੂਮੰਡਲ ਜਾਂ ਵਾਤਾਵਰਣ ਤਮੋ ਪ੍ਰਧਾਨ ਜਾਂ ਬੁਰੇ ਵਿਚਾਰਾਂ ਵਾਲਾ ਹੈ, ਕੁਦਰਤ ਦੇ ਪੰਜੋਂ ਤੱਤ ਤਮੋ ਪ੍ਰਧਾਨ ਹਨ, ਉਦੋਂ ਤੱਕ ਮਾੜੇ ਜਾਂ ਬੁਰੇ ਵਿਚਾਰਾਂ ਜਾਂ ਸੰਕਲਪਾਂ ਦੀ ਮੁੱਖਤਾ ਜਾਂ ਪ੍ਰਧਾਨਤਾ ਹੈ। ਉਦੋਂ ਤੱਕ ਸੁੱਖ ਦੇਣ ਵਾਲੇ ਸਾਧਨ ਵੀ ਦੁੱਖ ਦੇਣ ਵਾਲੇ ਹੋਣਗੇ। ਭਾਵੇਂ ਕਿੰਨਾ ਵੀ ਕਹਿੰਦੇ ਰਹੋ ਕਿ ਸੁੱਖ ਆ ਗਿਆ ਹੈ, ਜਿਸ ਤਰ੍ਹਾਂ ਕਿ ਪਲੇਨ ਜਾਂ ਹਵਾਈ ਜਹਾਜ਼ ਤੇ ਬੈਠੇ ਹਾਂ, ਪਰ ਹਵਾਈ ਜਹਾਜ਼ ਦੁਰਘਟਨਾਗ੍ਰਸਤ ਜਾਂ ਕ੍ਰੈਸ਼ ਹੋ ਗਿਆ ਤੇ ਕੀ ਸੁੱਖ ਮਿਲੇਗਾ? ਕੀ ਉਹ ਸੁੱਖ ਦੇਣ ਵਾਲਾ ਸਾਧਨ ਬਣਿਆ? ਪਰ ਜੋ ਪਰਮ ਤੱਤਾਂ ਦਾ ਹਵਾਈ ਜਹਾਜ਼ ਹੋਏਗਾ ਤੇ ਉਸ ਤੇ ਬੈਠਣ ਵਾਲਿਆਂ ਨੂੰ ਪਤਾ ਹੈ ਕਿ ਇਹ ਹਵਾਈ ਜਹਾਜ਼ ਕਦੀ ਵੀ ਕ੍ਰੈਸ਼ ਨਹੀਂ ਹੋਏਗਾ ਅਤੇ ਨਾ ਹੀ ਕਦੇ ਰੁਕੇਗਾ। ਨਾ ਇਸ ਹਵਾਈ ਜਹਾਜ਼ ਨੂੰ ਚੱਲਣ ਲਈ ਪੈਟਰੋਲ ਦੀ ਲੋੜ ਪਏਗੀ ਅਤੇ ਉਹ ਤੇ ਵਾਤਾਵਰਣ ਤੋਂ ਪਰਮ ਅਗਨ ਲਏਗਾ। ਵਾਤਾਵਰਣ ਦੀ ਪਰਮ ਅਗਨ ਦੇ ਰਾਹੀਂ ਚੱਲੇਗਾ। ਹੁਣ ਤੇ ਸਾਇੰਟਿਸਟ ਹੀਲੀਅਮ ਤੋਂ ਚੱਲਣ ਵਾਲੇ ਸਾਧਨ ਲੱਭ ਰਹੇ ਹਨ। ਹਾਈਡਰੋਜਨ ਤੋਂ ਵੀ ਨਹੀਂ, ਹੀਲੀਅਮ ਤੋਂ। ਹਾਈਡਰੋਜਨ ਨੂੰ ਫਿਊਜ਼ ਯਾਨੀ ਉਸ ਦੇ ਪਾਵਰ ਨੂੰ ਤੋੜੋ ਤੇ ਹੀਲੀਅਮ ਬਣਦਾ ਹੈ ਨਾ। ਪਰ ਉਦੋਂ ਤੇ ਪਰਮ ਹੀਲੀਅਮ ਆਵੇਗਾ। ਪਰਮ ਅਗਨ ਮਤਲਬ ਪਰਮ ਹੀਲੀਅਮ। ਹੁਣ ਦੇ ਵਿਗਿਆਨੀਆਂ ਨੇ ਜੋ ਗੋਡ ਪਾਰਟੀਕਲ ਯਾਨੀ ਪਰਮਾਤਮਾ ਦਾ ਕਣ ਲੱਭਿਆ ਹੈ ਨਾ, ਉਹ ਪਰਮ ਅਗਨ ਦਾ ਕਣ ਹੈ, ਪਰਮ ਪ੍ਰਕਾਸ਼ ਦਾ ਨਹੀਂ ਹੈ। ਉਦੋਂ ਸਾਇੰਟਿਸਟ ਵੀ ਬਦਲ ਜਾਣਗੇ। ਸਾਇੰਸ ਵਾਲੇ ਵੀ ਆਲਮਾਈਟੀ ਅਥਾਰਟੀ ਦੇ ਸਾਹਮਣੇ ਆ ਕੇ ਝੁਕਣਗੇ। ਅਨੰਤ ਬਾਪੂ ਜੀ ਆਪ ਜੀ ਨੇ ਇਸ ਗੱਲਬਾਤ ਦੇ ਦੌਰਾਨ ਇੱਕ ਵਾਰ ਦੱਸਿਆ ਸੀ ਕਿ ਜੋ ਤੱਤਾਂ ਦੇ ਸਾਧਨ ਹਨ ਉਹ ਸੁੱਖ ਅਤੇ ਦੁੱਖ ਨਾਲ ਜੁੜੇ ਹੋਏ ਹਨ। ਮਤਲਬ ਤੱਤਾਂ ਦੇ ਸਾਧਨ ਸੁੱਖ ਵੀ ਦੇ ਸਕਦੇ ਹਨ ਅਤੇ ਦੁੱਖ ਵੀ ਦੇ ਸਕਦੇ ਹਨ। ਉਹਨਾਂ ਦੇ ਨਾਲ ਡਰ ਵੀ ਜੁੜਿਆ ਹੋਇਆ ਹੈ। ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਕਿ ਹਵਾਈ ਜਹਾਜ਼ ਉੱਪਰ ਉੱਡ ਰਿਹਾ ਹੈ, ਲੇਕਿਨ ਇਹ ਟੈਨਸ਼ਨ ਜਾਂ ਤਣਾਅ ਰਹਿੰਦਾ ਹੈ ਕਿ ਉਤਰੇਗਾ ਕਿ ਨਹੀਂ। ਤੇ ਐਸੀ ਗੱਲ ਦੀ ਚਰਚਾ ਅਸੀਂ ਅੱਗੇ ਕੰਟੀਨਿਊ ਜਾਂ ਸਿਲਸਿਲੇਵਾਰ ਕਰਦੇ ਰਵਾਂਗੇ। ਬਾਪੂ ਜੀ ਆਪ ਜੀ ਨੇ ਬਹੁਤ ਵਧੀਆ ਗਿਆਨ ਦਿੱਤਾ ਅਤੇ ਇਸ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਰਮ ਸ਼ਾਂਤੀ।